इस बार साडे नाल ने एक राजनीतिक आगू 3 वार ਦੇ ਅੰਮ੍ਰਿਤਸਰ ਤੋਂ ਸੰਸਦ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਜਿਹੜੇ ਬਹੁਤ ਹੀ ਰਾਜਨੀਤਿਕ ਇੰਨੀ ਪਕੜ ਨਹੀਂ ਰੱਖਦੇ। ਉਹਨਾਂ ਦੇ ਮਨ ਦੇ ਵਿੱਚ ਆ ਜਾਂਦਾ ਹੈ ਕਿ ਅਸੀਂ ਇੱਥੇ ਆ ਗਏ, ਇੱਥੇ ਆ ਕੇ ਪੱਕੇ ਹੋ ਗਏ, ਸਿਟੀਜ਼ਨ ਬਣ ਗਏ, ਇੱਥੇ ਦੇ ਪਾਸਪੋਰਟ ਹੋਲਡਰ ਹੋ ਗਏ ਤੇ ਹੁਣ ਅਸੀਂ ਉੱਥੇ ਦੀ ਪੋਲਿਟਿਕਸ ਵਿੱਚ ਕਿਉਂ ਰੁਝਾਨ ਰੱਖੀਏ। ਇਹਦੇ 'ਚ ਇੰਟਰਸਟ ਜ਼ਰੂਰ ਲੈਣਾ ਚਾਹੀਦਾ। ਦੇਖੋ ਪੰਜਾਬ ਤੇ ਤੁਹਾਡੇ ਜੋ ਨਹੀਂ ਨਿਕਲ ਸਕਦਾ, ਭਾਵੇਂ ਤੁਸੀਂ ਮੰਨੋ ਭਾਵੇਂ ਨਾ ਮੰਨੋ, ਕੁਝ ਲੋਕਾਂ ਦੀ ਆਪਸੀ ਦੇਖੋ ਹਰ ਇੱਕ ਨੂੰ ਬੋਲਣ ਦਾ ਆਪਣਾ ਪੱਖ ਰੱਖਣ ਦਾ ਅਧਿਕਾਰ ਹੈਗਾ। ਅੰਮ੍ਰਿਤਸਰ ਦਾ 에ਅਰਪੋਰਟ ਹਮੇਸ਼ਾ ਹੀ ਇਸ਼ੂ ਵੀ ਬਣਦਾ ਰਿਹਾ ਹੁਣ ਤੱਕ ਕਿ ਉਹਨੂੰ ਜਿਹੜਾ ਆ ਫੁੱਲ ਫਲੈਜ ਸਟਾਰਟ ਨਹੀਂ ਕੀਤਾ ਜਾਂਦਾ। ਦੇਖੋ ਸਿੱਧੀ ਉਡਾਨ ਜੇ ਕਿਸੇ ਨੂੰ ਕਮਰਸ਼ੀਅਲ ਵਾਇਬਿਲਿਟੀ ਬਣੂਗੀ ਤਾਂ ਜ਼ਰੂਰ ਲੈ ਕੇ ਜਾਊਗਾ ਜੀ। ਹੁਣ ਜੇ ਕਮਰਸ਼ੀਅਲ ਵਾਇਬਿਲਿਟੀ ਹੁਣ ਇੱਥੋਂ ਜੇ ਤੁਸੀਂ ਫੁੱਲ ਜਹਾਜ਼ ਲੈ ਕੇ ਜਾਓ, ਨਾਲ ਕਾਰਗੋ ਵੀ ਜਹਾਜ਼ ਨੂੰ ਚਾਹੀਦਾ, ਜਹਾਜ਼ ਜਿੰਨੇ 'ਚ ਲੈ ਕੇ ਜਾਣਾ ਉਹਨੇ ਫ੍ਰੀ ਤੇ ਜਾਣਾ ਨਹੀਂ। ਨਿਵੇਸ਼ ਦੇ ਲਈ ਕਹਿੰਦੇ ਹੋ ਕਿ ਉੱਧਰ ਜਿਹੜੀ ਇਨਵੈਸਟਮੈਂਟ ਆ ਉਹ ਕੀਤੀ ਜਾਵੇ ਕਿ ਜਿਹੜਾ ਗੈਂਗਸਟਰਵਾਦ ਆ ਬਹੁਤ ਜ਼ਿਆਦਾ ਇੱਕ ਸਿਕਿਉਰਿਟੀ ਇਸ਼ੂ ਸੀ ਜਿਹੜਾ ਬਣ ਚੁੱਕਾ। ਐਜ਼ ਏ ਐਮਪੀ ਤੁਹਾਡੇ ਉਹਦੇ ਲਈ ਕੀ ਕੋਸ਼ਿਸ਼ਾਂ ਰਹੀਆਂ ਆ ਕਿ ਜਿਹੜਾ ਸ਼ਾਂਤਮਈ ਮਾਹੌਲ ਜਿਹੜਾ ਬਣਿਆ ਇਹ ਕਿਹੜਾ ਤੁਸੀਂ ਕਹਿੰਦਾ ਸਰਕਾਰਾਂ ਕਹਿੰਦੀਆਂ ਆ ਕੇ ਨਿਵੇਸ਼ ਕਰੋ, ਉਹ ਮੇਰਾ ਖਿਆਲ ਹਾਲਾਤ ਅਜੇ ਨਹੀਂ ਬਣੇ ਉੱਥੇ ਨਿਵੇਸ਼ ਕਰਨ ਦੇ। ਹੁਣ ਜਿਹੜੇ ਹਾਲਾਤ ਪੈਦਾ ਹੋਏ ਨੇ ਹੁਣ ਬਿਲਕੁਲ ਜਿੱਦਾਂ 84 ਵੇਲੇ ਅੱਤਵਾਦ ਦੇ ਸਮੇਂ ਸੀ ਨਾ, ਵੀ ਕੋਈ ਬੰਦਾ ਵੀ ਜਿਹੜਾ ਸੀ ਉਹਨੂੰ 84 ਤੋਂ ਬਾਅਦ ਕੋਈ ਘਰ ਵੀ ਬਣਾਇਆ, ਇੱਟਾਂ ਲਾ ਲਈਆਂ ਤਾਂ ਵੀ ਚਿੱਠੀ ਆ ਗਈ, ਕੋਈ ਸਾਈਕਲ ਲੈ ਲਿਆ, ਕਿਸੇ ਨੇ ਸਕੂਟਰ ਲੈ ਲਿਆ ਤਾਂ ਵੀ ਚਿੱਠੀ ਆ ਗਈ। ਮਤਲਬ ਉਹ ਚਿੱਠੀ ਆਉਂਦੀ ਸੀ ਉਦੋਂ ਜੀ। ਹੁਣ ਗੈਂਗਸਟਰ ਦੀਆਂ ਕਾਲਾਂ ਆ ਜਾਂਦੀਆਂ। ਹੁਣ ਸਵਾਲ ਕੀ ਹੁੰਦਾ, ਜੇ ਕੋਈ ਨਸ਼ਾ ਵਿਕਦਾ ਹੈ ਸਵਾਲ ਤੇ ਕਰਨਾ ਚਾਹੀਦਾ ਐਸਐਸਪੀ ਕਮਿਸ਼ਨਰ DIG ਨੂੰ ਵੀ ਥਾਣਿਆਂ ਦੇ ਲਾਗੇ ਨਸ਼ਾ ਵਿਕਣ ਡਿਆ। 28 ਮੌਤਾਂ ਹੋਈਆਂ ਜਾਲੀ ਸ਼ਰਾਬ ਦੇ ਨਾਲ ਅੰਮ੍ਰਿਤਸਰ। ਮੈਂ ਇੰਨਾ ਕਲਪਿਆ ਕਿਸੇ ਬੰਦੇ ਤੇ ਕੋਈ ਇਨਕੁਆਰੀ ਗਈ ਪਿੱਛੇ, ਕਿਉਂਕਿ ਮੈਂ ਮੇਰੇ ਅੰਡਰ ਨਹੀਂ ਕਿ ਮੈਂ ਕਹੂੰਗਾ ਤਾਂ ਇਨਕੁਆਰੀ ਹੋਣੀ। ਮੈਂ ਤਾਂ ਰੌਲਾ ਪਾਤਾ, ਚਿੱਠੀਆਂ ਵੀ ਲਿਖਤੀਆਂ। ਉਸ ਤੋਂ ਬਾਅਦ DGP ਨੇ ਜਾਗਣਾ ਹੈ, SSP ਕਮਿਸ਼ਨਰ ਨੇ ਜਾਗਣਾ ਹੈ। ਕੋਈ ਕਿਤੇ ਕੁਛ ਨਹੀਂ ਹੋਇਆ। ਜਿਹੜੇ ਮਾੜੇ ਮੋਟੇ ਸਸਪੈਂਡ ਕਰਕੇ ਪਰੇ ਕਰਤੇ ਉਸ ਤੋਂ ਪਹਿਲਾਂ 100 ਬੰਦਾ ਮਰਿਆ ਬਾਜੇ 'ਚ ਨਕਲੀ ਸ਼ਰਾਬ ਪੀ ਕੇ। ਚਿੱਟੇ ਦੇ ਨਾਲ ਘੱਟੋ ਘੱਟ 2 ਲੱਖ ਤੋਂ ਵੱਧ ਬੰਦਾ ਮਰ ਚੁੱਕਾ ਹੈ। ਨਸ਼ਰਕੁਸ਼ੀ ਹੋ ਰਹੀ ਹੈ ਜੀ। ਸਾਨੂੰ ਦਫ਼ਤਰ ਚਲਾਉਣ ਲਈ ਜਿਹੜਾ ਖਰਚਾ ਜਿਹੜਾ ਸਰਕਾਰ ਆ ਉਹ ਥਾਣੇ ਚਲਾਉਣ ਲਈ, ਤੁਹਾਨੂੰ ਪਤਾ ਵੀ ਥਾਣਿਆਂ ਦੇ ਬੜਿਆਂ ਦੇ ਬਿੱਲ ਚ ਬਿਜਲੀ ਦਾ ਦੇਣ ਵਾਲੇ ਫ੍ਰੀ ਕਿਉਂ ਦੇਣ ਨੇ? ਉਹ ਆਪਣੇ ਬੱਚਿਆਂ ਦਾ ਸਵਾਲ ਨਾ ਕਰੇ, ਆਪਣੇ ਬੱਚਿਆਂ ਦੇ ਭਵਿੱਖ ਦਾ ਸਵਾਲ ਨਾ ਕਰੇ। ਉਹ ਨਾ ਪੁੱਛੇ ਵੀ ਨਸ਼ੇ ਕਿੱਦਾਂ ਆ ਰਹੇ, ਉਹ ਨਾ ਪੁੱਛੇ ਵੀ ਇੰਨੀਆਂ ਮੌਤਾਂ ਕਿਉਂ ਹੋ ਗਈਆਂ, ਉਹ ਨਾ ਪੁੱਛੇ ਕਿ ਪੋਲਿਊਟਡ ਕਿਉਂ ਹੋ ਰਿਹਾ ਧਰਤੀ ਦਾ ਪਾਣੀ, ਸਿੱਖਿਆ ਕ੍ਰਾਂਤੀ ਕਿਉਂ ਨਹੀਂ ਆਈ। ਡਿਜੀਟਲ ਇੰਡੀਆ ਦੀ ਗੱਲ ਅਸੀਂ ਕਰਦੇ ਜਾਂ ਡਿਜੀਟਲ ਕਰਨ ਦੀ ਗੱਲ ਕਰਦੇ। ਇੱਥੇ ਪਾਸਪੋਰਟ ਕਿਸੇ ਨੇ ਨਵਾਂ ਬਣਾਉਣਾ ਇੰਡੀਆ, ਉਹਦੀ ਇਨਕੁਆਰੀ ਉਹੀ ਤਰੀਕਾ ਫੇਰ ਆ ਵੀ ਇੱਥੋਂ ਜਾਣੀ ਆ ਦਿੱਲੀ, ਦਿੱਲੀੋਂ ਅੱਗੋਂ ਪੰਜਾਬ ਚ ਫਿਰ ਉਹ ਥਾਣਿਓਂ ਫਿਰ ਉਹ ਘਰਾਂ ਦੇ ਨਾਲ ਦੋ ਗਵਾਹ ਕਈ ਵੀਕ ਲਾਏ। ਡਿਜੀਟਲ ਇੰਡੀਆ ਕਾਹਦਾ ਹੋਇਆ ਜੀ? ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਦਲਜੀਤ ਸਿੰਘ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਦੋਸਤੋ, ਸਨਮੁਖ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ ਫਿਰ ਹਾਜ਼ਰ ਹਾਂ। ਇਸ ਵਾਰ ਸਾਡੇ ਨਾਲ ਨੇ ਇੱਕ ਰਾਜਨੀਤਿਕ ਆਗੂ ਜਿਹੜੇ ਕਿ ਆਪਣੇ ਕੰਮਾਂ ਦੇ ਲਈ ਜਾਣੇ ਜਾਂਦੇ ਨੇ, ਮਲਾਪੜੇ ਸੁਭਾਅ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਨੇ। 3 ਵਾਰ ਦੇ ਅੰਮ੍ਰਿਤਸਰ ਤੋਂ ਸੰਸਦ ਨੇ ਤੇ ਅੱਜ ਉਹ ਸਾਡੇ ਇੰਡੋਸ ਟੀਵੀ ਦੇ ਵਿਹੜੇ ਦੇ ਵਿੱਚ ਆਏ ਹੋਏ ਨੇ ਆਪਣੇ ਆਸਟ੍ਰੇਲੀਆ ਟੂਰ ਦੇ ਦੌਰਾਨ। ਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਦਾ। ਸਤਿ ਸ੍ਰੀ ਅਕਾਲ ਗੁਰਜੀਤ ਸਿੰਘ। ਸਤਿ ਸ੍ਰੀ ਅਕਾਲ ਭਾਜੀ, ਬਹੁਤ ਸ਼ੁਕਰੀਆ। ਇੰਡੋਸ ਟੀਵੀ ਦੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜੀ। ਜੀ ਤੇ ਔਜਲਾ ਸਾਹਿਬ, ਕਿਉਂਕਿ ਟਾਈਮ ਬੜਾ ਸ਼ਾਰਟ ਹੁੰਦਾ ਆ ਤੇ ਗੱਲਾਂ ਆਪਣੀਆਂ ਕਰਨ ਵਾਲੀਆਂ ਬਹੁਤ ਆ ਤੇ ਇਹ ਬਹੁਤ ਵਧੀਆ ਲੱਗਾ ਆ ਕਿਉਂਕਿ ਕੱਲ ਵੀ ਆਪਣੀ ਗੱਲਬਾਤ ਹੋਈ ਆ 에ਅਰਪੋਰਟ ਤੇ ਜਦੋਂ ਤੁਸੀਂ ਉਤਰੇ ਹੋ। ਬੜੀ ਬੇਬਾਕੀ ਦੇ ਨਾਲ ਤੁਸੀਂ ਜਵਾਬ ਦਿੰਦੇ ਹੋ ਜਦੋਂ ਜੋ ਵੀ ਸਵਾਲ ਹੁੰਦੇ ਨੇ ਤੇ ਇੱਕ ਵਧੀਆ ਲੀਡਰ ਦੀ ਨਿਸ਼ਾਨੀ ਵੀ ਹੁੰਦੀ ਆ। ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਸਰੋਤਿਆਂ ਦੇ ਦਰਸ਼ਕਾਂ ਦੇ ਸਵਾਲ ਸਾਡੇ ਤੱਕ ਪਹੁੰਚੇ ਆ ਅਸੀਂ ਉਹ ਤੁਹਾਡੇ ਰੂਬਰੂ ਕਰਦੇ ਜਾਈਏ ਤੇ ਕੁਝ ਸਮੱਸਿਆਵਾਂ ਜਿਹੜੀਆਂ NRI ਦੀਆਂ ਆ ਉਹ ਵੀ ਆਪਾਂ ਜਿਹੜੀਆਂ ਆ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲਾਂ ਜਿਹੜਾ ਸਵਾਲ ਜਦੋਂ ਹੋ ਜਾਂਦਾ ਇੱਕ ਕਹਿ ਲਓ ਕਿ ਜਿਹੜੇ ਬਹੁਤੀ ਰਾਜਨੀਤਿਕ ਇੰਨੀ ਪਕੜ ਨਹੀਂ ਰੱਖਦੇ, ਉਹਨਾਂ ਦੇ ਮਨ ਦੇ ਵਿੱਚ ਆ ਜਾਂਦਾ ਹੈ ਕਿ ਅਸੀਂ ਇੱਥੇ ਆ ਗਏ, ਇੱਥੇ ਆ ਕੇ ਪੱਕੇ ਹੋ ਗਏ, ਸਿਟੀਜ਼ਨ ਬਣ ਗਏ, ਇੱਥੇ ਦੇ ਪਾਸਪੋਰਟ ਹੋਲਡਰ ਹੋ ਗਏ ਤੇ ਹੁਣ ਅਸੀਂ ਉੱਥੇ ਦੀ ਪੋਲਿਟਿਕਸ ਵਿੱਚ ਕਿਉਂ ਰੁਝਾਨ ਰੱਖੀਏ ਇੰਡੀਆ ਦੇ? ਦੇਖੋ ਇਹ ਸਵਾਲ ਤੇ ਤੁਹਾਡੇ ਜਿਹੜੇ ਇੱਥੇ ਲੋਕ ਰਹਿੰਦੇ ਉਹਨਾਂ ਦੇ ਮਨ 'ਚ ਦਾ ਸਵਾਲ ਹੈ। ਹਾਂਜੀ, ਪੰਜਾਬ ਦੇ ਮੰਚ ਦਾ ਸਵਾਲ ਨਹੀਂ, ਇੱਥੇ ਦੇ ਲੋਕਾਂ ਦਾ। ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਕਿਉਂਕਿ ਦੇਖੋ ਉਹ ਜਿਹੜੀ ਚੀਜ਼ ਕਹਿੰਦੇ ਨੇ ਉਹ ਕੁਝ ਲੋਕ ਨੇ ਜੀ। ਵੇਖੋ ਬਹੁਤੇ ਲੋਕਾਂ ਦਾ ਤੇ ਪਿਛੋਕੜ ਉਹੀ, ਜਨਮ ਭੂਮੀ ਉਹੀ ਹੈ, ਕਰਮ ਭੂਮੀ ਤੁਹਾਡੀ ਬਦਲੀ ਹੈ ਜੀ। ਔਰ ਬਹੁਤ ਲੋਕ ਇਹ ਵੀ ਮਿਲੇ ਨੇ ਕਿ ਜਿਨ੍ਹਾਂ ਦਾ ਕੋਈ ਤਲਕ ਵਾਸਤਾ ਵੀ ਨਹੀਂ ਹੈਗਾ, ਹੁਣ ਜਾਇਦਾਦਾਂ ਵੇਚੀਆਂ ਨੇ, ਪਰ ਫਿਰ ਵੀ ਉਹ ਕਹਿੰਦੇ ਕਿ ਯਾਰ ਸਾਡਾ ਬੁਢਾਪਾ ਵੀ ਜੇ ਸਾਡਾ ਪੰਜਾਬ ਨੰਗਰੇ ਜਾਂ ਇੰਡੀਆ ਨਿਕਲੇ ਤਾਂ ਸਾਨੂੰ ਉਹ ਬੜੀ ਖੁਸ਼ੀ ਦੀ ਗੱਲ ਹੈ। ਹਾਂਜੀ, ਭਾਵੇਂ ਸਿਟੀਜ਼ਨ ਇੱਧਰ ਦੇ ਨੇਗਾ, ਬੱਚੇ ਵੀ ਸਿਟੀਜ਼ਨ ਇੱਧਰ ਦੇ ਨੇ। ਸੋ ਕਾਰਨ ਇੱਕ ਇਹੀ ਹੈ ਕਿ ਇੱਕ ਜਿਹੜੀ ਜਨਮ ਭੂਮੀ ਹੈ ਇਹ ਬੰਦੇ 'ਚੋਂ ਨਿਕਲਦੀ ਨਹੀਂ ਹੁੰਦੀ। ਜਿਹੜਾ ਮਾਂ ਦਾ ਕੁੱਖ ਦਾ ਪਿਆਰ ਹੈ ਜਾਂ ਜਿਹੜੀ ਧਰਤੀ ਦੀ ਮੋਹ ਹੈ ਉਹ ਰਹਿੰਦਾ। ਹੁਣ ਦੇਖੋ 17-14 ਦੀ ਤੋਂ ਪਹਿਲਾਂ ਵੀ 12 'ਚ ਵੀ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਨੇ
ਪੰਜਾਬ ਦੇ ਵਿੱਚ 14 ਦੀ ਜਿਹੜੀ ਇਲੈਕਸ਼ਨ ਹੋਈ ਹੈ ਲੋਕ ਸਭਾ ਦੀ, ਉਹਦੇ 'ਚ 4 ਮੈਂਬਰ ਪਾਰਲੀਮੈਂਟ ਬਾਹਰ ਵਾਲਿਆਂ ਜਾ ਕੇ ਜਿਤਾਏ ਜੀ। ਔਰ ਫਿਰ 17 ਦੇ ਵਿੱਚ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਔਰ ਫਿਰ 22 ਦੇ ਵਿੱਚ ਇਹਨਾਂ ਨੇ ਮਤਲਬ ਮੈਜੋਰਟੀ ਦੇ ਵਿੱਚ ਆ ਕੇ ਜਿਹੜੀ ਸਰਕਾਰ ਹੈ ਉਹ ਬਣਾਈ ਆ। ਔਰ ਉਹਦੇ 'ਚ ਵੱਡਾ ਜਿਹੜਾ ਨਿਆਮ ਰੋਲ ਰਿਹਾ ਆ ਉਹ NRI ਭਰਾਵਾਂ ਦਾ ਰਿਹਾ, ਜਿਨ੍ਹਾਂ ਨੇ ਜਾ ਕੇ ਉੱਥੇ ਬੜੇ ਜ਼ੋਰ ਦੇ ਨਾਲ ਚਾਹਿਆ ਕਿ ਅਸੀਂ ਪੰਜਾਬ ਨੂੰ ਪਰੰਪਰਾਵਾਦੀ ਰਾਜਨੀਤੀ ਤੋਂ ਬਾਹਰ ਲੈ ਕੇ ਆਉਣਾ ਚਾਹੁੰਦੇ ਹਾਂ। ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਆ। ਬਾਕੀ ਇਹਦੇ 'ਚ ਇੰਟਰਸਟ ਜ਼ਰੂਰ ਲੈਣਾ ਚਾਹੀਦਾ। ਦੇਖੋ ਪੰਜਾਬ ਤੇ ਤੁਹਾਡੇ 'ਚੋਂ ਨਹੀਂ ਨਿਕਲ ਸਕਦਾ, ਭਾਵੇਂ ਤੁਸੀਂ ਮੰਨੋ ਭਾਵੇਂ ਨਾ ਮੰਨੋ। ਕੁਝ ਲੋਕਾਂ ਦੀ ਆਪਸੀ ਦੇਖੋ, ਹਰ ਇੱਕ ਨੂੰ ਬੋਲਣ ਦਾ ਆਪਣਾ ਪੱਖ ਰੱਖਣ ਦਾ ਅਧਿਕਾਰ ਹੈਗਾ, ਪਰ ਜਿਹੜਾ ਬਹੁਤਾਤ ਲੋਕ ਨੇ ਜਾਂ ਜਿਹੜੇ ਬਹੁਤਿਆਂ ਦਾ ਪਿਛੋਕੜ ਜਿਹੜਾ ਉਹ ਪੰਜਾਬ ਅੱਜ ਵੀ ਆ, ਪਿੱਛੇ ਵੀ ਸੀ, ਉਹਨਾਂ ਦਾ ਗਾਂਹ ਵੀ ਰਹਿਣਾ ਹੈ। ਜੀ ਬਿਲਕੁਲ। ਤੇ ਵਧੀਆ ਗੱਲ ਹੈ ਦੋਸਤੋ ਕਿ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹਿਣਾ, ਇਹ ਸ਼ਾਇਦ ਬਹੁਤ ਵਧੀਆ ਗੱਲ ਹੈਗੀ ਆ। ਚਲੋ NRI ਦੇ ਮਸਲੇ ਆਪਾਂ ਪਹਿਲਾਂ ਗੱਲ ਸ਼ੁਰੂ ਕਰਦੇ ਹਾਂ ਕਿ ਤੁਸੀਂ ਅੰਮ੍ਰਿਤਸਰ ਨੂੰ ਉਹਦੀ ਜਿਹੜੀ ਪ੍ਰਤੀਨਿਧਤਾ ਤੁਸੀਂ ਕਰਦੇ ਹੋ, 3 ਵਾਰ ਦੇ ਤੁਸੀਂ ਉੱਥੋਂ MP ਹੋ, ਤੇ ਸਭ ਤੋਂ ਪਹਿਲੀ ਸਾਡੀ ਗੱਲ ਹੋ ਜਾਂਦੀ ਹੈ ਕਿ ਅਸੀਂ ਫਲਾਈਟ ਲੈਣੀ ਆ। ਅੰਮ੍ਰਿਤਸਰ ਦਾ 에ਅਰਪੋਰਟ ਹਮੇਸ਼ਾ ਹੀ ਇਹ ਇਸ਼ੂ ਵੀ ਬਣਦਾ ਰਿਹਾ ਹੁਣ ਤੱਕ ਕਿ ਉਹਨੂੰ ਜਿਹੜਾ ਆ ਫੁੱਲ ਫਲੈਜ ਸਟਾਰਟ ਨਹੀਂ ਕੀਤਾ ਜਾਂਦਾ। ਫਲਾਈਟਸ ਜਿਹੜੀਆਂ ਆ, ਜੇ ਆਪਾਂ ਇੱਥੇ ਆਸਟ੍ਰੇਲੀਆ ਦੀ ਗੱਲ ਆਪਾਂ ਕਰ ਲਈਏ ਕਿ ਸਾਨੂੰ ਜੇ ਦਿੱਲੀ ਜਾਣਾ ਉੱਥੋਂ ਡੋਮੈਸਟਿਕ ਲੈਣਾ, ਇੱਕ ਖੱਜਲ ਖੁਆਰੀ ਵਾਲਾ ਕੰਮ ਜਿਹੜਾ ਹੋ ਜਾਂਦਾ। ਤੇ ਉਹਦੀਆਂ ਹੁਣ ਤੱਕ ਤੁਹਾਡੀਆਂ ਕਿੱਦਾਂ ਦੀਆਂ ਕੋਸ਼ਿਸ਼ਾਂ ਰਹੀਆਂ ਆ ਕਿ ਜਿਹੜੀਆਂ NRI, ਕਿਉਂਕਿ ਦਿੱਲੀ ਤੋਂ ਤੁਸੀਂ ਦੇਖਿਆ ਵੀ ਸਿਕਿਉਰਿਟੀ ਇਸ਼ੂਜ਼ ਵੀ ਹੁੰਦੇ ਆ। ਪਿੱਛੇ ਜਿਹੇ ਹਰਿਆਣੇ ਦੇ ਵਿੱਚ ਜਦੋਂ ਡਿਸਟਰਬੈਂਸ ਹੋਈ ਆ, ਉਹਦੇ ਵਿੱਚ ਕਾਫੀ NRIs ਨੂੰ ਜਿਹੜਾ ਆ ਕਾਫੀ ਖਾਮਿਆਜਾ ਭੁਗਤਣਾ ਪਿਆ। ਕਿਸਾਨ ਅੰਦੋਲਨ 'ਚ ਜਦੋਂ ਸੜਕ ਬੰਦ ਹੋ ਗਈ, ਉਸ ਵੇਲੇ ਵੀ ਥੋੜ੍ਹਾ ਜਿਹਾ ਘੁੰਮ ਕੇ ਜਾਣਾ ਪਿਆ, ਉਦੋਂ ਵੀ ਕੁਛ ਇੱਦਾਂ ਦੇ ਦੁਖਾਂਤ ਜਿਹੜੇ ਵਾਪਰੇ ਆ। ਤੁਹਾਡੀ ਕਿੱਦਾਂ ਦੀ ਪਹਿਲ ਰਹੀ ਆ ਇਸ ਮਾਮਲੇ 'ਚ? ਦੇਖੋ, ਜਦੋਂ ਤੱਕ ਅੰਮ੍ਰਿਤਸਰ 에ਅਰਪੋਰਟ ਦੀ ਗੱਲ ਹੈ, ਅੰਮ੍ਰਿਤਸਰ ਇਸ ਵੇਲੇ ਫੁੱਲ ਫਲੈਜਡ ਅੰਤਰਰਾਸ਼ਟਰੀ ਪੱਧਰ ਦਾ 에ਅਰਪੋਰਟ ਹੈ ਔਰ ਅੰਤਰਰਾਸ਼ਟਰੀ ਉਡਾਨਾਂ ਉੱਥੇ ਆਉਂਦੀਆਂ ਵੀ ਨੇ ਔਰ ਜਾਂਦੀਆਂ ਵੀ ਨੇ। ਜਿੱਥੋਂ ਤੱਕ ਹਰ ਇੱਕ ਦਾ ਸਵਾਲ ਹੈ, ਹਰ ਕੋਈ ਜਿਹੜਾ ਰਹਿੰਦਾ ਆ ਉਹਦੀ ਮਨ ਹੈ ਕਿ ਬਿਲਕੁਲ ਕਿ ਲੋਚਦਾ ਕਿ ਗੁਰੂ ਮਹਾਰਾਜ ਦੇ ਘਰ ਹਰਿਮੰਦਰ ਸਾਹਿਬ ਨਤਮਸਤਕ ਹੋਣਾ ਹੈ ਜਾਂ ਪੰਜਾਬ ਜਾਣਾ, ਤੇ ਪਹਿਲੋਂ ਆਪਾਂ ਉੱਥੇ ਉਤਰੀਏ। ਜੇ ਬਾਹਰ ਵੀ ਉਤਰਦੇ ਤਾਂ ਪੰਜਾਬ ਤੋਂ ਅੰਮ੍ਰਿਤਸਰ ਤੋਂ ਹੀ ਚੜੀਏ ਤੇ ਨਾਲ ਫਲਾਈਟ ਲੈ ਕੇ ਆ ਜਾਈਏ ਜੀ। ਉਹਦੇ ਵਾਸਤੇ 2017 'ਚ ਜਦੋਂ ਮੈਂ ਬਣਿਆ, ਉਹ 'ਚ ਬੜਾ ਵਿਸਥਾਰਪੂਰਵਕ ਕੰਮ ਕੀਤਾ, ਜਿਹਦਾ ਬਕਾਇਦਾ ਟਾਈਮ ਲਾਈਨ ਹੈ। ਉਸ ਤੋਂ ਪਹਿਲਾਂ ਦੀਆਂ ਫਲਾਈਟ ਨੋਟ ਕਰ ਲਿਓ, ਹੁੰਦੀਆਂ ਕਰ ਲਿਓ। ਸੋ ਪਹਿਲੋਂ ਵੀ ਅੰਤਰਰਾਸ਼ਟਰੀ ਜਿਹੜਾ ਪੱਧਰ ਦਾ 에ਅਰਪੋਰਟ ਬਣਿਆ ਹੈ। ਇਹਦੇ 'ਚ ਵਿਦੇਸ਼ ਦੀਆਂ ਉਡਾਨਾਂ ਅੱਜ ਤੋਂ ਬਹੁਤ ਪੁਰਾਤਨ ਸਮੇਂ ਦੀਆਂ ਵੀ, ਅਫਗਾਨਿਸਤਾਨ ਦੀ ਉਡਾਨ ਇੱਥੋਂ ਹੁੰਦੀ ਸੀ ਔਰ ਟੋਰਾਂਟੋ ਵੀ ਆਉਂਦੀ ਰਹੀ ਹੈ, ਸਿੰਗਾਪੁਰ ਵੀ ਆਉਂਦੀ ਰਹੀ ਹੈ, ਪਰ ਵਿੱਚੋਂ ਜੇ ਜਾ ਕੇ ਬੰਦ ਹੋ ਗਈਆਂ। ਫਿਰ 17 ਤੋਂ ਜਦੋਂ ਮੈਂ ਬਣਿਆ, ਬੜੀ ਅਸੀਂ ਕੋਸ਼ਿਸ਼ ਕੀਤੀ ਔਰ ਸਾਰੀਆਂ ਬਿਲਕੁਲ ਦੁਬਾਰਾ ਚੱਲੀਆਂ ਨੇ। ਔਰ ਇੱਥੇ ਤੱਕ 에ਅਰ ਏਸ਼ੀਆ ਚਲਾਈ, 에ਅਰ ਏਸ਼ੀਆ ਦਾ ਕਨੈਕਸ਼ਨ ਸਿੱਧਾ ਕੀਤਾ ਇੱਥੇ ਦੇ ਨਾਲ, ਤੁਹਾਡੇ ਆਸਟ੍ਰੇਲੀਆ ਦੇ ਨਾਲ ਜੁੜਿਆ 2017 ਤੋਂ। ਤੁਸੀਂ ਚੈੱਕ ਕਰ ਸਕਦੇ, ਜਿੱਥੇ ਜਿੱਥੇ ਵੀ 에ਅਰ ਏਸ਼ੀਆ ਆਉਂਦੀ ਉੱਥੋਂ ਉਡਾਨ ਮਿਲ ਜਾਂਦੀ। ਫਿਰ ਸਕੂਟ ਦਾ ਕਨੈਕਸ਼ਨ ਹੈ ਸਿੰਗਾਪੁਰ 에ਅਰਲਾਈਨ ਦਾ, 에ਅਰ ਮਲੇਸ਼ੀਆ 에ਅਰਲਾਈਨ ਹੁਣ ਉੱਥੇ ਜਾ ਰਹੀ ਹੈ। ਸੋ ਕਨੈਕਸ਼ਨ ਹੈਗੇ ਨੇ ਜੀ। ਹੁਣ ਲੋਕ ਕਈਆਂ ਦਾ ਸਵਾਲ ਹੁੰਦਾ ਵੀ ਸਿੱਧੀ ਉਡਾਨ ਨਹੀਂ ਹੈਗੀ। ਦੇਖੋ, ਸਿੱਧੀ ਉਡਾਨ ਜੇ ਕਿਸੇ ਨੂੰ ਕਮਰਸ਼ੀਅਲ ਵਾਇਬਿਲਿਟੀ ਬਣੂਗੀ ਤਾਂ ਜ਼ਰੂਰ ਲੈ ਕੇ ਜਾਊਗਾ ਜੀ। ਹੁਣ ਜੇ ਕਮਰਸ਼ੀਅਲ ਵਾਇਬਿਲਿਟੀ ਹੁਣ ਇੱਥੋਂ ਜੇ ਤੁਸੀਂ ਫੁੱਲ ਜਹਾਜ਼ ਲੈ ਕੇ ਜਾਓ, ਨਾਲ ਕਾਰਗੋ ਵੀ ਜਹਾਜ਼ ਨੂੰ ਚਾਹੀਦਾ। ਜਹਾਜ਼ ਜਿੰਨੇ 'ਚ ਲੈ ਕੇ ਜਾਣਾ ਉਹਨੇ ਫ੍ਰੀ ਤੇ ਜਾਣਾ ਨਹੀਂ। ਅਸੀਂ 에ਅਰਪੋਰਟ ਤੇ ਉਤਰਨ ਦੀ ਇਜਾਜ਼ਤ ਦੇ ਦਿਆਂਗੇ, ਪਰ ਉਹਨੇ ਤਾਂ ਹੀ ਉਤਰਨਾ ਜੇ ਉਹਦਾ ਆਉਣ ਜਾਣ ਦਾ ਕਿਰਾਇਆ ਪੂਰਾ ਹੋਊਗਾ, ਉਹਦਾ ਪ੍ਰੋਫਿਟ ਹੋਏਗਾ ਜੀ। ਸੋ ਇਹ ਤੁਹਾਨੂੰ ਕਨੈਕਸ਼ਨ ਉਦੋਂ ਤੱਕ ਹੀ ਲੈ ਕੇ ਜਾਣਾ ਪੈਣਾ ਜਦੋਂ ਤੱਕ ਪੂਰਨ ਤੌਰ ਤੇ ਪੈਸੇਂਜਰ ਇਕੱਠੇ ਨਹੀਂ ਹੁੰਦੇ। ਪਰ ਹੁਣ ਇਸ ਵੇਲੇ ਮੈਂ ਆਇਆ ਪਰਥ, ਅੰਮ੍ਰਿਤਸਰ ਤੋਂ ਉਡਾਨ ਭਰੀ ਹੈ, ਤੇ ਜੇ ਚਲੋ ਮਤਲਬ 13 ਘੰਟਿਆਂ 'ਚ ਪਰਥ ਆ ਗਿਆ ਮੈਂ ਜੀ। ਕਿ 11 ਵਜੇ ਉੱਥੋਂ ਉਡਾਨ ਚੱਲੀ ਸੀ, ਅੱਗੇ 7:30 ਉੱਥੇ ਪਹੁੰਚ ਗਈ, ਅੱਧਾ ਪੌਣਾ ਘੰਟਾ ਮੇਰਾ ਰੁਕੇ ਹਾਂ, ਤੇ ਅਗਲੀ ਉਡਾਨ ਲੈ ਕੇ ਮੈਂ ਇੰਡੀਆ ਹਿਸਾਬ ਦੇ ਨਾਲ ਰਾਤ 11 ਵਜੇ ਚੱਲਿਆ ਤੇ 12-1 ਵਜੇ ਮੈਂ ਪਰਥ ਆਪਣੇ ਘਰ ਪਹੁੰਚ ਗਿਆ ਸੀ, ਜਿੱਥੇ ਮੈਂ ਸੱਜਣ ਮਿੱਤਰ ਕੋਲ ਜਾਣਾ ਸੀ ਜੀ। ਸੋ ਉਡਾਨਾਂ ਆਉਣ ਵਾਲੇ ਸਮੇਂ 'ਚ ਹੋਰ ਵਧਾਉਣੀਆਂ ਵੀ ਨੇ। ਇੱਕ ਇਹ ਵੀ ਕਾਰਨ ਸੀ ਕਿ ਇਹ ਬਾਕੀ ਸਾਰੇ ਜਿਹੜੇ 에ਅਰਪੋਰਟ ਨੇ ਲਾਗੇ ਜਿੰਨੇ ਵੀ ਨੇ, ਚਾਹੇ ਦਿੱਲੀ ਗਿਣ ਲਓ, ਚੰਡੀਗੜ੍ਹ ਗਿਣ ਲਓ, ਜਿੰਨੇ ਵੀ ਬਣ ਰਹੇ ਨੇ, ਜੈਪੁਰ ਨੇ, ਸਾਰੇ ਪਬਲਿਕ ਪ੍ਰਾਈਵੇਟ ਸੈਕਟਰ ਤੇ ਪਾਰਟਨਰਸ਼ਿਪ ਨਾਲ ਬਣੇ ਜਾਂ ਪ੍ਰਾਈਵੇਟ ਵੀ ਨੇ। ਸਾਡੇ ਵਾਲਾ ਸਰਕਾਰੀ ਹੈ ਜੀ। ਹੁਣ ਸਰਕਾਰੀ ਦੇ ਵਿੱਚ ਕੰਮ ਕਰਨਾ, ਦੂਜੇ ਤੇ ਕੰਮ ਕਰਨਾ ਬੜਾ ਫਰਕ ਹੈ, ਕਿਉਂਕਿ ਬਿਜ਼ਨਸ ਹਾਊਸ ਉਹਨੂੰ ਚਲਾਉਂਦਾ ਹੈ, ਉੱਥੇ 50 ਤਰ੍ਹਾਂ ਦੀ ਅਪਰੋਚ ਹੋ ਜਾਂਦੀ ਹੈ। ਪਰ ਉਹਦੇ ਬਾਵਜੂਦ ਵੀ ਅਸੀਂ ਤਕਰੀਬਨ ਬਹੁਤ ਵਧੀਆ ਜਿਹੜਾ 에ਅਰਪੋਰਟ ਹੈ, ਇਸ ਵੇਲੇ ਉਹਦੀ ਫੁੱਟਫਾਲ ਵੀ ਬਹੁਤ ਵਧੀਆ ਵਧੀ ਹੈ। ਅੰਤਰਰਾਸ਼ਟਰੀ ਵੀ ਔਰ ਰਾਸ਼ਟਰੀ ਉਡਾਨਾਂ ਵੀ ਉੱਥੋਂ ਬੜੀਆਂ ਵਧੀਆ ਚੱਲ ਰਹੀਆਂ ਨੇ। ਹੁਣ ਜਿਹੜੀਆਂ ਸਿੱਧੀਆਂ ਉਡਾਨਾਂ ਆਉਣ ਦੀ ਗੱਲ, ਹੁਣ ਦੇਖੋ UK ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ, ਮੇਰੇ ਖਿਆਲ ਸਾਡੇ ਕੋਲ 3 ਜਗ੍ਹਾ ਦੀਆਂ ਉਡਾਨਾਂ ਨੇ, ਸਟੈਂਸਟਡ, ਬਰਮਿੰਗਮ ਤੇ ਲੰਡਨ ਹੁਣ ਕਰਾ ਕੇ ਸਟੈਂਸਟਡ ਹੋਈ ਹੈ। ਔਰ ਅਲੱਗ-ਅਲੱਗ ਉੱਥੇ ਫੁੱਲ ਜਹਾਜ਼ ਜਾਂਦੇ ਨੇ, ਫੁੱਲ ਆਉਂਦੇ ਨੇ, ਜਿੱਥੇ ਵਾਇਬਿਲਿਟੀ ਹੈਗੀ ਉੱਥੇ ਜਾ ਰਹੇ ਨੇ।
ਹਾਂ, ਪਰ ਇਹ ਇਦਾਂ ਰਹਿੰਦਾ ਆ ਕਿ ਪੂਰੀ ਉਸ ਤਰੀਕੇ ਦੇ ਨਾਲ ਅਜੇ ਤੱਕ ਨਹੀਂ ਚੱਲ ਪਾਇਆ, ਕਿਉਂਕਿ ਨਤਮਸਤਕ ਹੋਣਾ ਹੁੰਦਾ ਆ ਅੰਮ੍ਰਿਤਸਰ ਜੀ। ਬਿਲਕੁਲ ਠੀਕ। ਹੁਣ ਮੈਂ ਤੁਹਾਨੂੰ ਫਿਰ ਗੱਲ ਦੱਸਦੀ ਹੈ ਵੀ ਜਿੰਨਾ ਚਿਰ ਤੁਸੀਂ ਜੇ ਤੁਸੀਂ ਰਿਸਰਚ ਕਰਕੇ ਜਾਓਗੇ ਤਾਂ ਅੰਮ੍ਰਿਤਸਰ ਤੁਸੀਂ ਇੱਥੋਂ ਜਾ ਸਕਦੇ ਜੀ। ਜੇ ਹੁਣ ਇਹ ਕਹਿਣਾ ਕਿ ਮੈਂ ਜਾਣਾ ਵੀ ਮਤਲਬ ਸਿੱਧਾ ਆ ਤੇ ਜਾਣਾ ਵੀ ਇੰਨੇ ਕੁ ਚਿਰ 'ਚ ਆ, ਤੇ ਵੇਖੋ ਥੋੜਾ ਬਹੁਤਾ ਤੇ ਜੇ ਹੁਣ ਆਪਣੇ ਨਹੀਂ ਸਿੱਧੇ ਹੈਗੇ ਤੇ ਡਾਇਰੈਕਟ ਅੰਮ੍ਰਿਤਸਰ ਉਤਰਨ ਦੇ ਸਾਧਨ ਇੱਥੋਂ ਹੈਗੇ, ਅੱਗੇ ਕੀ ਦਿੱਲੀ ਨਾ ਜਾ ਕੇ ਵੀ ਹੈਗੇ। ਅਗਲੀਆਂ ਕੀ ਪਲੈਨਿੰਗਸ ਹੈਗੀਆਂ ਉਹਨੂੰ ਹੋਰ ਡਿਵੈਲਪ ਕਰਨ? ਅਸੀਂ 에ਅਰਪੋਰਟ ਦਾ ਵਿਸਥਾਰ ਕਰਨ ਜਾ ਰਹੇ ਹਾਂ, ਉਹਦੀ ਅਪਰੂਵਲਾਂ ਵੀ ਹੋਈਆਂ ਨੇ। ਹਾਂਜੀ। ਔਰ ਮੇਰਾ ਖਿਆਲ ਕਿ 2-4 ਸਾਲ ਤੱਕ ਅਸੀਂ ਇਹਦਾ ਪੂਰਨ ਤੌਰ ਤੇ ਵਿਸਥਾਰ ਹੋ ਜਾਏਗਾ। ਫਿਰ ਐਕਸਪ੍ਰੈਸਵੇ ਦਿੱਲੀ ਅੰਮ੍ਰਿਤਸਰ ਕਟੜਾ ਬਣ ਰਿਹਾ, ਜਿਹਨੂੰ ਆਪਾਂ ਪੂਰੇ ਜ਼ੋਰ ਦੇ ਨਾਲ ਮੈਂ ਕਰੋਨਾ ਦੇ ਸਮੇਂ ਦੇ ਵਿੱਚ ਸਾਨੂੰ ਛੱਡ ਗਏ ਸੀ, ਬਾਹਰ ਕਰ ਗਏ ਸੀ, ਅੰਮ੍ਰਿਤਸਰ ਤੱਕ ਅਪਰੂਵਲ ਕਰਾਈ ਹੈ। ਪਰ ਸਰਕਾਰ ਦੀ ਕਮਜ਼ੋਰ ਨੀਤੀ ਕਰਕੇ ਜ਼ਮੀਨ ਅਕਵਾਇਰ ਨਹੀਂ ਹੋਈ। ਸੈਂਟਰ ਗਵਰਨਮੈਂਟ ਨੇ ਤਾਂ ਪੈਸੇ ਦਿੱਤੇ ਨੇ ਪਰ ਜ਼ਮੀਨਾਂ ਅਕਵਾਇਰ ਨਾ ਹੋਣ ਕਰਕੇ ਅੱਜ ਉਹ ਖਨੌਰੀ ਬਾਰਡਰ ਤੱਕ ਚੱਲ ਗਿਆ ਹੈ। ਖਨੌਰੀ ਤੱਕ ਤੁਸੀਂ ਦਿੱਲੀੋਂ ਜਾਓ 2 ਘੰਟੇ ਚਲੇ ਜਾਂਦੇ ਜੀ। ਔਰ ਪੂਰਾ ਉਹੋ ਜਿਹੀ ਰੋਡ ਮੇਰਾ ਖਿਆਲ ਤੁਹਾਡੇ ਇੱਥੇ ਵੀ ਨਹੀਂ ਹੋਣੀ ਜਿੱਡੀ ਵਧੀਆ ਰੋਡ ਉੱਥੇ ਐਕਸਪ੍ਰੈਸਵੇ ਦਿੱਲੀ ਤੋਂ ਬਣਿਆ। ਸੋ ਇਹ ਚੀਜ਼ਾਂ ਅੰਮ੍ਰਿਤਸਰ ਤੱਕ ਪਹੁੰਚ ਜਾਣੀਆਂ ਨੇ, ਰਿੰਗ ਰੋਡ ਬਣਿਆ ਹੈ। ਸੋ ਇਹ ਸਾਡਾ ਵਿਸਥਾਰਪੂਰਵਕ ਤੁਹਾਨੂੰ ਉੱਥੇ ਜਾਣਾ ਆਉਣਾ ਕੋਈ ਏਡੀ ਮੁਸ਼ਕਿਲ ਨਹੀਂ ਹੋਏਗੀ। ਹੁਣ ਬੰਦੇ ਭਾਰਤ ਟ੍ਰੇਨ ਅੰਮ੍ਰਿਤਸਰ ਤੋਂ ਜਾ ਰਹੀ ਹੈ, ਸਪੈਸ਼ਲ ਟ੍ਰੇਨ ਹੋਰ ਅਸੀਂ ਮਤਲਬ ਨਵੀਆਂ ਜਿਹੜੀਆਂ ਟ੍ਰੇਨਸ ਨੇ ਉਹ ਅਸੀਂ ਸਲੀਪਰ ਟ੍ਰੇਨਸ ਵੀ ਅੰਮ੍ਰਿਤਸਰ ਤੋਂ ਦਿੱਲੀ ਤੱਕ ਜਾ ਰਹੀਆਂ ਨੇ। ਹੁਣ ਦਿੱਲੀ ਦੇ 에ਅਰਪੋਰਟ ਸਟੇਸ਼ਨ ਦਾ ਵੀ ਵਿਸਥਾਰ ਹੋ ਰਿਹਾ, ਅੰਮ੍ਰਿਤਸਰ ਦਾ ਵੀ ਵਿਸਥਾਰ ਹੋਣ ਲੱਗਾ। ਹੋਰ ਜਿਹੜੀ ਟਰਾਂਸਪੋਰਟੇਸ਼ਨ ਆ ਉਹ ਈਜ਼ੀ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ, ਬਾਈ ਰੋਡ ਵੀ, ਬਾਈ ਰੇਲ ਵੀ ਔਰ ਬਾਈ ਏਅਰ ਵੀ ਜੀ। ਤੇ ਇੱਕ NRIs ਦਾ ਇਹ ਵੀ ਹੁੰਦਾ ਕਿ ਜਿੱਦਾਂ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਹੁਣ ਵੀ ਬਹੁਤ ਭਗਵੰਤ ਮਾਨ ਸਰਕਾਰ ਕੋਸ਼ਿਸ਼ ਕਰਦੀ ਹੈ ਕਿ NRIs ਜਿੱਦਾਂ ਆਉਂਦੇ ਹੋ ਤੁਸੀਂ ਵੀ ਨਿਵੇਸ਼ ਦੇ ਲਈ ਕਹਿੰਦੇ ਹੋ ਕਿ ਉੱਧਰ ਜਿਹੜੀ ਇਨਵੈਸਟਮੈਂਟ ਆ ਉਹ ਕੀਤੀ ਜਾਵੇ। ਪਰ ਚਲੋ ਇਹਦੇ ਲਈ ਦੋਸ਼ੀ ਜਿਹੜੀ ਸਟੇਟ ਦੀ ਗਵਰਨਮੈਂਟ ਵੀ ਹੈਗੀ ਆ ਕਿ ਜਿਹੜਾ ਗੈਂਗਸਟਰਵਾਦ ਆ ਬਹੁਤ ਜ਼ਿਆਦਾ ਇੱਕ ਸਿਕਿਉਰਿਟੀ ਇਸ਼ੂ ਸੀ ਜਿਹੜਾ ਬਣ ਚੁੱਕਾ। ਐਜ਼ ਏ MP ਤੁਹਾਡੇ ਉਹਦੇ ਲਈ ਕੀ ਕੋਸ਼ਿਸ਼ਾਂ ਰਹੀਆਂ ਆ ਕਿ ਜਿਹੜਾ ਸ਼ਾਂਤਮਈ ਮਾਹੌਲ ਜਿਹੜਾ ਬਣਿਆ ਉੱਥੇ? ਦੇਖੋ 2 ਤਰ੍ਹਾਂ ਦੀ ਗੱਲ ਹੁੰਦੀ ਹੈ। ਇੱਕ ਤੇ ਹੁੰਦਾ ਕਿ ਬੰਦਾ ਆਪਣੇ ਆਪ ਹੀ ਭਾਵੇਂ ਉਹ ਜ਼ਮੀਨ 4 ਕਿੱਲੇ ਮਿਲੇ ਉਹ ਵੀ ਲੈ ਲੈਂਦਾ ਜਾ ਕੇ, ਘਰ ਵੀ ਬਣਾਉਂਦਾ। ਇਹ ਇੱਕ ਤਰ੍ਹਾਂ ਦਾ ਜਿਹੜਾ ਨਿਵੇਸ਼ ਹੈ ਲਗਾਤਾਰ ਜਾਰੀ ਹੈ ਔਰ ਬੰਦੇ ਦੀ ਲੋੜ ਮੁਤਾਬਕ ਬੰਦਾ ਆਪਣਾ ਕਰਦਾ ਹੈ। ਇੱਕ ਜਿਹੜਾ ਤੁਸੀਂ ਕਹਿੰਦੇ ਸਰਕਾਰਾਂ ਕਹਿੰਦੀਆਂ ਆ ਕੇ ਨਿਵੇਸ਼ ਕਰੋ, ਉਹ ਮੇਰਾ ਖਿਆਲ ਹਾਲਾਤ ਅਜੇ ਨਹੀਂ ਬਣੇ ਉੱਥੇ ਨਿਵੇਸ਼ ਕਰਨ ਵਾਲੇ ਜੀ। ਪਿਛਲੇ ਸਮਿਆਂ ਦੀਆਂ ਸਰਕਾਰਾਂ 'ਚ ਵੀ ਨਹੀਂ ਬਣੇ, ਕਿਉਂਕਿ NRI ਮਿਲਣੀਆਂ ਵੀ ਹੁੰਦੀਆਂ ਨੇ, NRI ਨੂੰ ਬੁਲਾਇਆ ਵੀ ਜਾਂਦਾ, ਤਾਂ ਬਾਅਦ 'ਚ ਐਂ ਪਤਾ ਲੱਗਦਾ ਕਿ ਜਿਵੇਂ ਇਹਨਾਂ ਨੂੰ ਬੁਲਾ ਕੇ ਪੁੱਛਿਆ ਜਾਂਦਾ ਵੀ ਕਿੱਥੇ ਕਿੱਥੇ ਜਾਇਦਾਦ ਹੈ, ਫਿਰ ਉਹਨਾਂ ਨੂੰ ਪਰੇਸ਼ਾਨੀ 'ਚ ਪਾ ਕੇ ਉਹ ਜਾਇਦਾਦਾਂ ਸਸਤੀਆਂ ਜਾ ਕੇ ਤੇ ਉੱਥੋਂ ਖਰੀਦ ਕੇ ਤੇ ਫਿਰ ਲੋਕ ਲੈ ਆਉਂਦੇ। ਉਹ ਇੱਕ ਮਾਫੀਆ ਦੀ ਤਰ੍ਹਾਂ ਲੋਕਾਂ ਨੂੰ ਮਹਿਸੂਸ ਹੁੰਦਾ ਕਿ ਸਾਡੇ ਨਾਲ ਤਾਂ ਠੱਗੀ ਹੋ ਗਈ ਹੈ। ਹੁਣ ਜਿਹੜੇ ਹਾਲਾਤ ਪੈਦਾ ਹੋਏ ਨੇ, ਹੁਣ ਬਿਲਕੁਲ ਜਿੱਦਾਂ 84 ਵੇਲੇ ਅੱਤਵਾਦ ਦੇ ਸਮੇਂ 'ਚ ਸੀ ਨਾ, ਵੀ ਕੋਈ ਬੰਦਾ ਵੀ ਜਿਹੜਾ ਸੀ ਉਹਨੂੰ 84 ਤੋਂ ਬਾਅਦ ਕੋਈ ਘਰ ਵੀ ਬਣਾਇਆ, ਇੱਟਾਂ ਲਾ ਲਈਆਂ ਤਾਂ ਵੀ ਚਿੱਠੀ ਆ ਗਈ, ਕੋਈ ਸਾਈਕਲ ਲੈ ਲਿਆ, ਕਿਸੇ ਨੇ ਸਕੂਟਰ ਲੈ ਲਿਆ ਤਾਂ ਵੀ ਚਿੱਠੀ ਆ ਗਈ। ਮਤਲਬ ਉਹ ਚਿੱਠੀ ਆਉਂਦੀ ਸੀ ਉਦੋਂ, ਹੁਣ ਗੈਂਗਸਟਰ ਦੀਆਂ ਕਾਲਾਂ ਆ ਜਾਂਦੀਆਂ। ਔਰ ਇਸ ਵੇਲੇ ਏਡੇ ਮਾੜੇ ਹਾਲਾਤ ਬਣੇ ਪਏ। ਅੱਗੇ ਹੁੰਦਾ ਸੀ ਵੀ ਕਿਸੇ ਨੂੰ ਆਉਂਦਾ ਸੀ ਫਰੋਤੀ ਜਿਹੜਾ ਕੋਈ ਬਹੁਤ ਸਰਮਾਏਦਾਰ ਸੀ, ਹੁਣ ਤਾਂ ਛੋਟੇ ਛੋਟੇ ਦੁਕਾਨਦਾਰਾਂ ਤੋਂ ਫਰੋਤੀ ਲਈ ਜਾਂਦੀ ਹੈ। ਕਿਸਾਨਾਂ ਤੋਂ ਜਿਹੜਾ ਫਾਰਮਰ ਦੇ ਪਿੰਡਾਂ 'ਚ ਬੈਠਾ, ਜੇ ਕਿਸੇ ਟਰੈਕਟਰ ਲੈ ਲਿਆ ਤਾਂ ਫਰੋਤੀ, ਟਰਾਲੀ ਨਵੀਂ ਲੈ ਆਵੇ ਤਾਂ ਫਰੋਤੀ, ਮਤਲਬ ਜੇ ਕਿਸੇ ਨੇ ਵਿਆਹ ਰੱਖ ਲਿਆ ਤਾਂ ਫਰੋਤੀ, ਜ਼ਮੀਨ ਵੇਚ ਲਈ, ਲੈ ਲਈ। ਮਤਲਬ ਇੰਨੀ ਪਰੇਸ਼ਾਨੀ ਦਾ ਕਾਰਨ ਲਾਅ ਐਂਡ ਆਰਡਰ ਬਣਿਆ ਪਿਆ। ਤੇ ਸੋ ਇਹੋ ਜਿਹੇ ਸਮੇਂ ਤੇ ਨਿਵੇਸ਼ ਮਤਲਬ ਜੇ ਕੋਈ ਪੋਲੀਟੀਕਲ ਬੰਦਾ ਲੈਣ ਆਉਂਦਾ ਵੀ ਹੈ ਉਹਦੀ ਗਲਤੀ ਆ। ਇਹੋ ਜਿਹੇ ਸਮੇਂ ਤੇ ਪਹਿਲਾਂ ਨਿਵੇਸ਼ ਕਰਨ ਵਾਸਤੇ ਹਾਲਾਤ ਤੇ ਪੈਦਾ ਕਰੋ, ਫਿਰ ਉਸ ਤੋਂ ਬਾਅਦ ਜਿਹੜੀਆਂ ਜੇ ਕੋਈ ਪ੍ਰੋਜੈਕਟ ਲੱਗਣੇ ਨੇ ਸਰਕਾਰ ਦੀਆਂ, ਚਾਹੇ ਜਿੰਨਾ ਮਰਜ਼ੀ ਡਿੰਗਾ ਮਾਰਦੇ, ਪਿਛਲੇ ਸਮੇਂ 'ਚ ਇਹਦਾ ਨੁਕਸਾਨ ਇਹ ਰਿਹਾ ਕਿ ਸੁਹਿਰਦਤਾ ਦੇ ਨਾਲ ਉਹ ਚੀਜ਼ਾਂ ਦਿੱਤੀਆਂ ਨਹੀਂ, NOCਆਂ ਨਹੀਂ ਕਲੀਅਰ ਹੁੰਦੀਆਂ, ਕਈ ਮੁਸ਼ਕਲਾਂ ਨੇ ਜਿਹੜੀਆਂ ਉਹ ਕਹਿ ਦਿੰਦੇ ਆ, ਆਖਣ ਨੂੰ ਸੁਣਨ ਨੂੰ ਵਧੀਆ ਲੱਗਦੀਆਂ ਨੇ, ਪ੍ਰੈਕਟੀਕਲ ਨਹੀਂ ਹੈਗੀਆਂ। ਜਦੋਂ ਪ੍ਰੈਕਟੀਕਲ ਜਿੰਨਾ ਚਿਰ ਨਹੀਂ ਹੈਗਾ ਨਿਵੇਸ਼ ਕੌਣ ਕਰੇਗਾ ਜੀ? ਜਿੰਨਾ ਮਰਜ਼ੀ ਜੋ ਮਰਜ਼ੀ ਮਤਲਬ ਇਸ਼ਤਿਹਾਰ ਦੇਈ ਜਾਣ ਕੇ ਨਿਵੇਸ਼ ਕਰ ਦੋ, ਨਿਵੇਸ਼ ਆ ਜਾਊਗਾ। 4.5 ਸਾਲ 5 ਸਾਲ ਹੋ ਚੱਲੇ, ਇਸ ਸਰਕਾਰ 'ਚ ਕੋਈ ਨਿਵੇਸ਼ ਗਿਆ ਨਹੀਂ ਜਾਂਦਾ ਕੋਈ। ਈਵਨ ਕਿ ਨਿਵੇਸ਼ ਬਾਹਰ ਗਿਆ ਪੰਜਾਬ ਤੋਂ, ਜਿਹੜੇ ਉੱਥੇ ਫੈਕਟਰੀਆਂ ਲਾ ਕੇ ਬੈਠੇ ਨੇ ਜਾਂ ਕੋਈ ਉੱਥੇ ਪ੍ਰੋਜੈਕਟ ਕਰਕੇ ਬੈਠੇ ਨੇ, ਉਹ ਉੱਥੋਂ ਮੂਵ ਕਰ ਰਹੇ ਨੇ। ਹਾਂ, ਉਹਦੇ ਵਿੱਚ ਕੁਛ ਜਿਹੜੇ ਬਿਲਕੁਲ ਦਿਲੋਂ ਪਿਆਰ ਕਰਨ ਵਾਲੇ ਜਾਂ ਜਿਨ੍ਹਾਂ ਬੰਦਿਆਂ ਨੂੰ ਕੋਈ ਮਤਲਬ ਇੱਕ ਲਗਨ ਹੁੰਦੀ ਹੈ, ਉਹ ਜ਼ਰੂਰ ਮਤਲਬ ਥੋੜ੍ਹਾ ਬਹੁਤਾ ਨਿਵੇਸ਼ ਉੱਥੇ ਕਰਦੇ ਨੇ। ਬਾਕੀ ਜਿਹੜੀ ਤੁਸੀਂ ਕਹਿੰਦੇ ਅਸੀਂ ਲੋਕ ਨਿਵੇਸ਼ ਲੈਣ ਲਈ ਆਏ ਹਾਂ, ਮੈਂ ਬਿਲਕੁਲ ਇਹਦੇ ਵਾਸਤੇ ਨਹੀਂ ਆਇਆ। ਜਿੰਨਾ ਚਿਰ ਅਸੀਂ ਧਰਤੀ ਤਿਆਰ ਕਰਕੇ ਨਹੀਂ ਦਿੰਦੇ, ਤੁਹਾਨੂੰ ਮਤਲਬ ਵੈਲਕਮਿੰਗ ਮਾਹੌਲ ਨਹੀਂ ਮਿਲਦਾ, ਲਾਅ ਐਂਡ ਆਰਡਰ ਠੀਕ ਨਹੀਂ ਹੁੰਦਾ, ਮੈਂ ਕਦੀ ਵੀ ਇਹਦੇ ਹੱਕ 'ਚ ਨਹੀਂ ਵੀ ਕੋਈ ਬੰਦਾ ਉੱਥੇ ਪੈਸੇ ਲਾਵੇ ਤੇ ਆਪਣਾ ਨੁਕਸਾਨ ਕਰਾਵੇ। ਜੀ।
ਤੇ ਇਹਦੇ ਲਈ ਤੁਹਾਡਾ ਸੁਝਾਅ ਕੀ ਆ, ਕਿਉਂਕਿ ਤੁਹਾਡੀ ਜਿਹੜੀ ਪਾਰਟੀ ਆ ਉਹ ਵਿਰੋਧੀ ਧਿਰ ਦੇ ਵਿੱਚ ਹੈਗੀ ਆ, ਵਿਰੋਧੀ ਧਿਰ ਜਿਹੜੀ ਆ ਉਹ ਇੱਕ ਬੜੀ ਅਹਿਮ ਭੂਮਿਕਾ ਜਿਹੜੀ ਨਿਭਾਉਂਦੀ ਆ ਕਿ ਸਰਕਾਰ ਦੀ ਇਹਦੇ ਵਿੱਚ ਆਪਾਂ ਨਲਾਇਕੀ ਮੰਨ ਲੈਂਦੇ ਆ ਕਿ ਜਿਹੜੀ ਪੁਲਿਸ ਤੰਤਰ ਆ ਉਹਨਾਂ ਦੇ ਅੰਡਰ ਹੈਗਾ ਆ। ਕਿੱਦਾਂ ਦੇ ਸੁਝਾਅ ਹੈਗੇ ਆ ਵਿਰੋਧੀ ਧਿਰ ਦੇ ਤੌਰ ਤੇ? ਦੇਖੋ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਜਾਂ ਬਾਕੀ ਲੀਡਰ ਵੀ ਨੇ, ਬਹੁਤ ਵਧੀਆ ਤਰੀਕੇ ਨਾਲ ਆਪਣੀ ਗੱਲ ਰੱਖਦੇ ਆ ਜੀ। ਗੱਲ ਹੁਣ ਨਾ ਇੱਕ ਦਲਜੀਤ ਜੀ ਇਹ ਹੋਇਆ ਕਿ ਪਿਛਲੇ ਸਮੇਂ ਦੇ ਜਿਹੜਾ ਵੀ ਮੁੱਖ ਮੰਤਰੀ ਬਣਦਾ ਉਹ ਇੱਕ ਬਣਦਾ ਤੇ ਲੋਕਤੰਤਰ ਤਰੀਕੇ ਨਾਲ ਹੈ ਜੀ, ਪਰ ਉਹ ਤਾਨਾਸ਼ਾਹ ਦਿਖਦਾ ਹੈ, ਉਹ ਫਿਰ ਆਪਣੀ ਮਤਲਬ ਪੁਗਾਉਂਦਾ ਆ। ਹੁਣ ਵਿਰੋਧੀ ਧਿਰ ਹੈ, ਵੇਖੋ ਬੇਸਿਕਲੀ ਤੇ ਜੇ ਤੁਸੀਂ ਦੇਸ਼ ਨੂੰ ਜਾਂ ਰਾਜ ਨੂੰ ਠੀਕ ਚਲਾਉਣਾ ਹੈ, ਤੁਹਾਨੂੰ ਵਿਰੋਧੀ ਧਿਰ ਨੂੰ ਇੱਕ ਸ਼ੀਸ਼ੇ ਦੀ ਤਰ੍ਹਾਂ ਵੇਖਣਾ ਪਊਗਾ ਵੀ ਉਹਦੇ ਵਿੱਚ ਮੈਂ ਚਿਹਰਾ ਵੇਖਾਂ ਕਿ ਮੇਰਾ ਕੀ ਹਾਲਾਤ ਹੈ। ਮੁੱਦੇ ਹਮੇਸ਼ਾ ਵਿਰੋਧੀ ਧਿਰ ਰੱਖਦੀ ਹੈ, ਕਿਉਂਕਿ ਜਿਹੜੀ ਸੱਤਾ ਧਿਰ ਹੁੰਦੀ ਹੈ ਉਹਦਾ ਕੋਈ ਵੀ ਐਮਐਲਏ ਆਪਣੀ ਸਰਕਾਰ ਦੇ ਵਿਰੁੱਧ ਨਹੀਂ ਬੋਲ ਸਕਦਾ ਜਾਂ ਮੁੱਦੇ ਨਹੀਂ ਰੱਖ ਸਕਦਾ। ਜੋ ਰੱਖੂਗਾ ਉਹ ਕਹਿਣਗੇ ਬਗਾਵਤ ਕਰਦਾ, ਜਦ ਕਿ ਇਹ ਹੁੰਦਾ ਨਹੀਂਗਾ। ਬਗਾਵਤ ਨਹੀਂ ਮੰਨਣੀ ਚਾਹੀਦੀ, ਉਹਦੀ ਗੱਲ ਨੂੰ ਸਹਿਰਦਤਾ ਦੇ ਨਾਲ ਲੈ ਕੇ ਉਹਦੇ ਤੇ ਵਿਚਾਰ ਕਰਨਾ ਚਾਹੀਦਾ। ਜਿਹੜੀ ਬਿਊਰੋਕ੍ਰੇਸੀ ਹੈ ਉਹ ਬਹੁਤ ਹੈਵੀ ਹੋ ਗਈ, ਇੰਨੀ ਹੈਵੀ ਹੋ ਗਈ ਹੈ ਕਿ ਉਹ ਸਰਕਾਰਾਂ ਨੂੰ ਹੁਣ ਦਿਸ਼ਾ ਉਹ ਦਿੰਦੀਆਂ ਨੇ ਔਰ ਉਸੇ ਦਿਸ਼ਾ ਦੇ ਨਾਲ ਉਹ ਮਤਲਬ, ਕਿਉਂਕਿ ਸਭ ਤੋਂ ਵੱਡੀ ਕਰਪਸ਼ਨ ਜਿਹੜੀ ਜੇ ਅੱਜ ਤੁਸੀਂ ਇੰਡੀਆ ਲੈਵਲ ਤੇ ਵੀ ਲਾਓਗੇ ਤਾਂ ਬਿਊਰੋਕਰੇਟ ਕਰਪਟ ਹੈ ਜ਼ਿਆਦਾ। ਔਰ ਉਹਨੂੰ ਨੋ ਡਾਊਟ ਕਿ ਸਰਕਾਰ 5 ਸਾਲਾਂ ਤੇ ਹੁੰਦੀ ਹੈ, 5 ਸਾਲ ਫਿਰ ਪ੍ਰੋਟੈਕਸ਼ਨ ਉਹਨੂੰ ਪੋਲੀਟੀਕਲ ਬੰਦਾ ਦੇ ਦਿੰਦਾ, ਤੇ ਜਦ ਕਿ ਸਵਾਲ ਹਮੇਸ਼ਾ ਪੋਲੀਟੀਕਲ ਬੰਦੇ ਤੇ ਆਉਂਦੇ ਆ। ਉਹਨਾਂ ਤੇ ਸਵਾਲ ਕਦੀ ਨਹੀਂ ਆਇਆ ਕਿ ਤੁਸੀਂ ਮਤਲਬ 58 ਸਾਲ ਤੱਕ ਰਹੇ ਜੇ, ਜਾਂ ਤੁਸੀਂ IAS ਰਹੇ ਜੇ, ਜਾਂ IPS ਰਹੇ, ਜਾਂ ਡਾਇਰੈਕਟਰ ਜੇ, ਜਾਂ XCN SDO, ਵੀ ਤੁਸੀਂ ਆਪਣੇ ਰਹਿੰਦੇ ਸਮੇਂ SSP ਰਹੇ, ਕਮਿਸ਼ਨਰ ਰਹੇ, ਤੁਸੀਂ ਕੀ ਕੀਤਾ। ਅੱਜ ਮੈਨੂੰ ਬੜਾ ਮਤਲਬ ਅਜੀਬ ਜਿਹਾ ਲੱਗਦਾ ਕਿ ਰਿਟਾਇਰਡ ਹੋਏ IAS ਹੁਣ ਅਕਲ ਦੇ ਰਹੇ ਨੇ ਆ ਕੇ ਬਹਿ ਕੇ ਚੈਨਲਾਂ ਤੇ, ਜਦੋਂ ਆਪਣੇ ਸਮੇਂ ਸੀ ਬਹੁਤ ਉਹ ਵੀ IAS ਨੇ ਜਿਹੜੇ ਅਰਬਾਂ ਪੱਤੀ ਕਰਪਸ਼ਨ ਦੇ ਨਾਲ ਹੋਏ ਆ, ਤੇ ਅੱਜ ਉਹ ਬੜਾ ਮੌਕਟਾ ਪਾ ਕੇ ਬਹਿ ਜਾਂਦੇ ਚੈਨਲ ਤੇ ਆ ਕੇ, ਇਦਾਂ ਦਾ ਸਮਾਜ ਹੋਣਾ ਚਾਹੀਦਾ, ਇਦਾਂ ਦਾ ਹੋਣਾ ਚਾਹੀਦਾ। ਉਹਨਾਂ ਨੂੰ ਪੁੱਛਿਆ ਜਾਵੇ, ਇਹਨਾਂ ਨੂੰ ਖਿਲਾਰਿਆ ਜਾਵੇ ਕਟਹਿਰੇ 'ਚ ਕਿਤੇ ਵੀ ਤੁਸੀਂ ਕੀ ਕੀਤਾ, ਤੁਸੀਂ ਰਹੇ ਜੇ, ਤੁਸੀਂ ਕੀ ਕਰਦੇ ਰਹੇ ਜੇ। ਉਹ ਵੀ ਪੋਲੀਟੀਕਲ ਬੰਦੇ ਨੂੰ ਕਹਿੰਦੇ ਕਿ ਇੱਥੇ ਫਲਾਣਾ ਬੰਦਾ ਮਾੜਾ ਸੀ, ਫਲਾਣਾ ਮਾੜਾ ਸੀ। ਪਰ ਸਭ ਤੋਂ ਵੱਧ ਕਰਪਸ਼ਨ ਜੀ ਹੋਈ ਹੈ ਤੇ ਬਿਊਰੋਕ੍ਰੇਸੀ ਲੈਵਲ ਤੇ ਕੀਤੀ ਆ। ਪੋਲੀਟੀਕਲ ਬੰਦਿਆਂ 2-4 ਪਰਿਵਾਰ, ਜਿੱਦਾਂ ਬਾਦਲ ਪਰਿਵਾਰ ਹੈ, ਏਡੇ ਵੱਡੇ ਪਰਿਵਾਰਾਂ ਨੇ ਕਿਤੇ ਵੱਡਾ ਕੰਮ ਕਰ ਗਏ, ਮੋਸਟਲੀ ਕਰਪਟ ਜਿਹੜੀ ਆ ਸਿਸਟਮ ਉੱਥੇ ਆ। ਸੋ ਜਿਹੜੀ ਤੁਸੀਂ ਗੱਲ ਕੀਤੀ ਕਿ ਵਿਰੋਧੀ ਧਿਰ ਜਦੋਂ ਗੱਲ ਉਠਾਉਂਦੀ ਹੈ ਤਾਂ ਉੱਥੇ ਇਹ ਦੱਸਿਆ ਜਾਂਦਾ ਕਿ ਨਹੀਂ ਜੀ ਇਹ ਤੇ ਤੁਹਾਨੂੰ ਬਦਨਾਮ ਕਰਦੇ। ਹੁਣ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕੀਤੀ ਹੈ, ਅਸੀਂ ਕੀ ਬਦਨਾਮ ਕਰਨਾ, ਉਹ ਤੇ ਪਿੰਡ ਦਾ ਮਸਲਾ ਬਣਿਆ ਪਿਆ ਜੀ, ਘਰ ਦਾ ਮਸਲਾ ਬਣਿਆ ਪਿਆ। ਡਰੱਗਸ ਆ ਉਹ ਮਹੱਲਿਆਂ ਦਾ ਮਸਲਾ ਬਣਿਆ ਪਿਆ, ਘਰ ਦਾ ਮਸਲਾ। ਗੰਦੇ ਪਾਣੀ ਆ ਉਹ ਹਰ ਸਾਰੇ ਸ਼ਹਿਰ ਦਾ ਮਸਲਾ ਬਣਿਆ ਪਿਆ। ਕੈਂਸਰ ਵੱਧ ਰਹੀ ਆ ਉਹ ਸਾਰੇ ਸਮਾਜ ਦਾ ਮਸਲਾ ਬਣਿਆ ਪਿਆ। ਮਿਲਾਵਟੀ ਚੀਜ਼ਾਂ ਮਿਲ ਰਹੀਆਂ ਸਾਰੇ ਸਮਾਜ ਦਾ ਮਸਲਾ। ਅਸੀਂ ਤਾਂ ਕੋਈ ਨਹੀਂ ਕਹਿ ਰਹੇ, ਪਰ ਵਿਰੋਧੀ ਧਿਰ ਆਪਣੀ ਭੂਮਿਕਾ ਨਿਭਾਉਂਦੀ, ਦੱਸਦੀ ਹੈ ਤੁਹਾਨੂੰ ਕਿ ਇਹਨਾਂ ਨੇ ਚੀਜ਼ਾਂ ਤੇ ਗੌਰ ਕਰੋ। ਤੇ ਉਹ ਅਗਲੇ ਬੰਨਿਓਂ ਉਲਟਾ ਕੋਈ ਨਾ ਕੋਈ ਗਲਤ ਜਗ੍ਹਾ ਮਤਲਬ ਤੰਜ ਕਰਕੇ ਜਾਂ ਕਰੈਕਟਰ ਅਸੈਸੀਨੇਟ ਕਰਕੇ ਤੁਸੀਂ ਧਿਆਨ ਦੂਜੇ ਬੰਨੇ ਖੜਦੇ ਜੇ। ਜਦ ਕਿ ਮਸਲਿਆਂ ਦਾ ਹੱਲ ਉਦੋਂ ਹੀ ਸਿਰਤਾ ਨਾ ਹੋਣਾ ਜਿੰਨਾ ਚਿਰ ਵਿਰੋਧੀ ਧਿਰ ਨੂੰ ਤੁਸੀਂ ਨਹੀਂ ਸੁਣੋਗੇ। ਮਸਲੇ ਉਠਾਉਣਾ ਉਹ ਬਹੁਤ ਵਧੀਆ ਤਰੀਕੇ ਨਾਲ ਉਠਾਏ ਜਾ ਰਹੇ, ਪਰ ਉਹਨਾਂ ਦਾ ਹੱਲ ਤੇ ਸਰਕਾਰ ਨੇ ਕਰਨਾ ਨਾ ਜੀ। ਸਰਕਾਰ ਸਵੇਰਦੇ ਨਹੀਂ ਗਈ, ਉਹ ਉਲਟ ਪੁਰਾਣੀ ਗੱਲ ਲੈ ਜਾਂਦੇ, ਤੁਹਾਡੇ ਸਮੇਂ ਆ ਹੋਇਆ ਸੀ ਭਾਈ, ਹੋਇਆ ਸੀ ਤਾਂ ਹੀ ਤੁਸੀਂ ਜਿੱਤੇ। ਜੇ ਅਸੀਂ ਗਲਤੀ ਕੀਤੀ ਜਾਂ ਕਿਸੇ ਨੇ ਗਲਤੀ ਕੀਤੀ, ਤੁਹਾਨੂੰ ਮੌਕਾ ਦਿੱਤਾ। ਜਿਹੜਾ ਪ੍ਰੈਜੈਂਟ ਖੜਾ ਵਾ ਉਹ ਆਪਣੀ ਜ਼ਿੰਮੇਵਾਰੀ ਨਹੀਂ ਲੈਂਦਾ, ਉਹ ਪਿਛਾਂ 20 ਸਾਲ 30 ਸਾਲ ਲੈ ਜਾਂਦਾ ਵੀ ਤੂੰ ਕੀ ਕੀਤਾ ਸੀ। ਸੋ ਜਿੰਨਾ ਚਿਰ ਮੁੱਖ ਮੰਤਰੀ ਸਾਹਿਬ ਕੋਈ ਵੀ ਜਿਹੜੇ ਜਾਂ ਬਣੇ ਨੇ ਜਾਂ ਰਹੇ ਨੇ, ਸਹਿਰਤਾ ਨਾਲ ਪੰਜਾਬ ਲਈ ਕੰਮ ਨਹੀਂ ਕਰੂਗਾ ਬੰਦਾ, ਵਿਰੋਧੀ ਧਿਰ ਨੂੰ ਨਹੀਂ ਸੁਣੂਗਾ, ਪੰਜਾਬ ਦੇ ਹਾਲਾਤ ਠੀਕ ਨਹੀਂ ਹੋ ਸਕਦੇ। ਜੋ ਮਰਜ਼ੀ ਹੋਵੇ, ਉਹ ਤਾਂ ਤਾਨਾਸ਼ਾਹੀ ਹੈ ਨਾ ਜੀ। ਤੇ ਤਾਨਾਸ਼ਾਹੀ 'ਚ ਹਮੇਸ਼ਾ ਪਬਲਿਕ ਦਾ ਨੁਕਸਾਨ ਹੋਇਆ, ਪਬਲਿਕ ਨੂੰ ਫਾਇਦਾ ਨਹੀਂ ਹੁੰਦਾ। ਬਿਲਕੁਲ ਇਹ ਅਨਐਲਾਨੀ ਤਾਨਾਸ਼ਾਹੀ ਪੰਜਾਬ 'ਚ ਪਿਛਲੇ ਲੰਬੇ ਸਮੇਂ ਤੋਂ ਰਹੀ ਆ। ਪਹਿਲਾਂ ਬਾਦਲ ਸਾਹਿਬ ਸਨ, 25 ਸਾਲ ਉਹ ਰਹੇ, ਤਾਨਾਸ਼ਾਹੀ ਉਹਨਾਂ ਦੀ ਰਹੀ। ਕੈਪਟਨ ਸਾਹਿਬ 2 ਵਾਰੀ ਬਣੇ, ਤਾਨਾਸ਼ਾਹੀ ਰਹੀ। ਮਾਨ ਸਾਹਿਬ ਨੂੰ ਬਣਾਤਾ, ਤਾਨਾਸ਼ਾਹੀ ਰਹੀ। ਹੁਣ ਦੇਖੋ ਕੈਪਟਨ ਸਾਹਿਬ ਜਦੋਂ ਉਤਰੇ, ਚੰਨੀ ਸਾਹਿਬ ਨੂੰ 6 ਮਹੀਨੇ ਟਾਈਮ ਮਿਲਿਆ ਨਾ, ਉਹਨਾਂ ਚੰਗੇ ਕੰਮ ਕੀਤੇ ਆ ਨਾ, ਕੋਸ਼ਿਸ਼ ਕੀਤੀ ਹੈ ਨਾ। ਇਹਦਾ ਮਤਲਬ ਉਹ ਜੇ ਵੈਸੇ ਚੰਨੀ ਦੇ ਨਾਂ ਨੂੰ ਤੁਸੀਂ ਪਹਿਲਾਂ ਕਹੋ ਤੇ ਚੰਨੀ ਨੂੰ ਕੋਈ ਪਛਾਣਦਾ ਹੀ ਨਹੀਂ ਸੀ। ਪਾਰਟੀਆਂ ਦਾ ਪੋਲੀਟੀਕਲ ਜਿਹੜਾ ਕਨਸਟੀਟਿਊਸ਼ਨ ਹੈ ਉਹ ਡੈਮੋਕ੍ਰੈਟਿਕ ਹੈ। ਪਾਰਟੀਆਂ ਦਾ ਵੀ, ਸਾਡੇ ਸੰਵਿਧਾਨ ਵੀ ਸਾਨੂੰ ਡੈਮੋਕ੍ਰੇਸੀ ਨਾਲ ਚੱਲਣ ਨੂੰ ਕਹਿੰਦਾ ਹੈ। ਪਰ ਸਾਡੀ ਕਿਤੇ ਨਾ ਕਿਤੇ ਇਹ ਗੱਲ ਰਹੀ ਵੀ ਅਸੀਂ ਪੁੱਛਦੇ ਬੰਦਾ ਕਿਹੜਾ ਅੱਗੇ ਤੁਹਾਡਾ, ਜਦ ਕਿ ਪੁੱਛਣਾ ਇਹ ਚਾਹੀਦਾ ਕਿ ਪਾਰਟੀ ਕਿਹੜੀ। ਜਿੱਦਾਂ ਹੁਣ ਤੁਸੀਂ ਇਹਨਾਂ ਮੁਲਕਾਂ ਦੀ ਗੱਲ ਕਰਦੇ ਜਿੱਥੇ ਇੱਥੇ ਪਾਰਟੀ ਨੂੰ ਉਹਦੀਆਂ ਨੀਤੀਆਂ ਨੂੰ ਤਰਜੀਹ ਦਿੱਤੀ ਜਾਂਦੀ, ਕਿਉਂਕਿ ਇੱਕ ਬੰਦੇ ਨੂੰ ਦਿਓਗੇ ਤਾਕਤ, ਉਹ ਤੇ ਫਿਰ ਤੁਹਾਡੇ ਆਖੇ ਤੋਂ ਬਾਹਰ ਹੋਊਗਾ। ਕੋਈ ਤਾਨਾਸ਼ਾਹੀ ਆ ਗਈ ਨਾ। ਹਰ ਪਾਰਟੀ ਜਦੋਂ ਕੋਈ ਇਹ ਚੀਜ਼ ਸਥਾਪਿਤ ਹੁੰਦੀ ਆ, ਉਹਦਾ ਨੁਕਸਾਨ ਐਂਡ ਤੇ ਜਾ ਕੇ ਥੱਲੇ ਜਿਹੜੀ ਰਾਜਾਂ ਦੇ ਵਿੱਚ ਭੁਗਤਣਾ ਪੈਂਦਾ। ਘੱਟੋ ਘੱਟ ਰਾਜ ਜਿਹੜੇ ਨੇ ਉਹ ਡੈਮੋਕ੍ਰੈਟਿਕ ਵੇ ਦੇ ਨਾਲ ਬਣ ਤੇ ਤਦ ਜਾ ਕੇ ਇਹ ਕੰਟਰੋਲ ਹੋ ਸਕਦਾ ਹੈ। ਸੋ ਜਿਹੜਾ ਵਿਰੋਧੀ ਧਿਰ ਆ, ਅਸੀਂ ਬਿਲਕੁਲ ਪਹਿਲਾਂ ਵੀ ਮੁੱਦੇ ਉਠਾਏ ਆ,
ਗਾਂ ਵੀ ਉਠਾਉਂਦੇ ਰਵਾਂਗੇ ਜੀ। ਤੇ ਦੋ ਗੱਲਾਂ ਵਧੀਆ ਇਹ ਲੱਗੀਆਂ ਦੋਸਤੋ, ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਅਸੀਂ ਇਹ ਲੋਕਾਂ ਦਾ ਇਹ ਹੁੰਦਾ ਰੁਝਾਨ ਕਿ ਅਸੀਂ ਲੀਡਰ ਸਿੱਧਾ ਫੜ ਲੈਂਦੇ ਆ, ਉਹਨੂੰ ਸਵਾਲ ਪੁੱਛਦੇ ਆ ਅਸੀਂ, ਜਾਂ ਇੱਕ ਕਹਿ ਲਓ ਕਿ ਡਰ, ਜਾਂ ਇੱਕ ਉਹ ਜਿਹੜਾ ਅੰਗਰੇਜ਼ ਸਾਨੂੰ ਸਿਸਟਮ ਦੇ ਗਏ ਆ ਵੀ ਵੱਡੇ ਅਫਸਰ ਗੋਰੇ ਹੁੰਦੇ ਸੀ ਉਹਨਾਂ ਤੋਂ ਡਰ ਕੇ ਰਹਿਣਾ ਆ, ਲੀਡਰ ਨੂੰ ਸਵਾਲ ਹੋਣੇ ਸ਼ੁਰੂ ਹੋ ਗਏ। ਜਿੱਦਾਂ ਤੁਸੀਂ ਬਿਊਰੋਕਰੇਟਸ ਦੀ ਗੱਲ ਕੀਤੀ ਆ ਕਿ ਬਿਊਰੋਕਰੇਟਸ ਨੂੰ ਅਜੇ ਸਵਾਲ ਕਰਨੇ ਸ਼ੁਰੂ ਹੋਏ ਆ, ਪਰ ਅਜੇ ਉਹਨਾਂ ਮਾਮਲਾ ਹੋਇਆ ਨਹੀਂ। ਮੂੰਹ ਤੇ ਦਲੀਜ ਨਹੀਂ ਟੱਪਦਾ ਕੋਈ ਪੱਤਰਕਾਰ ਜਿੱਡਾ ਮਰਜ਼ੀ ਵੱਡਾ ਆ ਜੀ, ਉਹਨੇ ਕਦੀ ਐਸਐਸਪੀ ਕਮਿਸ਼ਨਰ ਮੌਜੂਦਾ ਬਿਠਾਇਆ ਵੀ ਤੇਰੇ ਇਲਾਕੇ ਡਰੱਗ ਵਿਕਦਾ? ਕਦੀ ਨਹੀਂ ਬਿਠਾਉਣਗੇ। ਕਿ ਡੀਜੀਪੀ ਦੀ ਇੰਟਰਵਿਊ ਕੀਤੀ ਵੀ ਤੇਰੇ ਡਰੱਗ ਵਿਕਦਾ ਹੈ? ਨਾ, ਮੈਨੂੰ ਲੱਗਦਾ ਉਹ ਇੰਟਰਵਿਊ ਦਿੰਦੇ ਵੀ ਨਹੀਂ ਹੋਣੇ। ਦਿੰਦੇ ਫਿਰ ਸਾਡੇ ਕੋਲ ਸਵਾਲ ਕਾਹਦਾ? ਹਾਂਜੀ, ਅਸੀਂ ਤੇ ਕਨਸਟੀਟਿਊਸ਼ਨ 'ਚ ਜਾ ਕੇ ਬਣਾਉਣ ਵਾਲੇ ਆ ਕਾਨੂੰਨ ਜੀ, ਠੀਕ ਹੈ ਨਾ ਜੀ। ਜਿਹੜਾ ਲਾਗੂ ਕਰਦਾ ਫਿਰ ਉਹ ਦੱਸੇ ਨਾ ਵੀ ਗੁਰਜੀਤ ਔਜਲਾ ਧੱਕਾ ਕਰ ਰਿਹਾ, ਕਿ ਕਿਹੜਾ ਲੀਡਰ ਜਿਹੜਾ ਤੇਰੇ ਤੇ ਧੱਕਾ ਕਰ ਰਿਹਾ, ਤੂੰ ਨਹੀਂ ਕਾਨੂੰਨ ਲਾਗੂ ਕਰ ਰਿਹਾ ਜੀ। ਕੋਈ ਲੀਡਰ ਹੁੰਦਾ ਹੈ, ਮੈਂ ਇਹ 'ਚੋਂ ਵੀ ਮੁਨੱਕਰ ਨਹੀਂ, ਪਰ ਜ਼ਿਆਦਾਤਰ ਕਰਪਸ਼ਨ ਕਰਨ ਲਈ, ਮਲਾਈਦਾਰ ਪੋਸਟਾਂ ਲੈਣ ਲਈ ਇਹ ਸਾਰਾ ਤਾਣਾ ਬਾਣਾ ਵਿਗੜਿਆ। ਮਲਾਈਦਾਰ ਪੋਸਟ ਕਿਹਨੂੰ ਆਉਂਦੇ? ਜਿੱਥੇ ਕਰਪਸ਼ਨ ਹੋਣੀ। ਦੋ ਤਰ੍ਹਾਂ ਹੀ ਆ ਬੰਦਾ ਬਦਲੀ ਕਰਾਉਣ ਲਈ ਕਹਿੰਦਾ, ਜਾਂ ਤੇ ਉੱਥੇ ਕੰਮ ਨਹੀਂ ਕਰਨਾ ਪੈਣਾ ਸਰਕਾਰੀ ਤੌਰ ਤੇ ਜਾਂ ਉੱਥੇ ਰੱਜ ਕੇ ਪੈਸਾ ਹੈ ਜੀ। ਜਿੱਦਣ ਬਾਹਰ ਬੈਠੇ ਲੋਕਾਂ ਨੂੰ ਇਹ ਟੈਲੀਫੋਨ ਆਉਣੇ ਸ਼ੁਰੂ ਹੋ ਜਾਣਗੇ ਨਾ ਕਿ ਮੈਂ ਐਸਐਸਪੀ ਨਹੀਂ ਲੱਗਣਾ, ਮੈਨੂੰ ਪਰੇ ਲਾ ਦਿਓ, ਕਿਉਂਕਿ ਸਭ ਤੋਂ ਟਫ ਜੌਬ ਹੈ ਐਸਐਚਓ, ਡੀਐਸਪੀ, ਕਮਿਸ਼ਨਰ ਦੀ। ਸਭ ਸੌਖੀ ਜੌਬ ਨਹੀਂ ਗੀ। ਜਿੰਨਾ ਚਿਰ ਇਹ ਲੱਗ ਜੇ, ਇਹ ਚੀਜ਼ਾਂ ਨੇ ਨਾ ਜਿੰਨਾ ਚਿਰ ਹੋਣੀਆਂ। ਜਦੋਂ ਇੱਥੋਂ ਵੀ ਸਿਫਾਰਸ਼ਾਂ ਜਾਂਦੀਆਂ ਕਿ ਇੱਥੇ ਸਾਡਾ ਯਾਰ ਹੈ, ਸਾਡਾ ਦੋਸਤ, ਉਹਨਾਂ ਨੂੰ ਵੀ ਤਰੀਕਾ ਹੈ ਵੀ ਬਾਹਰ ਵੀ ਬੰਦੇ ਕੱਢ ਕੇ ਰੱਖੋ। ਇਹਨਾਂ ਹੀ ਮੁੜ ਕੇ ਕਹਿਣਾ ਵੀ ਚੱਲ ਔਜਲਾ ਵੀ ਇੱਥੇ ਗਿਆ ਇਹ ਕਰੂਗਾ, ਜਾਂ ਕੋਈ ਹੋਰ ਲੀਡਰ ਆਇਆ ਉਹ ਸਾਡੀ ਪੋਸਟਿੰਗ ਕਰਾਊਗਾ। ਇੱਕ ਤਾਂ ਇਹ ਪੱਖ ਹੈਗਾ ਕਿ ਇਹ ਬਿਲਕੁਲ ਬਿਊਰੋਕਰੇਸੀ ਨੂੰ ਸਵਾਲ ਕੋਈ ਨਹੀਂ ਹੈਗਾ। ਮੈਂ ਤੇ ਚਲੋ ਇਹ ਤੇ ਪੁਲਿਸ ਦੀ ਹੋ ਗਈ। ਡਿਸਟ੍ਰਿਕਟ ਹੈਲਥ ਸਿਸਟਮ ਐਡਾ ਖਰਾਬ ਹੋ ਗਿਆ। ਧਰਤੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਪਹਿਲੋਂ ਮਾਲਵੇ ਤੋਂ ਕੈਂਸਰ ਟ੍ਰੇਨ ਚੱਲਦੀ ਸੀ, ਅੱਜ ਗੁਰੂ ਨਗਰੀ ਜਿਹਨੂੰ ਪਵਿੱਤਰ ਸਰੋਵਰਾਂ ਦਾ ਸ਼ਹਿਰ ਆਨੇ, ਉੱਥੇ ਕੈਂਸਰ ਜ਼ਮੀਨ ਹੇਠ ਹੋ ਗਈ ਹੈ। ਗੰਦੇ ਨਾਲੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਪਿਛਲੇ ਲੰਬੇ ਸਮੇਂ ਦੇ ਬੰਦ ਹੀ ਨਹੀਂ ਹੁੰਦੇ। ਇਹ ਸਟੇਟ ਸਬਜੈਕਟ ਨੇ ਔਰ ਉਹਦੇ ਤੇ ਕੋਈ ਤਵੱਜੋ ਨਹੀਂ ਹੈਗੀ। ਉੱਥੇ ਡਿਸਟ੍ਰਿਕਟ ਹੈਲਥ ਅਫਸਰ ਨੂੰ ਮੈਂ ਪਿੱਛੇ ਪੁੱਛਿਆ, ਮੈਂ ਕਿਹਾ ਵੀ ਤੂੰ ਦੱਸ ਤੈਨੂੰ ਕਿਹਨੇ ਡੱਕਿਆ, ਤੂੰ ਮਿਲਾਵਟੀ ਚੀਜ਼ਾਂ ਵਿਕਣ ਦੇਣ ਡਿਆ। ਗੰਦੇ ਪਾਣੀ ਸ਼ਰੇਆਮ ਪੋਲਿਊਟ ਹੋ ਰਹੇ, ਨਾਲੇ ਧਰਤੀ ਹੇਠ ਪਾਣੀ ਜਾ ਰਿਹਾ, ਤੁਹਾਨੂੰ ਪੋਲੂਸ਼ਨ ਵਾਲਿਆਂ ਨੂੰ ਕੌਣ ਡੱਕਦਾ? ਔਰ ਮੈਂ ਹਰ ਮੀਟਿੰਗ ਦੇ ਵਿੱਚ, ਕਿਉਂਕਿ ਅਸੀਂ ਮੀਟਿੰਗ ਲੈ ਸਕਦੇ, ਅਸੀਂ ਡਾਇਰੈਕਸ਼ਨ ਦੇ ਸਕਦੇ ਹਾਂ, ਕਰਨਾ ਨਹੀਂ ਕਰਨਾ, ਲਾਗੂ ਕਰਨਾ ਕਿਵੇਂ ਕਰਨਾ, ਉਹ ਉੱਥੇ ਜਿਹੜਾ ਸਿਸਟਮ ਡਿਪਾਰਟਮੈਂਟ ਉਹਨਾਂ ਨੇ ਵੇਖਣਾ ਜੀ। ਮੇਰੀਆਂ ਕੰਟੀਨਿਊ ਮੇਰੇ ਕੋਲ ਤੁਸੀਂ ਮੇਰੇ ਆਰਟੀਆਈ ਪਾਓ, ਮੇਰੀਆਂ ਦਿਸ਼ਾ ਦੀਆਂ ਮੀਟਿੰਗ, ਦਿਸ਼ਾ ਸਾਡੀ ਕਮੇਟੀ ਹੁੰਦੀ ਜਿਹੜੀ ਅਸੀਂ ਸਾਰੇ ਅੰਮ੍ਰਿਤਸਰ ਨੂੰ ਉਹਦੀ ਮੀਟਿੰਗ ਕਰਕੇ ਉਹਦਾ ਕਨਕਲੂਡ ਕਰਕੇ ਉਹਦੇ ਮਿੰਟਸ ਜਿਹੜੇ ਸਰਕਾਰ ਨੂੰ ਭੇਜਦੇ ਵੀ ਆਹ ਨੁਕਸ ਹੈ, ਇੱਥੇ ਠੀਕ ਕਰੋ। ਕਦੀ ਵੀ ਸਰਕਾਰ ਨੇ ਉੱਤੇ ਗੌਰ ਨਹੀਂ ਕੀਤਾ, ਕਦੀ ਵੀ ਸਰਕਾਰ ਨੇ ਤਾਂ ਵੇਖਿਆ ਨਹੀਂਗਾ। ਜਿਹੜੇ ਲੋਕ ਜਿਹੜੇ ਸਵਾਲ ਕਰਦੇ ਨੇ, ਜਿੱਦਾਂ ਹੁਣ ਤੁਸੀਂ ਮੈਂ ਆ ਗਿਆ ਤੇ ਸਾਰੇ ਸਵਾਲ ਲਾਅ ਐਂਡ ਆਰਡਰ ਦੇ ਵੀ ਸਾਰੀ ਚੀਜ਼ ਮੈਨੂੰ ਹੋਣੀ, ਕਿਉਂਕਿ ਮੈਂ ਉੱਥੋਂ ਦਾ ਮੈਂਬਰ ਪਾਰਲੀਮੈਂਟ, ਲੋਕਾਂ ਨੇ ਮੈਨੂੰ ਚੁਣਿਆ ਜੀ। ਬਟ ਇੱਕ ਚੀਜ਼ ਜ਼ਰੂਰ ਸਮਝਣ ਲੋਕ, ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕਿ ਤਿੰਨ ਤਰ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਨੇ। ਇੱਕ ਸਰਕਾਰ ਹੁੰਦੀ ਲੋਕਲ ਬਾਡੀ, ਜਿਹਨੇ ਤੁਹਾਡਾ ਗਲੀਆਂ, ਨਾਲੀਆਂ, ਸੀਵਰੇਜ, ਵਾਟਰ, ਸਾਫ਼ ਪਾਣੀ, ਬੱਤੀ ਦਾ ਪ੍ਰਬੰਧ ਵੇਖਣਾ ਦਾ, ਤੁਹਾਡੇ ਨਿੱਜੀ ਜਿਹੜੇ ਕੋਈ ਚੀਜ਼ਾਂ ਟੈਸਟ ਕਰਨੀਆਂ, ਕੁਛ ਕਰਨੀ, ਸ਼ਨਾਖਤ ਕਰਨੀ। ਇੱਕ ਉਹ ਸਰਕਾਰ ਹੈ ਜਿਹਦੇ ਸਰਪੰਚ ਹੋ ਗਿਆ, ਕੌਂਸਲਰ ਹੋ ਗਏ, ਮੇਅਰ ਬਣਦੇ ਨੇ, ਪ੍ਰਧਾਨ ਕੌਂਸਲਾਂ ਦੇ ਬਣਦੇ ਨੇ। ਇੱਕ ਉਹ ਸਰਕਾਰ ਹੈ ਜਿਹਨੂੰ ਸਥਾਨਕ ਸਰਕਾਰਾਂ ਕਹਿੰਦੇ। ਇੱਕ ਆ ਜਾਂਦੀ ਹੈ ਰਾਜ ਸਰਕਾਰ, ਲੈਜਿਸਲੇਟਿਵ ਅਸੈਂਬਲੀ, ਵਿਧਾਨ ਸਭਾ, ਜਿੰਨੇ ਸਟੇਟ ਨੂੰ ਚਲਾਉਣਾ ਹੁੰਦਾ। ਟੋਟਲ ਜਿੰਨੇ ਵੀ ਤੁਹਾਡੇ ਰੋਜ਼ਮਰਾ ਜ਼ਿੰਦਗੀ ਦੇ ਨਾਲ ਜਿੰਨੇ ਵੀ ਕੰਮ ਨੇ, ਉਹ ਸਾਰੇ ਇੱਕ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਉਸ ਵਿਧਾਨ ਸਭਾ ਦੇ ਅੰਦਰ ਆਉਂਦੇ ਨੇ। ਅੱਗੇ ਡਿਪਾਰਟਮੈਂਟ ਬਣੇ ਨੇ, ਡਿਪਾਰਟਮੈਂਟ, ਹਰ ਡਿਪਾਰਟਮੈਂਟ ਦਾ ਹਰ ਡਿਸਟ੍ਰਿਕਟ ਦੇ ਉੱਤੇ, ਚਾਹੇ ਉਹ ਪੋਲੂਸ਼ਨ ਦਾ ਕੰਮ ਹੈ, ਚਾਹੇ ਕੋਈ ਮਾਈਨਿੰਗ ਦਾ ਕੰਮ ਹੈ, ਚਾਹੇ ਐਗਰੀਕਲਚਰ ਦਾ ਹੈ, ਚਾਹੇ ਇੰਡਸਟਰੀ ਦਾ ਹੈ, ਮਤਲਬ ਕੋਈ ਵੀ ਤੁਹਾਡਾ ਰੋਜ਼ਮਰਾ ਜ਼ਿੰਦਗੀ ਨਾਲ, ਸਾਫ਼ ਖਾਣੇ, ਸਾਫ਼ ਦਵਾਈਆਂ ਦਾ ਪ੍ਰਬੰਧ ਕਰਨਾ, ਹਰ ਇੱਕ ਡਿਪਾਰਟਮੈਂਟ ਸਰਕਾਰ ਵੱਲੋਂ ਡਿਸਟ੍ਰਿਕਟ ਲੈਵਲ ਤੇ, ਬਲਾਕ ਪੱਧਰ ਤੇ ਸਥਾਈ ਰੂਪ 'ਚ ਹੈਗੇ ਜੀ। ਉਹਨਾਂ ਨੇ ਦੇਖਣਾ ਕਿ ਸਾਰਾ ਕੁਝ ਕਿੱਦਾਂ ਹੋ ਰਿਹਾ। ਲਾਅ ਐਂਡ ਆਰਡਰ ਹੈ, ਬਿਲਕੁਲ ਰਾਜ ਸਰਕਾਰ ਦਾ ਕੰਮ ਹੈ, ਰਾਜ ਸਰਕਾਰ ਦੇ ਅੰਡਰ ਆਉਂਦਾ ਹੈ। ਮੁੱਖ ਮੰਤਰੀ ਉਹਦਾ ਮਾਲਕ ਹੈ, ਮੁੱਖ ਮੰਤਰੀ ਨੇ ਵੇਖਣਾ ਕਿ ਨਸ਼ਾ ਕਿਉਂ ਵਿਕਦਾ, ਮੁੱਖ ਮੰਤਰੀ ਨੇ ਵੇਖਣਾ ਲਾਅ ਕੰਡੀਸ਼ਨ ਕਿਉਂ, ਜਾਂ ਜਿਹੜਾ ਗ੍ਰਹਿ ਵਿਭਾਗ ਜਿਹਦੇ ਕੋਲ ਉਹਨੇ ਵੇਖਣਾ। ਫਿਰ ਆ ਜਾਂਦਾ ਹੈ ਮੈਂਬਰ ਪਾਰਲੀਮੈਂਟ, ਜਿੰਨੇ ਪੂਰਨ ਦੇਸ਼ ਨੇ ਇੱਕ ਹੋ ਕੇ ਉਹਦੀ ਪਾਲਿਸੀ ਬਣਨੀ। ਜਿੱਦਾਂ ਸਾਡੇ ਹਾਈਵੇ ਦੀ ਗੱਲ ਕੀਤੀ ਤੁਸੀਂ, ਮੈਂ ਆਪਾਂ ਕਰ ਰਹੇ ਹਾਂ ਨੈਸ਼ਨਲ ਹਾਈਵੇ, ਪੂਰੇ ਇੰਡੀਆ 'ਚ ਇੱਕ ਹੈ ਨੈਸ਼ਨਲ ਹਾਈਵੇ, ਇੱਕ ਅਥਾਰਟੀ ਹੈ। ਇਸੇ ਤਰ੍ਹਾਂ ਏਅਰਪੋਰਟ ਹੈ, ਇੱਕ ਅਥਾਰਟੀ ਹੈ। ਇਸੇ ਤਰ੍ਹਾਂ ਹੀ ਬਾਰਡਰ ਦੇ ਇਸ਼ੂਜ਼ ਨੇ, ਐਕਸਟਰਨਲ ਅਫੇਅਰਸ ਨੇ, ਜਾਂ ਇੰਡਸਟਰੀ ਦੀ ਕੋਈ ਪਾਲਿਸੀ ਬਣਨੀ, ਜਿਹੜੀਆਂ ਚੀਜ਼ਾਂ ਬਣੇ ਉਹ ਇੱਕ ਅਥਾਰਟੀ ਬਣਦੀ। ਉਹਦੇ 'ਚ ਜ਼ਿਆਦਾਤਰ ਅੱਗੇ ਸਟੇਟ ਨੇ ਕੰਮ ਕਰਨਾ ਹੁੰਦਾ, ਉਹਨਾਂ ਨੇ ਉਹਦੇ ਕੋਲ ਪਾਲਿਸੀਆਂ ਦੇਣੀਆਂ ਨੇ, ਉਹਨਾਂ ਨੇ ਫੰਡਸ ਦੇਣੇ ਨੇ, ਸਟੇਟ ਨਾਲ ਬਹਿ ਕੇ ਸਲਾਹ ਕਰਕੇ। ਇੱਕ ਇਹ ਸਰਕਾਰ ਹੈ, ਤਿੰਨ ਤਰ੍ਹਾਂ ਦੀਆਂ ਨੇ। ਹੁਣ ਸਵਾਲ ਕੀ ਹੁੰਦਾ, ਜੇ ਕੋਈ ਨਸ਼ਾ ਵਿਕਦਾ ਹੈ, ਸਵਾਲ ਤੇ ਕਰਨਾ ਚਾਹੀਦਾ ਐਸਐਸਪੀ ਕਮਿਸ਼ਨਰ, ਡੀਆਈਜੀ ਨੂੰ,
ਤੇ ਨਾਲ ਜਿਹੜਾ ਮੌਜੂਦਾ ਉਹਦਾ ਗ੍ਰਹਿ ਜਿਹਦੇ ਕੋਲ ਭਾਗ ਹੈ ਉਹਨੂੰ ਸਵਾਲ ਨਹੀਂ ਲੋਕ ਕਰਨਗੇ। ਮੈਂ ਤਾਂ ਆਪਣੀ ਇਲੈਕਸ਼ਨ 'ਚ ਕਿਹਾ ਸੀ ਆਓ ਆਪਾਂ ਕਮਿਸ਼ਨਰ ਨੂੰ ਪੁੱਛ ਲੈਂਦੇ ਨਸ਼ਾ ਕੋਈ ਵਿਕਦਾ, ਕਿਹਨੂੰ ਉਹਨੇ ਕਿਹਾ ਉਹ ਦੱਸ ਦੇ ਵੀ ਥਾਣਿਆਂ ਦੇ ਲਾਗੇ ਨਸ਼ਾ ਵਿਕਣ ਡਿਆ। 28 ਮੌਤਾਂ ਹੋਈਆਂ ਜਾਲੀ ਸ਼ਰਾਬ ਦੇ ਨਾਲ ਅੰਮ੍ਰਿਤਸਰ। ਮੈਂ ਇੰਨਾ ਕਲਪਿਆ ਕਿਸੇ ਬੰਦੇ ਤੇ ਕੋਈ ਇਨਕੁਆਇਰੀ ਗਈ ਪਿੱਛੇ, ਕਿਉਂਕਿ ਮੇਰੇ ਅੰਡਰ ਨਹੀਂ ਕਿ ਮੈਂ ਕਹੂੰਗਾ ਤਾਂ ਇਨਕੁਆਇਰੀ ਹੋਣੀ। ਮੈਂ ਤੇ ਰੌਲਾ ਪਾਤਾ, ਚਿੱਠੀਆਂ ਵੀ ਲਿਖਤੀਆਂ। ਉਸ ਤੋਂ ਬਾਅਦ DGP ਨੇ ਜਾਗਣਾ ਹੈ, SSP ਕਮਿਸ਼ਨਰ ਨੇ ਜਾਗਣਾ ਹੈ। ਕੋਈ ਕਿਤੇ ਕੁਛ ਨਹੀਂ ਹੋਇਆ। ਜਿਹੜੇ ਮਾੜੇ ਮੋਟੇ ਸਸਪੈਂਡ ਕਰਕੇ ਪਰੇ ਕਰਤੇ ਉਸ ਤੋਂ ਪਹਿਲਾਂ 100 ਬੰਦਾ ਮਰਿਆ ਮਾਝੇ 'ਚ ਨਕਲੀ ਸ਼ਰਾਬ ਪੀ ਕੇ। ਚਿੱਟੇ ਦੇ ਨਾਲ ਘੱਟੋ ਘੱਟ 2 ਲੱਖ ਤੋਂ ਵੱਧ ਬੰਦਾ ਮਰ ਚੁੱਕਾ ਹੈ। ਨਸ਼ਲਕੁਸ਼ੀ ਹੋ ਰਹੀ ਹੈ ਜੀ, ਤੇ ਕੰਟਰੋਲ ਕਿਹਦਾ ਆ? ਫਿਰ ਹੁਣ ਗੱਲ ਇਹ ਅੱਜ ਦੀ ਲੋਕਾਂ ਸਵਾਲ ਕਰਨਾ ਤੂੰ ਵੀ MP ਬਣਿਆ, ਮੈਂ ਬਣਿਆ, ਪਰ ਮੈਨੂੰ ਤੇ ਮੇਰਾ ਕੰਮ ਵੇਖੋ ਨਾ। ਜਿਹੜਾ ਮੇਰਾ ਕੰਮ ਹੈ, ਮੇਰਾ ਹਾਊਸ ਦਾ ਕੰਮ ਹੈ, ਹਾਊਸ 'ਚ ਮੈਂ ਜਾਂਦਾ, ਮੈਂ ਮੁੱਦੇ ਰੱਖਦਾ, ਪਰ ਜਿਹੜੇ ਸਟੇਟ ਨੇ ਹੱਲ ਕਰਨੇ SSP ਮੇਰੇ ਅੰਡਰ ਨਹੀਂ ਹੈਗਾ। ਉਹ ਇੱਕ ਪ੍ਰੋਟੋਕਾਲ ਹੈ ਕਿ ਮੈਨੂੰ ਇੱਜ਼ਤ ਦਿੰਦਾ ਆ, ਮੇਰੀ ਗੱਲ ਸੁਣਦਾ ਆ। ਅਦਰਵਾਈਜ਼ ਜਿਹੜੀ ਕੋਈ ਜੇ ਬਦਲੀ ਕਰਨੀ ਹੈ, SHO ਬਦਲਣਾ, SSP ਬਦਲਣਾ, ਉਹ ਗ੍ਰਹਿ ਵਿਭਾਗ ਦਾ ਕੰਮ ਹੈ। ਉਹਨਾਂ ਨੂੰ ਸਜ਼ਾ ਦੇਣੀ ਕੋਸ਼ਿਸ਼ ਕਰਨਾ ਗ੍ਰਹਿ ਵਿਭਾਗ ਦਾ ਕੰਮ ਹੈ। ਸਿੱਧੇ ਤੌਰ ਤੇ ਕਿਸੇ ਵੀ ਲੀਡਰ ਦੇ ਕੋਲ ਸਿੱਧੀ ਦਖਲਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ ਹੈਗਾ। ਇਹ ਬਣਿਆ ਇਸ ਕਰਕੇ ਵੀ ਜਦੋਂ ਸਰਕਾਰ ਬਣ ਜਾਂਦੀ ਹੈ, ਜਿਹੜਾ ਮੁੱਖ ਮੰਤਰੀ ਜਾਂ 5-10 ਬੰਦੇ ਆਪਣੀਆਂ ਡਿਊਟੀਆਂ ਤੋਂ ਭੁੱਲ ਜਾਂਦੇ ਨੇ, ਫਿਰ ਪੈਸਾ ਬਣਾਉਣਾ ਸ਼ੁਰੂ ਕਰ ਦਿੰਦੇ ਨੇ। ਫਿਰ ਇੱਕ ਚੰਡੀਗੜ੍ਹ ਮਾਫੀਆ ਜਿਹੜਾ ਮੁੜ ਕੇ ਸਮਝੌਤੇ ਕਰਾਉਂਦਾ ਇਹਨਾਂ ਦੇ। ਸਰਕਾਰ 'ਚ 5-7 ਬੰਦੇ ਹੀ ਸਰਕਾਰ ਚਲਾਉਂਦੇ ਨੇ, ਬਹੁਤੇ ਬੰਦੇ ਨਹੀਂ ਚਲਾਉਂਦੇ। ਬਾਕੀ ਤੇ ਸਿਰਫ ਥੱਲੇ ਮਾੜੀਆਂ ਮੋਟੀਆਂ ਜਦੋਂ ਚੋਰੀਆਂ ਉਹ ਕਰਦੇ ਉਹਦਾ ਰੌਲਾ ਉਹਨਾਂ ਨੂੰ ਲੋਕ ਮਾੜਾ ਚੰਗਾ ਬੋਲਦੇ ਨੇ ਵੀ ਇਹ ਖਾ ਗਿਆ, ਇਹ ਫਲਾਂ ਹੋ ਗਿਆ, ਜੋ ਵੀ ਉਹਨਾਂ ਨੇ ਕਹਿਣਾ ਹੁੰਦਾ। ਬੇਸਿਕ ਜਿਹੜੇ 5-7 ਬੰਦੇ ਉਹ ਸਰਕਾਰ ਚਲਾਉਂਦੇ ਨੇ। ਔਰ ਉਹ ਕਰਪਸ਼ਨ ਜਿਹੜੀ ਹੈ, ਉਹ ਕਰਪਸ਼ਨ ਕਿਹਨੇ ਕਰਾਉਣੀ ਹੈ? ਕਰਾਉਣੀ ਦੇ ਅਫਸਰ ਨੇ ਆ। ਹੁਣ ਪੁਲਿਸ ਅਫਸਰਾਂ ਦਾ ਵੀ ਮੈਂ ਨਹੀਂ ਇਹ ਕੰਮ ਕਰਨ ਦਿੰਦਾ, ਤੈਨੂੰ ਮੈਂ ਨਹੀਂ ਕਬਜ਼ਾ ਹੋਣ ਦਿੰਦਾ ਜੀ। ਜੇ ਲੀਡਰ ਬੰਦੇ ਨੇ ਕਬਜ਼ਾ ਕਰਨਾ, ਪੁਲਿਸ ਡੱਕੇ, ਲੀਡਰ ਕਰ ਹੀ ਨਹੀਂ ਸਕਦਾ। ਪੁਲਿਸ ਉੱਤੇ ਕਾਰਵਾਈ ਕਰੇ ਜੀ, ਪਰ ਕਬਜ਼ਾ ਕਰਾਊਗੀ ਪੁਲਿਸ। ਹੁਣ ਪੁਲਿਸ ਨੂੰ ਜਦੋਂ ਫੋਨ ਆ ਜਾਂਦਾ ਵੀ ਤੂੰ ਉਹਨੂੰ ਫੋਨ ਕਿਉਂ ਆਉਂਦਾ ਵੀ ਚੱਲ ਤੂੰ ਜਾਂ ਤੇ ਤੂੰ SSP ਲਾਂਭੇ ਹੋ ਜਾਂ ਕਮਿਸ਼ਨਰ ਲਾਂਭੇ ਹੋ ਜਾਂ ਪਰੇ ਹੋ। ਉਹ ਪਰੇ ਜੇ ਤਾਂ ਉਹਨੇ ਤਨਖਾਹ ਤੇ ਗੁਜ਼ਾਰਾ ਕਰਨਾ ਹੋਵੇ ਤਾਂ ਪਰੇ ਹੋ ਜੇ। ਤਨਖਾਹ ਤੇ ਗੁਜ਼ਾਰਾ ਉਹਨੇ ਵੀ ਨਹੀਂ ਕਰਨਾ, ਉਹਨੂੰ ਪੈਸੇ ਚਾਹੀਦੇ। ਉਹ ਕਹਿੰਦਾ ਨਹੀਂ ਕੋਈ ਗੱਲ ਨਹੀਂ, ਕਰੋ ਕਬਜ਼ਾ, ਮੈਂ ਫੜ ਕੇ ਉਹਨੇ ਅੰਦਰ ਦੇ ਦਿੰਦਾ। ਮੈਂ ਮਿਸਾਲ ਪਿੱਛੇ 2-3 NRI ਅਮਰੀਕਾ ਦੇ ਸੀ, ਮੈਨੂੰ ਪਤਾ ਉਹਨਾਂ ਵਿਚਾਰਿਆਂ ਨੇ ਕਿੱਦਾਂ ਜਾਨ ਛਡਾਈ। ਮੈਂ ਕਹਾਂ ਮੈਂ ਮੁੱਦਾ ਚੁੱਕਦਾ, ਆਂਦੇ ਨਾ ਆਂਦੇ ਸੀ ਹੋਰ ਫਸ ਜਾਣਾ। ਲੈ ਦੇ ਕਰਕੇ ਉਹਨਾਂ ਜ਼ਮੀਨ ਖਾਲੀ ਪਈ, ਉਹਨਾਂ ਦੇ ਨਾਂ ਜ਼ਮੀਨ, ਉਹਨਾਂ ਦਾ ਇੰਤਕਾਲ, ਮਤਲਬ 30-30 ਸਾਲ ਦੇ ਸਾਰਾ ਕੁਝ ਉਹਨਾਂ ਕੋਲ। ਪੁਲਿਸ ਦੀ ਮਰਜ਼ੀ ਦੇ ਨਾਲ ਬਾਹੂਬਲੀ ਬੈਠੇ ਅੰਦਰ ਜਾ ਕੇ, ਐਵੇਂ ਬਹਿ ਗਏ, ਛੱਡਣ ਨਾ। ਮੈਂ ਕਿਹਾ ਜੀ ਆਪਾਂ ਮੁੱਦਾ ਚੁੱਕਿਆ। ਕਹਿੰਦੇ ਨਹੀਂ ਮੁੱਦਾ ਨਹੀਂ ਚੁੱਕਣਾ ਯਾਰ, ਕਿ ਫਸ ਜਾਣਾ। ਫਿਰ ਉਹਨਾਂ ਵਿਚਾਰਿਆਂ ਨੇ ਚਲੋ ਉਹ ਵੀ ਕੁਛ ਹੈਗੇ ਸੀ ਤਗੜੇ, ਉਹਨਾਂ ਨੇ ਬੰਦੇ ਪਾ ਕੇ ਆਪਣਾ ਕੰਮ ਕੀਤਾ। ਆਹ ਤੇ ਹਾਲਾਤ ਹੈ। ਹੁਣ ਜੇ ਉੱਥੇ ਉਸ ਕੰਮ 'ਚ ਕੋਈ ਪੋਲੀਟੀਕਲ ਬੰਦਾ ਇਨਵੋਲਵ ਨਹੀਂ ਹੈਗਾ, ਮੈਨੂੰ ਪਤਾ ਹੈ। ਸੋ ਜਿਹੜੀ ਅਫਸਰਸ਼ਾਹੀ ਆ ਉਹ ਕਿਉਂ ਕਰਦੀ ਗਲਤ ਕੰਮ? ਕਿਉਂਕਿ ਉਹਨੂੰ ਪੋਸਟ ਚਾਹੀਦੀ। ਕਿੰਨੇ ਬਦਲੂ, ਕਿੱਥੋਂ ਲਿਆਓਗੇ ਪੁਲਿਸ? ਜੇ ਪੁਲਿਸ ਇਮਾਨਦਾਰ ਨਾ ਕਹੇ ਕਿ ਮੈਂ ਨਹੀਂ ਜੋ ਕਰਨਾ ਕੰਮ, ਆ ਪੈਨ ਪਿਆ ਜੇ, ਅਸੀਂ ਨਹੀਂ ਗਲਤ ਕੰਮ ਕਰਨਾ। ਇੱਕ ਬਦਲੋਗੇ ਦੂਜਾ ਲਾਓ, ਤੀਜਾ ਲਾਓ। ਇਮਾਨਦਾਰ ਅਫਸਰ ਨੁਕਰੇ ਲੱਗੇ ਰਹਿੰਦੇ ਨੇ। ਇਮਾਨਦਾਰ ਅਫਸਰਾਂ ਨੂੰ ਭੈੜੇ ਤੋਂ ਭੈੜੀ ਥਾਂ ਤੇ ਲਾਉਂਦੇ ਵੀ ਜਿੱਥੇ ਕੋਈ ਫਾਈਲ ਵੀ ਨਾ ਉਹਨਾਂ ਕੋਲ ਜਾਵੇ। ਇਹੋ ਹਾਲ ਹੀ ਇਸ ਦਾ ਹੈ। ਕੀ DC ਨੂੰ ਨਹੀਂ ਪਤਾ ਥੱਲੇ ਕੈਂਸਰ ਵੱਧ ਰਹੀ ਹੈ, ਥੱਲੇ ਮਿਲਾਵਟੀ ਸਮਾਨ ਵਿਕ ਰਿਹਾ? ਕੀ ਉਹਨੂੰ ਨਹੀਂ ਪਤਾ? ਸਾਰਾ ਪਤਾ ਹੈ। ਕਮਿਸ਼ਨਰ ਕਾਰਪੋਰੇਸ਼ਨ ਨੂੰ ਨਹੀਂ ਪਤਾ, ਕਮਿਸ਼ਨਰ ਹੈਲਥ ਨੂੰ ਨਹੀਂ ਪਤਾ, ਫੂਡ ਸੇਫਟੀ ਵਾਲੇ ਨੂੰ, ਸਾਰਿਆਂ ਨੂੰ ਪਤਾ। ਡਿਸਟ੍ਰਿਕਟ ਹੈਲਥ ਅਫਸਰ ਨੂੰ ਕਿਉਂ ਵਿਗਨ ਦਿੰਦੇ ਆ? ਕਿਉਂ ਪੋਲੀਟੀਕਲ ਬੰਦੇ ਦੇ ਆਖੇ ਲੱਗਦੇ? ਤਨਖਾਹ ਤੇ ਤੁਹਾਨੂੰ ਮਿਲਣੀ ਹੈ, ਉਹ ਤੁਹਾਨੂੰ ਕਨਸਟੀਟਿਊਸ਼ਨ ਮੁਤਾਬਕ ਮਿਲਣੀ ਹੈ। ਪੋਲੀਟੀਕਲ ਬੰਦੇ ਦੇ ਰਹਿਮ ਕਰਮ ਤੇ ਨਹੀਂ ਹੈਗੇ ਤੁਸੀਂ। ਪਰ ਉਹ ਰਹਿਮ ਕਰਮ ਇਸ ਕਰਕੇ ਬਣ ਜਾਂਦਾ ਕਿ ਜੇ ਪੋਲੀਟੀਕਲ ਬੰਦਾ ਉਹਨਾਂ ਨੂੰ ਬਦਲੀ ਕਰੂਗਾ ਨਾ, ਵੱਧ ਤੋਂ ਵੱਧ ਕੁਛ ਨਹੀਂ ਕਰ ਸਕਦਾ। ਕਰ ਦੋ ਬਦਲੀ, ਕਾਹਦੇ ਨਾਲ? ਅਗਲਾ ਵੀ ਕਰੇ, ਇਮਾਨਦਾਰੀ ਨਾਲ ਕਰਨਾ। ਪਰ ਨਹੀਂ, ਉਹਨੇ ਵੀ ਪੈਸੇ ਲੈਣੇ ਹਲਵਾਈਆਂ ਤੋਂ, ਉਹਨੇ ਪਨੀਰ ਬਣਾਉਣ ਵਾਲਿਆਂ ਤੋਂ ਖਾਣੇ ਮਹੀਨੇ ਲੈਣੇ ਨੇ ਪੱਕੇ ਬੰਨ ਕੇ। ਹੁਣ ਕਿਸਾਨੀ ਆ, ਹੁਣ ਸਾਡੇ ਪੈਸਟੀਸਾਈਡ ਪੈਂਦਾ ਜਿਹੜਾ ਸਪਰੇਅ ਕਰਦੇ ਆ। ਹੁਣ ਕਿਸਾਨ ਤੇ ਵਿਚਾਰਾ ਅਨਪੜ੍ਹ ਹੈ, ਉਹਨੂੰ ਤਾਂ ਐਗਰੀਕਲਚਰ ਡਿਪਾਰਟਮੈਂਟ ਨੇ ਸਮਝਾਉਣਾ ਜਾ ਕੇ ਵੀ ਕਿਹੜੀ ਦਵਾਈ ਪੈਣੀ, ਕਿੰਨੀ ਪੈਣੀ, ਉਹ ਨਹੀਂ ਪਾ ਜੀ। ਐਗਰੀਕਲਚਰ ਡਿਪਾਰਟਮੈਂਟ ਨਿਕਲਦਾ ਨਹੀਂ, ਉਹ ਦਵਾਈਆਂ ਵਾਲੇ ਕੋਲ ਬੈਠਾ ਮਹੀਨੇ ਲਈ ਜਾਂਦਾ। ਕਿਸਾਨ ਵਿਚਾਰਾ ਵੱਧ ਘੱਟ ਕਰਦਾ ਕਿਉਂਕਿ ਕਿਸਾਨੀ ਨੂੰ ਉਹਨੂੰ ਹੁੰਦਾ ਵੀ ਮੈਂ ਦਵਾਈ ਵੱਧ ਕਰਾਂ ਵੀ ਵਾਕਿਆ ਕੀੜਾ ਨਾ ਪੈ ਜਾਏ। ਉਹ ਸਾਡੀ ਹੈਲਥ ਲਈ ਵੀ ਹਾਨੀਕਾਰਕ ਬਣ ਜਾਂਦੀ, ਕੋਈ ਪੁੱਛਦਾ ਹੀ ਨਹੀਂਗਾ। ਜ਼ਮੀਨ ਹੇਠ ਪਾਣੀ ਸਿੱਧਾ ਪਾਈ ਜਾਂਦੀਆਂ ਫੈਕਟਰੀਆਂ। ਪੋਲੂਸ਼ਨ ਵਾਲੇ ਆਰਾਮ ਨਾਲ ਬੈਠੇ, ਜਿੱਦਣ ਅਸੀਂ ਰੌਲਾ ਪਾ ਦਿੰਦੇ ਆ ਉਹ ਜਾ ਕੇ ਫੈਕਟਰੀਆਂ ਤੇ ਰੇਡ ਕਰ ਦਿੰਦੇ, ਪੈਸੇ ਵੱਖਰੇ ਲੈ ਆਉਂਦੇ। ਸਾਡੇ ਰੌਲੇ ਨਾ ਉਹ ਪੈਸੇ ਲੈ ਜਾਂਦੇ, ਕਿਉਂਕਿ ਮੇਰੇ ਰੌਲੇ ਪਾਏ ਦਾ ਤੇ ਤਾਂ ਆ ਵੀ ਜੇ ਮੁੱਖ ਮੰਤਰੀ ਕਵੇ ਨਾ ਬਈ ਦੇਖੋ MP ਇੰਨਾ ਵੱਡਾ ਚੁਣਿਆ ਬੰਦਾ ਗੱਲ ਕਰ ਰਿਹਾ ਤੇ ਮੈਨੂੰ ਉਹਦੀ ਗੱਲ ਨਹੀਂ ਦੁਬਾਰਾ ਆਉਣੀ ਚਾਹੀਦੀ। ਮੁੱਖ ਮੰਤਰੀ ਦੇ ਇਹ ਕਹਿ ਦਿੰਦਾ ਵੀ ਭਾਈ ਇਹਦੀ ਸੁਣੋ ਨਾ, ਇਹ ਛਦਾਈ, ਇਹਦੀ ਗੱਲ ਨਹੀਂ ਸੁਣਨੀ, ਆਪਾਂ ਕਰੋ ਤੁਸੀਂ ਜੋ ਹੁੰਦਾ। ਇਸ ਕਰਕੇ ਜੋ ਹਾਲਾਤ ਪੰਜਾਬ ਦੇ ਜੜ੍ਹਾਂ ਤੋਂ ਇੱਥੋਂ ਤੱਕ ਆਏ ਆ, ਇਹਦਾ ਰੀਜ਼ਨ ਹੀ ਇੱਕ ਇਹ ਹੈ ਕਿ ਮਤਲਬ ਸਰਕਾਰ ਦੀਆਂ ਗਲਤ ਨੀਤੀਆਂ ਕਿ ਅਸੀਂ ਗਲਤ ਤਰੀਕੇ ਦੇ ਨਾਲ ਸਰਕਾਰ ਚਲਾਉਣੀ ਹੈ, ਤੇ ਅਫਸਰਾਂ ਦੀਆਂ ਗਲਤ ਨੀਤੀਆਂ ਵੀ ਅਸੀਂ ਕਰਪਸ਼ਨ ਕਰਨੀ। ਦਿਸ ਇਜ਼ ਦਾ ਵੇ। ਦੋ ਹੀ ਗੱਲਾਂ ਨੇ।
ਤੇ ਇਹਦੇ ਵਿੱਚ ਸਾਰੀਆਂ ਪਾਰਟੀਆਂ ਇਨਵੋਲਵ ਆ, ਸਾਰੀਆਂ ਹੀ, ਕੋਈ ਇੱਕ ਨਹੀਂ ਸਾਰੀਆਂ, ਕਿਉਂਕਿ ਇਹ ਜਿਹੜਾ ਢਾਂਚਾ ਦੇਖੋ ਜਿਹੜਾ ਪਿਛਲਾ ਢਾਂਚਾ ਜਿਹੜਾ ਵਿਗੜਿਆ ਉਹ ਸਾਰਿਆਂ ਦੇ ਨਾਲ ਹੀ ਵਿਗੜਿਆ। ਐਵੇਂ ਕਹੋ ਵੀ ਇੱਕ ਨੇ ਕਰਤਾ ਹੈ ਜੀ, ਜੇ ਆਪਣੇ ਆਪ ਨੂੰ ਕੋਈ ਬਚਾ ਨਹੀਂ ਸਕਦਾ ਇਹਦੇ ਜੋ, ਮੈਂ ਤੁਹਾਨੂੰ ਸੱਚੀ ਗੱਲ ਕਰਾਂ, ਜਿਹੜਾ ਕਹਿੰਦਾ ਉਹ ਬਿਲਕੁਲ ਗਲਤ ਗੱਲ ਕਹਿੰਦਾ ਕਿ ਮੈਂ ਬੜਾ ਠੀਕ ਕੀਤਾ। ਜੇ ਠੀਕ ਕੀਤਾ ਤਾਂ ਮੈਂ ਦੇਖੋ ਗੱਲ ਕਹਿੰਦਾ ਕੀ ਆਪਾਂ ਸਾਫ਼ ਪਾਣੀ ਅਜੇ ਤੱਕ ਦਿੱਤੇ ਆ? ਸਾਫ਼ ਪਾਣੀ ਦੇ ਮੁੱਢਲੀ ਲੋੜ ਆ, ਛੱਡ ਦੋ ਬਾਕੀ ਵੀ ਹਵਾ ਪਾਣੀ। ਹਾਂਜੀ, ਕੀ ਤੁਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਏ ਜੇ? ਜਿਹੜਾ ਵੀ ਐਮਐਲਏ ਆ, ਜਿਹੜਾ ਵੀ ਮੈਂਬਰ ਪਾਰਲੀਮੈਂਟ ਹੈ, ਚਲੋ ਮੈਂਬਰ ਪਾਰਲੀਮੈਂਟ ਕੋਲ ਸਿੱਧਾ ਹੀ ਦਖਲਅੰਦਾਜ਼ੀ ਹੈ ਨਹੀਂ ਗੀ, ਸਾਡੇ ਕੋਲ ਤਾਂ ਫੰਡ ਵੀ ਬਹੁਤ ਥੋੜਾ ਹੁੰਦਾ। ਐਮਐਲਏ ਵੱਡੀ ਕਰ ਸਕਦਾ, ਮੰਤਰੀ ਵੱਡਾ ਕੰਮ ਕਰ ਸਕਦੇ ਆ। ਉਹਨਾਂ ਨੂੰ ਇਹ ਪੁੱਛੋ ਵੀ ਆਪਣੇ ਸਕੂਲ ਤੁਸੀਂ ਕੀ ICSE CBSE ਲੈਵਲ ਦੇ ਸਕੂਲਾਂ ਦੇ ਬਣਾਏ ਜੀ? ਜੇ ਮੈਨੂੰ ਇਹ ਪਤਾ ਕਿ ਮੇਰਾ ਨਿਆਣਾ ICSE CBSE ਸਕੂਲ 'ਚ ਪੜ੍ਹ ਕੇ ਹੀ ਇਹ ਸਮਾਜ 'ਚ ਤਰੱਕੀ ਕਰ ਸਕਦਾ, ਤੇ ਕੀ ਮੈਨੂੰ ਇਹ ਨਹੀਂ ਪਤਾ ਵੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦੇ ਨਿਆਣੇ ਕਿਹੜੇ ਸਕੂਲਾਂ 'ਚ ਪੜ੍ਹਨ? ਉਹ ਰੇਲ ਗੱਡੀਆਂ ਬਣਾਈਆਂ ਨੇ ਕਮਰੇ ਨਾਲ ਕਮਰਾ ਜੋੜ ਕੇ, ਇਹਦੇ ਨਾਲ ਤਰੱਕੀ ਹੋ ਜੂਗੀ? ਤੇ ਫਿਰ ਇਹ ਕਹਿਣਾ ਇਹਨੂੰ ਘਰੇ ਪਤਾ ਨਹੀਂ, ਪਤਾ ਉਹਨੂੰ ਸਾਰੇ, ਪਰ ਅਸੀਂ ਕਹੀ ਜਾਣਾ ਨਾ ਸਾਡਾ ਲੀਡਰ ਤੇ ਭਾਊ ਬੜਾ ਤਗੜਾ ਹੀ ਬੰਦਾ, ਠਾਣੇ 2 ਮਿੰਟ 'ਚ ਛਡਾਤਾ ਸੀ। ਮੈਨੂੰ ਮੁਸ਼ਕਲ ਆਈ, ਮੈਂ ਫੋਨ ਕੀਤਾ, ਮੇਰਾ ਚਲਾਨ ਨਹੀਂ ਹੋਇਆ, ਮੇਰੀ ਗਲੀ ਬਣਾਤੀ। ਉਹ ਭਾਈ ਜਿਨ੍ਹਾਂ ਨੇ ਗਲੀਆਂ ਤੇ ਚੱਲਣਾ ਆ, ਜਿਨ੍ਹਾਂ ਨੇ ਕਾਨੂੰਨ ਰਹਿਣਾ, ਉਹ ਤੁਹਾਡੇ ਬੱਚਿਆਂ ਨੇ ਰਹਿਣਾ ਅੱਗੇ। ਅੱਜ ਜਿਹੜੀ ਪੰਜਾਬ ਦੇ ਹਾਲਾਤ ਬਣੇ ਨੇ, ਮਾੜੇ ਬਣੇ, ਇੱਕ ਦਿਨ ਦੀ ਵਿਰਾਸਤ ਨਹੀਂ ਹੈਗੀ। ਅੱਜ ਬੱਚੇ ਬਾਹਰ ਆ ਕੇ ਸਾਡੇ ਬਹੁਤ ਇਲੀਗਲ ਤਰੀਕੇ ਦੇ ਨਾਲ ਕਈ ਚੀਜ਼ਾਂ 'ਚ ਇਨਵੋਲਵ ਹੋ ਰਹੇ ਨੇ, ਆਏ ਉੱਥੋਂ ਨੇ, ਉਹਨਾਂ ਨੂੰ ਦੱਸਿਆ ਨਹੀਂ ਗਿਆ। ਹੁਣ ਸਰਕਾਰੀ ਸਕੂਲ ਮਤਲਬ ਬਹੁਤ ਘੱਟ ਸਕੂਲ ਨੇ ਜਿਹੜੇ ਕੋਈ ਇਸ ਪੱਧਰ ਦੇ ਹੋਣਗੇ ਵੀ ਜਿਹਦੇ ਨਾਲ ਤੁਸੀਂ ਕਿਸੇ ਦਾ ਮੁਕਾਬਲਾ ਕਰ ਪਾਓਗੇ। ਫਿਰ ਸਿੱਖਿਆ ਕ੍ਰਾਂਤੀ ਦੀ ਗੱਲ ਕਰੀ ਜਾਂਦੇ ਆ, ਜਿਹੜੇ ਬੱਚੇ 8ਵੀਂ ਤੱਕ ਤੁਸੀਂ ਟੈਸਟ ਹੀ ਨਹੀਂ ਲੈਣੇ, ਜਿਨ੍ਹਾਂ ਦੇ 8ਵੀਂ ਤੱਕ ਤੁਸੀਂ ਪਾਸ ਕਰੀ ਜਾਣਾ, ਤਾਂ ਮੁਕਾਬਲਾ ਤਾਂ ਕਿਹਦੇ ਨਾਲ ਕਰਾਉਣਾ ਹੈ ਜੀ? ਜਿਹੜਾ ਮਾਂ-ਬਾਪ 6 ਮਹੀਨਿਆਂ ਬਾਅਦ ਉਹਦਾ ਟੈਸਟ ਦਾ ਉਹਦੇ ਘਰ ਸ਼ੀਟ ਵੀ ਆਉਂਦੀ ਵੀ ਤੁਹਾਡਾ ਬੱਚਾ ਕੀ ਕਰ ਰਿਹਾ, ਕਿੰਨੇ ਮਾਰਕਸ ਲੈ ਰਿਹਾ, ਤੇ ਉਹਦੇ ਤੇ ਉਹ ਟਿਊਸ਼ਨ ਪੜ੍ਹਾ ਉਹਨੂੰ ਤਗੜਿਆਂ ਵੀ ਕਰਦਾ। ਫਿਰ 10ਵੀਂ 12ਵੀਂ ਤੋਂ ਬਾਅਦ ਕਹਿੰਦੇ ਵੀ ਉਹਦੇ ਨਾਲ ਮੁਕਾਬਲਾ ਕਰੋ, ਤੇ ਕਿਵੇਂ ਮੁਕਾਬਲਾ ਕਰਨਗੇ? ਫਿਰ ਉਹ ਵਿਚਾਰੇ ਆਈਲੈਂਡ ਨੂੰ ਡਿਗਰੀ ਬੰਨੀ ਬੈਠੇ ਵੀ ਆਈਲੈਂਡ ਖਰੇ ਡਿਗਰੀ ਹੈ, ਆਈਲੈਂਡ ਕਰਕੇ ਬਾਹਰ ਨੂੰ ਭੱਜਦੇ ਆ, ਤੇ ਬਾਹਰ ਐਂ ਲੱਗਦਾ ਕਿ ਜਿਵੇਂ ਖਰੇ ਜਾਂਦੇ ਆ ਸਾਰਾ ਡਾਲਰ ਵਗੈਰਾ ਸਾਰਾ ਕੁਝ ਪਿਆ, ਬਾਹਰ ਵੀ ਕੁਝ ਨਹੀਂ, ਤੁਹਾਨੂੰ ਪਤਾ ਹੱਟ ਭੰਨਵੀਂ ਮਿਹਨਤ ਹੈ। ਫਿਰ ਉਹ ਸ਼ਾਰਟਕਟ ਲੱਭਦੇ ਆ ਅਮੀਰ ਹੋਣ ਲਈ। ਪ੍ਰੋਬਲਮਸ ਆ ਰਹੀਆਂ ਨੇ, ਔਰ ਮੈਂ ਕਿਸੇ ਵੀ ਲੀਡਰ ਨੂੰ ਚੰਗਾ ਲੀਡਰ ਨਹੀਂ ਮੰਨਦਾ ਜਿਹਦੇ ਸਕੂਲ ਅਜੇ ਤੱਕ ਚੱਜ ਦੇ ਨਹੀਂ ਬਣੇ ਜਿੱਥੇ ਉਹ ਆਪਣਾ ਬੱਚਾ ਪੜ੍ਹਾ ਸਕੇ ਜੀ। ਜੇ ਪੰਜਾਬ ਨੂੰ ਕਿਸੇ ਨੇ ਸੁਧਾਰਨਾ, ਸਾਨੂੰ ਵੱਡੀ ਪੱਧਰ ਦੇ ਸਾਰੇ ਕੰਮ ਬੰਦ ਕਰਕੇ ਪਹਿਲਾਂ ਸਿੱਖਿਆ ਕ੍ਰਾਂਤੀ, ਚੰਗੇ ਸਕੂਲ, ਚੰਗੇ ਟੀਚਰ, ਚੰਗਾ ਮਾਹੌਲ ਸਾਨੂੰ ਇੱਕ ਕ੍ਰੀਏਟ ਕਰਨਾ ਪਊਗਾ। ਤੁਸੀਂ, ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿੰਦਾ, ਸਾਰਿਆਂ ਨੇ ਆਪੋ ਆਪਣੇ ਸਕੂਲਾਂ ਦੇ, ਪਿੰਡਾਂ 'ਚ ਸਕੂਲਾਂ ਦੀਆਂ ਫੋਟੋਆਂ ਮੰਗਾਓ ਤਾਂ ਆਪਣੇ ਸੋਸ਼ਲ ਮੀਡੀਆ ਤੇ ਪਾਓ। ਕੀ ਹੈ, ਘੱਟੋ ਘੱਟ ਪੋਲੀਟੀਕਲ ਬੰਦਿਆਂ ਨੂੰ ਦੇਖਣ ਤੇ ਸਹੀ ਨਾ ਵੀ ਕੀ ਦਿੱਤਾ ਅਸੀਂ ਇਹਨਾਂ ਨੂੰ। ਨਹੀਂ, ਪੋਲੀਟੀਕਲ ਬੰਦੇ ਜਿੱਦਾਂ ਤੁਸੀਂ ਸਾਰੀਆਂ ਗੱਲਾਂ ਜੋ ਕਰ ਰਹੇ ਹੋ, ਇਹੀ ਸਾਡੇ ਮਨਾਂ 'ਚ ਹੈ, ਇਹੀ ਲੋਕਾਂ ਦੇ ਮਨਾਂ 'ਚ ਹੈ। ਇਹਦਾ ਲੀਡਰਸ ਹੀ ਆ ਜਿਹੜੇ ਸਾਰਿਆਂ ਨੂੰ ਪਤਾ ਇਹ ਚੀਜ਼ਾਂ ਦਾ। ਤੁਸੀਂ 3 ਤਰ੍ਹਾਂ ਦੀ ਗਵਰਨਮੈਂਟ ਦੀ ਗੱਲ ਕੀਤੀ ਆ ਕਿ ਇੱਕ ਜਿਹੜੀ ਮੁੱਢਲੀ ਲੋੜ ਆ ਉਹ ਤਾਂ ਪੰਚਾਇਤੀ ਰਾਜ ਦੀ ਆ। ਇਹਦੇ ਵਿੱਚ ਵੀ ਸ਼ਾਇਦ ਸਰਕਾਰਾਂ ਦੀ ਨਲਾਇਕੀ ਰਹੀ ਆ ਕਿ ਅਸੀਂ ਸਰਪੰਚ ਨੂੰ ਮੰਨਦੇ ਹਾਂ, ਬਲਾਕ ਸੰਮਤੀ ਦੇ ਮੈਂਬਰ ਦੀ ਪਤਾ ਨਹੀਂ, ਸਾਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਨਹੀਂ ਕੋਈ ਪਤਾ ਕੀ ਉਹ ਤਾਕਤਾਂ ਡਾਤੀਆਂ ਨੇ। ਅਸੀਂ ਤਾਕਤ ਸਰਪੰਚ ਵਿਚਾਰੇ ਨੂੰ ਅਧਿਕਾਰ ਹੀ ਨਹੀਂ ਦੱਸਿਆ ਜਾਂਦਾ। ਹਾਂਜੀ, ਮੈਂ ਜਦੋਂ ਸਾਡੀ ਗਵਰਨਮੈਂਟ ਬਣੀ, ਮੈਂ ਬੜਾ ਰਿਕੁਐਸਟ ਕੀਤੀ ਵੀ ਸਾਡੀ ਇੱਕ ਕਿਤਾਬ ਹੈਗੀ ਜਿੱਥੇ ਪੰਚਾਇਤੀ ਰਾਜਾਂ ਦਾ ਅਧਿਕਾਰ ਦੱਸੇ ਗਏ ਨੇ ਜੀ, ਤੇ ਉਹ ਜ਼ਰੂਰ ਸਰਪੰਚਾਂ ਨੂੰ ਲਾਓ ਵੀ ਪੜ੍ਹੋ। ਪਰ ਜੇ ਉਹ ਪੜ੍ਹਦੇ ਆ ਤੇ ਇਹਨਾਂ ਦਾ ਸਾਰਾ ਖਤਮ ਹੋ ਜਾਂਦਾ, ਉਹ ਵੀਡੀਓ ਵਗੈਰਾ, ਵੀਡੀਓ ਤੰਤਰ ਸਾਰਾ ਖਤਮ ਹੋਣਾ, ਐਮਐਲਏ ਦਾ ਵਿੱਚੋਂ ਤੰਤਰ ਖਤਮ ਹੋ ਜਾਂਦਾ ਜੀ। ਫਿਰ ਉਹ ਆਪਣੇ ਅਧਿਕਾਰਾਂ ਦੀ ਗੱਲ ਕਰਨ ਲੱਗ ਪੈਂਦੇ ਆ। ਸਰਪੰਚ ਤੇ ਹੁਣ ਵਿਚਾਰਾ ਸਵਾਏ ਜ਼ਮਾਨਤ ਦੇਣ ਤੋਂ ਜਾਂ ਪਿੰਡ 'ਚ ਰੈਲੀ ਕਰਾਉਣ ਤੋਂ ਇਲਾਵਾ ਉਹ ਵਿਚਾਰਾ ਦੇ ਮਤਲਬ ਇਹਨਾਂ ਦੇ ਰਹਿਮੋ ਕਰਮ ਦੇ ਸੈਕਟਰੀਆਂ ਦੇ ਜੀ। ਤੁਸੀਂ ਵੇਖੋ ਸੈਕਟਰੀ ਵੀਡੀਓ ਦੀ ਹਾਲਾਤ ਵੇਖੋ ਵੀ ਕਿੰਨੇ ਅਮੀਰ। ਤੁਸੀਂ ਲਾਗੇ ਬੰਨੇ ਤੁਹਾਡੇ ਵੀ ਰਿਸ਼ਤੇਦਾਰ ਹੋਣੇ ਹੀ, ਪਤਾ ਕਰ ਲਓ ਕੀ ਨੇ ਉਹਨਾਂ ਨੂੰ ਤੇ ਵਿਚਾਰਿਆਂ ਨੂੰ ਕਨਸਟੀਟਿਊਸ਼ਨ ਨੇ ਬਹੁਤ ਰਾਈਟ ਦਿੱਤੇ ਨੇ। ਪਰ ਇਹ ਕੀ ਕਰਦੇ ਆ, ਇਹ ਮੁੜ ਕੇ ਆਪਣੀਆਂ ਮਤਲਬ ਸੈਕਟਰੀ ਲੈਵਲ ਤੋਂ ਪਾਲਿਸੀਆਂ ਕਢਾ ਕੇ ਉਹਨਾਂ ਦੀਆਂ ਤਾਕਤਾਂ ਘਟਾ ਦਿੰਦੇ। ਸਰਪੰਚ ਕੋਲ ਤਾਕਤ ਹੀ ਨਹੀਂ ਰਹਿਣ ਦਿੰਦੇ ਥੱਲੇ। ਪਰ ਜੇ ਕਨਸਟੀਟਿਊਸ਼ਨ ਦੇ ਮੁਤਾਬਕ ਉਹ ਚੱਲੇ ਤੇ ਸਰਪੰਚ ਕੋਲ ਸਜ਼ਾ ਦੇਣ ਦੀ ਪਾਵਰ ਵੀ ਹੈਗੀ। ਉਹ ਤਾਂ ਚਲੋ ਸੰਵਿਧਾਨ ਦੀ ਗੱਲ ਕਰਦੇ ਕਿ ਸੰਵਿਧਾਨ ਨੂੰ ਇਹੀ ਸ਼ਾਇਦ ਤੋੜਨਾ ਮਰੋੜਨਾ, ਸੰਵਿਧਾਨ ਤਾਂ ਵਰਕ ਕਰ ਨਹੀਂ ਰਿਹਾ। ਇਹ ਤਾਂ ਆਪਾਂ ਇੱਕ ਤਰ੍ਹਾਂ ਜੋ ਤੁਹਾਡੀਆਂ ਗੱਲਾਂ ਲੱਗਦਾ ਬਿਲਕੁਲ ਨਹੀਂ ਕਰ ਰਿਹਾ ਕਿ ਸੰਵਿਧਾਨ ਜਿਹੜਾ ਹੈ ਮਾੜਾ ਮੋਟਾ ਜਿਹੜਾ ਚੱਲ ਰਿਹਾ ਨਾ ਤਾਣਾ ਬਾਣਾ, ਉਹ ਕੁਝ ਅੱਛੇ ਪੋਲੀਟੀਸ਼ੀਅਨ ਦੇ ਕਰਕੇ, ਕੁਝ
ਜੀ ਤੇ ਕੁਝ ਅੱਛੇ ਬਿਊਰੋਕ੍ਰੇਸੀ ਕਰਕੇ ਚੱਲ ਰਿਹਾ, ਚਾਹੇ ਉਹ ਪੁਲਿਸ 'ਚ ਹੋਵੇ ਚਾਹੇ ਕਿਸੇ 'ਚ ਹੋਵੇ, ਚੰਗੇ ਬੰਦੇ ਹੈਗੇ ਨੇ, ਜੀ ਬਹੁਤ ਚੰਗੇ ਵਿਚਾਰੇ ਵੀ ਹੈਗੇ। ਜੀ ਕੁਝ ਜਿਹੜੇ ਮਾੜੇ ਮੋਟਾ ਤੁਸੀਂ ਸਾਹ ਲੈ ਰਹੇ ਜੀ ਉਹਨਾਂ ਕਰਕੇ ਲੈ ਰਹੇ, ਜਿਹੜੇ ਦਵਾਈ ਪਾਉਂਦੇ ਵੀ ਨਹੀਂ ਇਦਾਂ ਨਹੀਂ ਇਦਾਂ ਕਰ। ਜੀ ਤੇ ਹੁਣ ਜਿੱਦਾਂ ਸਟੇਟ ਦੀ ਆਪਾਂ ਗੱਲ ਕਰਦੇ ਹਾਂ ਕਿ ਗਵਰਨਰ ਲਾ ਦਿੱਤਾ, ਗਵਰਨਰ ਜਿਹੜਾ ਕਿ ਇੱਕ ਰੈਪਰੈਜ਼ੈਂਟ ਕਰਦਾ ਆ ਕਿ ਜਿਹੜਾ ਸੈਂਟਰ ਤੋਂ ਆ, ਇੱਕ ਤਰ੍ਹਾਂ ਦੇ ਨਾਲ ਉਹਦੇ ਉੱਤੇ ਕੁੰਡਾ ਰੱਖਿਆ, ਇੱਦਾਂ ਹੀ ਪ੍ਰਧਾਨ ਮੰਤਰੀ ਦੇ ਉੱਤੇ ਰਾਸ਼ਟਰਪਤੀ ਜਾਨੀ ਤਾਕਤਾਂ ਦਾ ਵਰਗੀਕਰਨ ਕਰ ਦਿੱਤਾ। ਨਹੀਂ ਇਹ ਦੇਖੋ ਕਨਸਟੀਟਿਊਸ਼ਨਲ ਤਾਕਤਾਂ ਨੇ। ਹਾਂਜੀ ਵੀ ਉਹ ਇਸ ਕਰਕੇ ਰੱਖਿਆ ਹੁੰਦਾ ਵੀ ਜਿਹੜਾ ਵੀ ਕਾਨੂੰਨ ਪਾਸ ਹੋਣਾ ਜਾਂ ਕੋਈ ਗੱਲਬਾਤ ਹੈ ਕੋਈ, ਉਹ ਇੱਕ ਸੈਂਟਰ ਦਾ ਚੈੱਕ ਵੀ ਚਾਹੀਦਾ, ਚੈੱਕ ਬਸ। ਤੇ ਤੁਸੀਂ ਰਾਸ਼ਟਰਪਤੀ ਦਾ ਵੀ ਵੇਖੋ, ਉਹਨਾਂ ਤਾਕਤ ਉਹਨਾਂ ਕੋਲ ਇਹ ਨਹੀਂ, ਸਟੇਟ ਚਲਾਉਣ ਦੀ ਤਾਕਤ ਸਿਰਫ ਮੁੱਖ ਮੰਤਰੀ ਦੇ ਕੋਲ ਆ, ਪਰ ਇੱਕ ਤਰ੍ਹਾਂ ਦੇ ਨਾਲ ਸ਼ਕਤੀ ਦਾ ਵਰਗੀਕਰਨ ਕਰ ਦਿੱਤਾ। ਨਹੀਂ ਹੈ ਹੀ ਨਹੀਂਗਾ ਜੀ, ਕਿਤੇ ਮੁੱਖ ਮੰਤਰੀ ਨੂੰ ਨਹੀਂ ਡੱਕਦਾ, ਗਵਰਨਰ ਡੱਕ ਹੀ ਨਹੀਂ ਸਕਦਾ ਵੀ ਆਹ ਕੰਮ ਜਦੋਂ ਸਾਈਨ ਨਹੀਂ ਹੋਣੇ। ਨਾ ਦੇਖੋ ਜਿਹੜਾ ਬਿੱਲ ਸੁਸਾਇਟੀ ਦੀ ਬੈਟਰਮੈਂਟ ਵਾਸਤੇ ਕਦੀ ਵੀ ਗਵਰਨਰ ਨਹੀਂ ਰੋਕੂਗਾ ਜੀ, ਨਹੀਂ ਰੋਕੂਗਾ। ਗਵਰਨਰ ਉਹ ਰੋਕੂਗਾ ਵੀ ਇਸ ਬਿੱਲ ਨਾਲ ਸੁਸਾਇਟੀ 'ਚ ਕੋਈ ਰੌਲਾ ਤਾਂ ਨਹੀਂ ਪੈਂਦਾ ਜੀ, ਕੋਈ ਪ੍ਰੋਬਲਮਸ ਤਾਂ ਨਹੀਂ ਆਉਂਦੀਆਂ, ਫਿਰ ਉਹ ਰੋਕਦਾ, ਫਿਰ ਉੱਤੇ ਭੇਜਦਾ। ਹੁਣ ਕਈ ਕਾਨੂੰਨ ਨੇ ਜਿਹੜੇ ਤੁਸੀਂ ਲੈਜਿਸਲੇਟਿਵ ਅਸੈਂਬਲੀ ਬਣਾ ਦਿੱਤੀ ਹੈ, ਕੁਝ ਕਾਨੂੰਨ ਨੇ ਜਿਹੜੇ ਸਾਰੇ ਦੇਸ਼ ਲਈ ਬਣਦੇ ਨੇ, ਉਹਨਾਂ 'ਚ ਤੁਸੀਂ ਇੰਟਰਫੇਅਰ ਨਹੀਂ ਕਰ ਸਕਦੇ। ਕਈ ਵਾਰੀ ਉਹ ਵੀ ਕਾਨੂੰਨ ਤੁਸੀਂ ਬਣਾ ਕੇ ਉੱਤੇ ਰੱਖ ਦੋਗੇ, ਫਿਰ ਗਵਰਨਰ ਨਹੀਂ ਬਣ ਦੂਗਾ। ਬੇਸਿਕਲੀ ਇਹ ਚੀਜ਼ਾਂ ਹੀ ਵੇਨੇ ਆ, ਕਿਤੇ ਵੀ ਇਹੋ ਜਿਹੀ ਗੱਲ ਨਹੀਂ, ਇੱਕਾ ਦੁੱਕਾ ਚੀਜ਼ਾਂ ਨੂੰ ਤੁਸੀਂ ਇਹਦੇ ਨਾਲ ਨਾ ਜੋੜੋ। ਬਾਕੀ ਇਹ ਹੁੰਦਾ ਵਾ ਵੀ ਗਵਰਨਰ ਜਿਹੜਾ ਆ ਉਹ ਸਿੱਧੇ ਤੌਰ ਤੇ ਕੋਈ ਦਖਲਅੰਦਾਜ਼ੀ ਨਹੀਂ ਕਰਦਾ। ਉਹ ਜਦੋਂ ਸਰਕਾਰ ਬਣਦੀ ਹੈ, ਸਰਕਾਰ ਦੇ ਕੰਮਾਂ ਨੂੰ ਹਮੇਸ਼ਾ ਤੁਸੀਂ ਗਵਰਨਰ ਦਾ ਭਾਸ਼ਣ ਸੁਣਿਓ ਜੀ। ਗਵਰਨਰ ਹੁਣ ਬੀਜੇਪੀ ਦਾ ਲੱਗਾ ਹੈ ਨਾ, ਭਾਰਤੀ ਜਨਤਾ ਪਾਰਟੀ ਦਾ, ਮੈਂ ਦੱਸਦਾ ਜੀ, ਨਹੀਂ ਹਮੇਸ਼ਾ ਉਹ ਜਦੋਂ ਭਾਸ਼ਣ ਦਊਗਾ ਵਿਧਾਨ ਸਭਾ 'ਚ ਜਾ ਕੇ, ਤਾਂ ਕਹੋ ਮੇਰੀ ਸਰਕਾਰ ਜੀ, ਤੇ ਜੋ ਲਿਖ ਕੇ ਦਿੰਦੇ ਉਹ ਪੜ੍ਹਦਾ ਹੈ, ਜਾਂ ਜੋ ਉਹਨਾਂ ਦੱਸਿਆ ਦਾ ਵੀ ਅਸੀਂ ਆਹ ਕੀਤਾ ਉਹ ਦੱਸਦਾ ਹੈ ਜੀ, ਕਦੀ ਨਹੀਂ ਆਖੂਗਾ ਕਿ ਆਹ ਨਹੀਂ ਕੀਤਾ। ਜੇ ਉਹ ਨਹੀਂ ਕਰਦਾ ਤੇ ਉਹ ਉਹਨਾਂ ਨੂੰ ਲਿਖ ਕੇ ਕਹਿ ਸਕਦਾ ਕਿ ਤੁਸੀਂ ਆਹ ਕਰੋ ਜਾਂ ਨਾ ਕਰੋ। ਫਿਰ ਉਹ ਕੈਬਨਿਟ ਫੈਸਲਾ ਕਰਦੇ ਵੀ ਕੀ ਅਸੀਂ ਇੱਥੇ ਕੋਈ ਤਵੱਜੋ ਕਰਨੀ ਜਾਂ ਨਹੀਂ ਕਰਨੀ। ਇੰਡੀਪੈਂਡੈਂਟਲੀ ਮੁੱਖ ਮੰਤਰੀ ਇਜ਼ ਕਿੰਗ। ਅਸੀਂ ਰਾਜਾ ਜਾਣੀ ਕਹਿ ਦਿੱਤਾ, ਅਸੀਂ ਕਹਿ ਲਓ ਵੀ ਸੰਵਿਧਾਨ ਨੂੰ ਅੱਖੋਂ ਪਰੋਖੇ ਕਰਕੇ। ਨਹੀਂ, ਅੱਖੋਂ ਪਰੋਖੇ ਉਹ ਕਰਦਾ ਜਿਹੜਾ ਬਣਦਾ ਹੈ, ਉਹਨੂੰ ਨਹੀਂ ਕਰਨਾ ਚਾਹੀਦਾ ਨਾ। ਜੇ ਪਰਟੀਕੂਲਰ ਕਿਸੇ ਦੇ ਨਾਂ ਨਾਲ ਪਾ ਵੀ ਦਿੱਤੀ ਵੋਟ, ਉਹਨੂੰ ਕਹੋ ਕਿ ਮੈਨੂੰ ਲੋਕਤੰਤਰ ਨਾਲ ਮੈਂ ਬਣਿਆ ਜੀ, ਫਿਰ ਉਹ ਕੀ ਕਰਦਾ, ਫਿਰ ਉਹਦੀ ਮਰਜ਼ੀ। ਹੁਣ ਤੁਸੀਂ ਦੇਖੋ, ਤੁਸੀਂ ਕਹਿੰਦੇ ਨਾ ਐਮਐਲਏ ਕੋ ਤਾਕਤ, ਐਮਪੀਆਂ ਕੋ। ਕੁੰਵਰ ਵਿਜੇ ਪ੍ਰਤਾਪ ਚੁਣਿਆ ਐਮਐਲਏ ਜੀ, ਉਹਦੇ ਕੋਲ ਸਿਪਾਹੀ ਜਿੰਨੀ ਤਾਕਤ ਨਹੀਂ ਹੈਗੀ। ਅੱਜ ਐਮਐਲਏ ਦਾ ਹੈਗਾ ਨਾ ਵਿਧਾਨ ਸਭਾ ਦਾ, ਆਹ ਜੇ ਅਸਲੀ ਐਮਐਲਏ ਦੀ ਤਾਕਤ, ਮੈਂ ਤੁਹਾਨੂੰ ਸੱਚਾਈ ਦੱਸਾਂ। ਕਿਉਂਕਿ ਜੇ ਅਫਸਰ ਨੂੰ ਪਤਾ ਹੋਵੇ ਕਿ ਐਮਐਲਏ ਮੇਰਾ ਨੁਕਸਾਨ ਕਰੂ ਜਾਂ ਕਨਸਟੀਟਿਊਸ਼ਨ ਨੇ ਇਹਨੂੰ ਤਾਕਤ ਦਿੱਤੀ ਤੇ ਮੇਰਾ ਨੁਕਸਾਨ ਕਰੂ, ਫਿਰ ਉਹ ਕੁੰਵਰ ਵਿਜੇ ਪ੍ਰਤਾਪ ਦੀ ਵੀ ਸੁਣੀ। ਉਹਨੂੰ ਪਤਾ ਇਹਦੇ ਕੋਲ ਕੋਈ ਤਾਕਤ ਨਹੀਂ ਹੈਗੀ, ਇਹਦੇ ਕੋਲ ਸਵਾਏ ਹਾਊਸ 'ਚ ਗੱਲ ਕਰਨ ਤੋਂ ਇਲਾਵਾ ਜਾਂ ਕਾਨੂੰਨ ਬਣਾਉਣ ਤੋਂ ਇਲਾਵਾ ਇਹਦੇ ਕੋਲ ਬਾਹਰੀ ਕਾਨੂੰਨੀ ਤੌਰ ਤੇ ਤਾਕਤ ਨਹੀਂ ਹੈਗੀ। ਵੱਧ ਤੋਂ ਵੱਧ ਕਿਸੇ ਕਮੇਟੀ ਨੂੰ ਸ਼ਿਕਾਇਤ ਪਾ ਸਕਦਾ, ਉੱਥੇ ਉਹਦਾ ਪੱਖ ਫਿਰ ਅਫਸਰ ਦਾ ਸੁਣਿਆ ਜਾਣਾ। ਜਿੱਦਾਂ ਹੁਣ ਇੱਕ ਐਸਐਚਓ ਨੂੰ ਸਸਪੈਂਡ ਕਰਨ ਦੀ ਤਾਕਤ ਐਸਐਸਪੀ ਕਮਿਸ਼ਨਰ ਕੋਲ ਹੀ ਆ। ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਨਹੀਂ, ਇਹ 'ਚ ਮੈਂ ਇਹ ਵੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ 'ਚ ਸਾਡੀ ਇੰਟਰਫੇਰੈਂਸ ਚਾਹੀਦੀ ਵੀ ਨਹੀਂ ਗੀ। ਸਾਡੀ ਇੰਟਰਫੇਰੈਂਸ ਨਹੀਂ ਚਾਹੀਦੀ। ਮੈਂ ਜੇ ਇਹ ਵੀ ਹੋਵੇ ਕਿ ਮੈਂ ਕਹਾਂ ਜੀ ਮੈਂ ਕਮਿਸ਼ਨਰ ਪੁਲਿਸ ਨੂੰ ਬਦਲਾਂ ਜਾਂ ਨਹੀਂ, ਉਹ ਤਰੀਕਾ ਬਿਲਕੁਲ ਠੀਕ ਹੈ, ਬਟ ਜਿਹੜੀ ਮੈਂ ਗੱਲ ਕਰਦਾ, ਮੇਰੀ ਗੱਲ ਪ੍ਰਤੀ ਜਵਾਬਦੇਹੀ ਜ਼ਰੂਰ ਹੋਣੀ ਚਾਹੀਦੀ ਹੈ। ਔਰ ਵਿਦਿਨ ਡੇਜ਼ ਇਹਦਾ ਪਤਾ ਲੱਗੇ ਵੀ ਕਿਉਂ ਨਹੀਂ ਹੋ ਰਿਹਾ, ਕਿਵੇਂ ਹੋਇਆ, ਕਿਵੇਂ ਹੋ ਸਕਦਾ ਹੈ। ਜਾਂ ਜਿਹੜੇ ਕਾਨੂੰਨ ਬਣਾਉਣੇ ਨੇ, ਜਾਂ ਜਿਹੜੇ ਅਫਸਰ ਨੂੰ ਕੰਮ ਕਰਨ 'ਚ ਤੰਗੀ ਆ ਰਹੀ, ਵੀ ਪਰੇਸ਼ਾਨੀ ਹੋ ਰਹੀ, ਵੀ ਆ ਕੰਟਰੋਲ ਨਹੀਂ ਹੋ ਰਿਹਾ, ਉਹ ਆਪਣੀ ਨੀਤੀ ਜਿਹੜੀ ਆ ਉੱਤੇ ਸ਼ੇਅਰ ਕਰ ਸਕਦਾ। ਸੈਕਟਰੀ ਬੈਠੇ ਨੇ ਵੀ ਭਾਈ ਆਹ ਮੁਸ਼ਕਲਾਂ ਆ ਰਹੀਆਂ ਨੇ, ਇਹਨੂੰ ਆਪਾਂ ਇਸ ਤਰੀਕੇ ਨਾਲ ਕਰ ਸਕਦੇ ਹਾਂ। ਫਿਰ ਉਹ ਸਰਕਾਰ ਕੋ ਜਾਂਦਾ, ਸਰਕਾਰ ਫਿਰ ਉਹਨੂੰ ਘੋਖਦੀ ਹੈ ਵੀ ਵਾਕਿਆ ਇਹ ਤੇ ਕਾਨੂੰਨ ਬਣਾਉਣ ਦੀ ਲੋੜ ਹੈ ਜਾਂ ਕਾਨੂੰਨ ਘਟਾਉਣ ਦੀ ਲੋੜ ਹੈ ਜੀ। ਇੱਕ ਤਰੀਕਾ ਹੈ, ਕਿਉਂਕਿ ਜੇ ਅਸੀਂ ਅਜੇ ਸਾਡੇ ਕੋਲ ਤਾਕਤ ਨਹੀਂ ਹੈਗੀ, ਇਹ ਵੀ ਬੜਾ ਪੰਗਾ ਨਾ ਕਿ ਦੇਖੋ ਅਸੀਂ ਤਾਕਤ ਨਾ ਹੁੰਦੇ ਹੋਏ ਵੀ ਅਸੀਂ ਉੱਤੇ ਕਬਜ਼ਾ ਕਰਦੇ ਹਾਂ। ਕਬਜ਼ਾ ਕਰਨ ਦੀ ਇਸੇ ਕਰਕੇ ਲੋੜ ਪੈਂਦੀ ਹੈ ਨਾ ਕਿ ਜੇ ਉੱਤੇ ਵੀ ਕਬਜ਼ੇ ਹੋ ਗਏ, ਫਿਰ ਥੱਲੇ ਵਾਲਾ ਕਹਿੰਦਾ ਜੋ ਤੂੰ ਉੱਤੇ ਕਰੀ ਜਾਂਦਾ ਮੈਂ ਥੱਲੇ ਕਰੀ ਜਾਂਦਾ। ਹੁਣ ਅੱਜ ਪੁਲਿਸ ਥਾਣੇ ਨੇ, ਹਰ ਇੱਕ ਨੂੰ ਪਤਾ ਕਰਪਸ਼ਨ ਹੁੰਦੀ। ਜਦੋਂ ਕੋਈ ਭਰਤੀ ਹੁੰਦਾ ਉਹ ਕਰਪਟ ਨਹੀਂ ਹੁੰਦਾ, ਪਰ ਕੀ ਆ, ਥਾਣਾ ਚਲਾਉਣ ਲਈ 5-7-10 ਲੱਖ ਰੁਪਏ ਜਿਹੜਾ ਮਹੀਨੇ ਦਾ ਹੋਣਾ, ਉਹ ਕਿੱਥੋਂ ਕੌਣ ਦੇਵੇ? ਉਹ ਕਹਿੰਦੇ ਆਪੇ ਇਕੱਠਾ ਕਰੋ। ਹੁਣ ਇਕੱਠਾ ਕਿਹਦੇ ਕੋਲ ਕਰਨਾ? ਸ਼ਰੀਫ ਬੰਦੇ ਨੇ ਹੋਣਾ ਪੈਸੇ ਦੇਣੇ, ਜਾਂ ਜਿਹੜਾ ਕੋਈ ਫਸ ਗਿਆ ਉਹਨੇ ਦੇਣੇ। ਜੇ ਕੋਰਟ ਕੇਸ ਲੱਗੇ, ਕੁਛ ਲੱਗੇ ਆ, ਉਹਦਾ ਕੋਈ ਸਰਕਾਰ ਪੈਸਾ ਥੋੜਾ ਇਹਨਾਂ ਨੂੰ ਦਿੰਦੀ ਹੈ, TADA ਥੋੜਾ ਬਹੁਤਾ ਮਿਲਦਾ ਹੈ। ਬਾਕੀ ਦੇ ਜੇ ਵਕੀਲ ਨੇ ਪੈਸੇ ਲੈਣੇ, ਕੁਛ ਲੈਣੇ ਆ, ਹਰ ਕੋਈ ਪੈਸੇ ਤੋਂ ਬਗੈਰ ਨਹੀਂ ਚੱਲਦਾ। ਕੋਰਟ 'ਚ ਜਾਣਾ ਆ, ਤਰੀਕਾਂ ਪੈਣੀਆਂ। ਜਿਹੜਾ ਪਹਿਲਾਂ ਸ਼ਰੀਫ ਪੈਸੇ ਨਹੀਂ ਨਾ ਲੈਂਦਾ, ਥਾਣੇਦਾਰ ਜਾਂ ਦੂਜਾ ਤੇ ਜਾ ਕੇ ਮੈਂ ਨਹੀਂ ਲੈਣੇ, ਉਹਨੂੰ ਕੋਰਟ ਕਚਹਿਰੀ ਵਾਲੇ ਕੇਸ ਦੇ ਕੇ ਤੋਰ ਛੱਡਦੇ ਵੀ ਤੂੰ ਉਧਰ ਤੁਰਿਆ ਫਿਰ। ਕਿਉਂਕਿ ਜਦੋਂ ਉਹਦੇ ਪੱਲਿਓਂ ਹੀ ਪੈਸੇ ਨਿਕਲਦੇ ਆ ਵੀ ਯਾਰ ਮੇਰੀ ਤਨਖਾਹ 'ਚੋਂ ਜਾ ਰਹੇ, ਮੈਂ ਕਦੇ ਦੇਵਾਂ, ਫਿਰ ਉਹ ਜਾ ਕੇ ਇਸ ਸਿਸਟਮ ਨੂੰ ਹੌਲੀ ਹੌਲੀ ਇਹਦੇ 'ਚ ਇਨਵੋਲਵ ਹੁੰਦਾ। ਜੇ ਸਰਕਾਰ ਪੈਂਦਿਆਂ ਹੀ ਥਾਣਿਆਂ ਦਾ ਖਰਚਾ ਸਰਕਾਰ ਚੁੱਕੇ ਕਿ ਭਾਈ ਪਤਾ ਆ ਵੀ ਇੱਦਾਂ ਚੱਲਣਾ ਹੈ, ਜੇ ਕੇਸ ਰਜਿਸਟਰਡ ਹੋ ਗਿਆ ਇਹਦੇ ਤੇ SHO ਦੀਆਂ ਤਰੀਕਾਂ ਵੀ ਪੈਣੀਆਂ, ਆ ਵੀ ਹੋਣਾ। ਮਤਲਬ ਡੀਜ਼ਲ ਪੈਟਰੋਲ ਨਹੀਂ ਪ੍ਰੋਪਰ ਮਿਲਦੇ ਜਿੰਨੇ ਚਾਹੀਦੇ।
ਫਿਰ ਜਦੋਂ ਚੋਰੀ ਹੋਣੀ ਸ਼ੁਰੂ ਹੋ ਜਾਂਦੀ ਨੇ, ਚਾਹੇ ਪੋਲੀਟੀਕਲ ਤੌਰ ਤੇ ਹੋਵੇ, ਚਾਹੇ ਕੋਈ ਬੱਚਾ ਵੀ ਕਰੇ, ਚਾਹੇ ਕੋਈ ਤੁਹਾਡੇ ਵਪਾਰ 'ਚ ਹੋਵੇ, ਚਾਹੇ ਪੁਲਿਸ 'ਚ ਹੋਵੇ, ਜਦੋਂ ਇੱਕ ਚੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ, ਫਿਰ ਉਹ ਚੋਰੀ ਵੱਡੇ ਡਾਕੇ ਦਾ ਰੂਪ ਧਾਰਨ ਕਰਦੀ ਹੈ, ਚਾਹੇ ਉਹ ਪੋਲੀਟੀਕਲ ਤੌਰ ਤੇ ਹੋ ਜੇ, ਚਾਹੇ ਬਿਊਰੋਕ੍ਰੇਸੀ ਤੌਰ ਤੇ। ਸਾਨੂੰ ਦਫ਼ਤਰ ਚਲਾਉਣ ਲਈ ਜਿਹੜਾ ਖਰਚਾ ਜਿਹੜਾ ਸਰਕਾਰ ਆ, ਉਹ ਥਾਣੇ ਚਲਾਉਣ ਲਈ, ਤੁਹਾਨੂੰ ਪਤਾ ਵੀ ਥਾਣਿਆਂ ਦੇ ਬੜਿਆਂ ਦੇ ਬਿੱਲ ਚ ਬਿਜਲੀ ਦੇ ਦੇਣ ਵਾਲੇ ਬਲੈਕ ਲਿਸਟਡ ਹੋਏ ਆ ਥਾਣੇ, ਪੁਲਿਸ ਥਾਣੇ। ਕੀ ਕਰੋਗੇ? ਕਿਉਂ ਨਹੀਂ ਸਰਕਾਰ ਨੂੰ ਪਤਾ ਕਿ ਜਦੋਂ ਫ੍ਰੀ ਅਸੀਂ ਅਨਾਉਂਸ ਕਰੀ ਜਾਂਦੇ ਵੀ ਤੁਹਾਨੂੰ ਆ ਵੀ ਫ੍ਰੀ ਦੇ ਦਾਂਗੇ, ਆ ਵੀ ਫ੍ਰੀ ਦੇ ਦਾਂਗੇ, ਫ੍ਰੀ ਪਤਾ ਅਸੀਂ ਕਿਉਂ ਦੇਣ ਦੇ? ਕਿਉਂਕਿ ਇਹ ਸਾਨੂੰ ਸਵਾਲ ਨਾ ਕਰਨ। ਫ੍ਰੀ ਕਿਉਂ ਦੇਣ ਦੇ? ਉਹ ਆਪਣੇ ਬੱਚਿਆਂ ਦਾ ਸਵਾਲ ਨਾ ਕਰੇ, ਆਪਣੇ ਬੱਚਿਆਂ ਦੇ ਭਵਿੱਖ ਦਾ ਸਵਾਲ ਨਾ ਕਰੇ। ਉਹ ਨਾ ਪੁੱਛੇ ਵੀ ਨਸ਼ੇ ਕਿੱਦਾਂ ਆ ਰਹੇ, ਉਹ ਨਾ ਪੁੱਛੇ ਵੀ ਇੰਨੀਆਂ ਮੌਤਾਂ ਕਿਉਂ ਹੋ ਗਈਆਂ, ਉਹ ਨਾ ਪੁੱਛੇ ਕਿ ਪੋਲਿਊਟਡ ਕਿਉਂ ਹੋ ਰਿਹਾ ਧਰਤੀ ਦਾ ਪਾਣੀ, ਸਿੱਖਿਆ ਕ੍ਰਾਂਤੀ ਕਿਉਂ ਨਹੀਂ ਆਈ, ਹੈਲਥ ਸੇਵਾਵਾਂ ਠੀਕ ਕਿਉਂ ਨਹੀਂ ਹੋਈਆਂ। ਇਸ ਕਰਕੇ ਜਦੋਂ ਅਸੀਂ ਫੇਲ ਹੋ ਜਾਂਦੇ ਦੈਨ ਵੀ ਗੈਟ ਸਮ ਫ੍ਰੀ। ਚਲੋ ਤੁਸੀਂ ਇਹਦੇ ਨਾਂ ਤੇ ਪਾ ਦਿਓ, ਹੁਣ ਆਹ ਨਾ ਪੁੱਛਿਓ ਸਾਨੂੰ ਜੀ। ਚਲੋ ਇਹ ਗੱਲਾਂ ਤੇ ਜੋ ਤੁਸੀਂ ਦੱਸ ਰਹੇ ਹੋ ਇਹ ਇੱਦਾਂ ਹੀ ਹੁੰਦਾ, ਪਰ ਤੁਸੀਂ ਹੁਣ ਅਸੀਂ ਚੁਣ ਕੇ ਤੁਹਾਨੂੰ ਭੇਜਿਆ ਕਿ ਤੁਸੀਂ ਉੱਥੇ ਗਏ ਹੋ ਤੇ ਤੁਸੀਂ ਜਾ ਕੇ ਆਪਣੀ ਗੱਲ ਰੱਖਦੇ ਹੋ ਜਿਹੜੀ ਕਿ ਪੂਰੀ ਰਿਕਾਰਡਡ ਆ, ਤੇ ਉਹ ਸਰਕਾਰ ਜਿਹੜੀ ਆ ਜਵਾਬ ਦੇ ਆ ਤੁਹਾਨੂੰ, ਹੋਮ ਮਿਨਿਸਟਰੀ ਜਿਹੜੀ ਆ ਜਵਾਬ ਦੇ ਆ ਜੋ ਵੀ ਆਪਾਂ ਪ੍ਰੋਬਲਮ ਦੱਸੀਆਂ। ਐਜ਼ ਏ ਐਮਪੀ ਤੁਹਾਨੂੰ ਪਤਾ ਆ ਕਿ ਆਹ ਸਮੱਸਿਆ ਆ, ਤੇ ਉਹ ਫਿਰ ਸੋਲਵ ਕਿੱਦਾਂ ਕਰੀਏ? ਆਮ ਲੋਕ ਤਾਂ ਇਹ ਚਾਹੁੰਦੇ ਆ। ਉਹੀ ਗੱਲ ਦੱਸਦਾ, ਹੁਣ ਜਿੱਦਾਂ ਅਸੀਂ ਆ, ਮੈਂ ਹਾਊਸ ਦਾ ਆਪਣੇ ਦਾ ਆ, ਹਾਂਜੀ, ਮੈਂ ਹਾਊਸ 'ਚ ਬਾਰ-ਬਾਰ ਉਹਨੂੰ ਅਪਰੋਚ ਕਰਦਾ ਹਾਂ। ਚਲੋ 10 ਰੱਖੀਆਂ ਨੇ, 5-7 ਹੋ ਗਈਆਂ ਨੇ, ਜਿੱਦਾਂ ਡਿਵੈਲਪਮੈਂਟ ਦੀ ਗੱਲ ਰੱਖੀਏ, ਕੋਈ ਰੱਖੀਏ, ਉਹ ਸਾਡੀ ਗੱਲ ਸੁਣੀ ਜਾਂਦੀ ਹੈ ਔਰ ਸਰਕਾਰ ਉੱਤੇ ਵਰਕ ਕਰਦੀ ਹੈ ਜੀ। ਹੁਣ ਕਈ ਚੀਜ਼ਾਂ ਹੁੰਦੀਆਂ, ਜਿਵੇਂ ਹੁਣ ਅਸੀਂ ਪੋਲੂਸ਼ਨ ਦੀ ਆਪਾਂ ਗੱਲ ਕਰਦੇ ਹਾਂ, ਸਾਡੇ ਵੀ ਗੰਦਾ ਨਾਲਾ ਹੈ, ਅਸੀਂ ਬਾਰ-ਬਾਰ ਉੱਥੇ ਮੁੱਦਾ ਉਠਾਉਂਦੇ ਕਿ ਸਰ ਗੰਦਾ ਨਾਲਾ, ਅਸੀਂ ਮਰ ਗਏ, ਲੋਕ ਕੈਂਸਰ ਹੋ ਗਈ, DNA ਖਤਮ ਹੋ ਰਹੇ, ਇਹਦੇ ਤੇ ਕਾਰਵਾਈ ਕਰੋ। ਜਵਾਬ ਇਹ ਆਉਂਦਾ ਵੀ ਇਹ ਸਟੇਟ ਸਬਜੈਕਟ ਨੇ, ਤੇ ਅਨਆਫੀਸ਼ੀਅਲੀ ਸਾਨੂੰ ਇਹ ਕਹਿੰਦੇ ਕਿ ਤੁਹਾਨੂੰ ਪੈਸੇ ਬਣਾਉਣ ਲਈ ਅਸੀਂ ਦੇ ਦਾਂਗੇ, ਸਟੇਟ ਕੋਲ ਪ੍ਰੋਜੈਕਟ ਲੈ ਆਓ। ਹੁਣ ਪ੍ਰੋਜੈਕਟ ਤੇ ਫਿਰ ਸਟੇਟ ਨੇ ਬਣਾਉਣਾ। ਜਿਹੜੀਆਂ ਚੀਜ਼ਾਂ ਸਟੇਟ ਦੇ ਅੰਡਰ ਨੇ ਉਹ ਫਿਰ ਸਟੇਟ ਨੂੰ ਲਿਖਿਆ ਜਾਂਦਾ ਵੀ ਤੁਹਾਡੀ ਆਹ ਮੁਸ਼ਕਿਲ ਹੈ ਤੇ ਕਾਰਵਾਈ ਕਰੋ। ਹੁਣ ਸਟੇਟ ਨੇ ਕਰਨੀ ਨਹੀਂ ਕਰਨੀ ਉਹਦੀ ਕੋਈ ਜਵਾਬਦੇਹੀ ਹੈ ਨਹੀਂ। ਉਹ ਚਿੱਠੀ ਪੱਤਰਾਂ ਹੀ ਤੁਰ ਜਾਣਾ, ਉਹਨਾਂ ਨੇ ਸੱਦਣਾ, ਉਹਨਾਂ ਕਹਿਣਾ ਬਿਜ਼ੀ ਹੈ। ਮਤਲਬ ਤੁਸੀਂ ਡਿਜੀਟਲ ਇੰਡੀਆ ਦੀ ਗੱਲ ਅਸੀਂ ਕਰਦੇ ਜਾਂ ਡਿਜੀਟਲ ਕਰਨ ਦੀ ਗੱਲ ਕਰਦੇ, ਅਜੇ ਵੀ ਫਾਈਲਾਂ ਦਾ ਐਡਾ ਲੰਮਾ ਚੱਕਰ ਆ। ਕੋਈ ਇਨਕੁਆਇਰੀ ਹੋਣੀ ਹੋਵੇ ਤੁਹਾਡੀ, ਅਜੇ ਤੁਹਾਡੀ ਮੈਂ ਪਾਸਪੋਰਟ ਦੀ ਵੀ ਗੱਲ ਦੱਸ ਦਿੰਦਾ, ਇੱਥੇ ਪਾਸਪੋਰਟ ਕਿਸੇ ਨੇ ਨਵਾਂ ਬਣਾਉਣਾ ਇੰਡੀਅਨ, ਉਹਦੀ ਇਨਕੁਆਇਰੀ ਉਹੀ ਤਰੀਕਾ ਫੇਰ ਆ ਵੀ ਇੱਥੋਂ ਜਾਣੀ ਆ ਦਿੱਲੀ, ਦਿੱਲੀੋਂ ਅੱਗੋਂ ਪੰਜਾਬ, ਪੰਜਾਬ ਚੋਂ ਫਿਰ ਉਹ ਥਾਣੇ, ਥਾਣਿਓਂ ਫਿਰ ਉਹ ਘਰਾਂ ਦੇ ਨਾਲ ਦੋ ਗਵਾਹ, ਕਈ ਵੀਕ ਤੇ ਡਿਜੀਟਲ ਇੰਡੀਆ ਕਾਹਦਾ ਹੋਇਆ ਜੀ? ਤੇ ਇੱਥੇ ਸਰ ਜੇ ਸਾਨੂੰ ਇਹ ਵੀ ਨਹੀਂ ਪਤਾ ਵੀ ਜਿਹੜਾ ਸਾਡਾ ਬੰਦਾ ਗਿਆ ਇੱਥੋਂ ਉਹਦਾ ਕਾਨੂੰਨੀ ਤੌਰ ਤੇ ਠੀਕ ਹੈਗਾ ਕਿ ਨਹੀਂ ਹੈਗਾ, ਉਹ ਤੇ ਝੱਟ ਪਤਾ ਲੱਗ ਜਾਣਾ ਚਾਹੀਦਾ, ਆਨਲਾਈਨ ਹਰ ਚੀਜ਼ ਹੋਵੇ, ਪਰ ਉਹ ਪ੍ਰਾਪਤ ਨਹੀਂ। ਤੇ ਤੁਸੀਂ ਮੰਨਦੇ ਹੋ ਬੜੀਆਂ ਸਮੱਸਿਆਵਾਂ ਨੇ। ਦੇਖੋ ਇਹਦੇ 'ਚ ਇਹ ਨਹੀਂ ਗੱਲ ਕਿ ਦੂਰ ਨਹੀਂ ਹੋਣੀਆਂ ਜਾਂ ਅਸੀਂ ਬਿਲਕੁਲ ਹੀ ਪੱਲਾ ਝਾੜ ਕੇ ਬਹਿ ਜਾਾਂਗੇ। ਸਾਨੂੰ ਜਦੋਂ ਇਹੋ ਜਿਹੀ ਆਵਾਜ਼ ਬਣਦੀ ਆ, ਹੌਲੀ ਹੌਲੀ ਸਾਰੇ ਲੋਕ, ਪਹਿਲੀ ਗੱਲ ਤੇ ਲੋਕਾਂ ਨੂੰ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵੀ ਇਹ ਜ਼ਰੂਰ ਆਪਣੇ ਆਪ ਸੋਚਿਆ ਕਰੋ ਵੀ ਕਿਹੜਾ ਸਵਾਲ ਕਿਹਦਾ ਹੈ। ਜਦੋਂ ਇਹ ਸਵਾਲਾਂ ਦਾ ਰਲ ਕੱਢ ਕਰ ਦਿੰਦੇ ਉਹ ਵੀ ਫਿਰ ਰਲ ਕੱਢ ਕਰਕੇ ਆਪਣਾ ਖੜਾ ਛਡਾ ਕੇ ਗਾਂ ਜਾਂਦੇ। ਨਹੀਂ, ਐਸੇ ਰਲ ਕੱਢ ਇਦਾਂ ਆ ਕਿ ਐਜ਼ ਏ ਮਿਨਿਸਟਰ ਸਿਰਫ ਐਮਪੀ ਨਹੀਂ ਪੁੱਛ ਰਿਹਾ, ਮੈਂ ਐਜ਼ ਏ ਪਾਰਟੀ ਪੁੱਛ ਰਿਹਾ ਕਿ ਐਮਪੀ ਨਹੀਂ ਸਵਾਲ ਕਰੋ। ਹਾਂਜੀ, ਮੁਸ਼ਕਿਲ ਇਸ ਗੱਲ ਦੀ, ਮੈਂ ਤੁਹਾਡੀ ਨਹੀਂ ਕਹਿ ਰਿਹਾ, ਮੈਂ ਤੁਹਾਡੇ ਮਾਧਿਅਮ ਵਿੱਚ ਸੰਗਤ ਦੀ ਗੱਲ ਕਰ ਰਿਹਾ ਜੀ, ਕਿ ਸੰਗਤ ਸਵਾਲ ਨੂੰ ਜਦੋਂ ਰਲ ਕੱਢ ਕਰ ਦਿੰਦੀ ਹੈ ਫਿਰ ਉਹ ਸਾਰਾ ਕੋਈ ਬੰਦਾ ਜਿਹੜਾ ਤੇ ਕਾਬੂ ਆ ਗਿਆ ਉਹ ਆ ਗਿਆ, ਦੂਜੇ ਕੋਈ ਸਵਾਲ ਨਹੀਂ ਹੁੰਦੇ। ਹੁਣ ਜਿਵੇਂ ਨਸ਼ੇ ਦੀ ਗੱਲ ਹੈ, ਤੁਸੀਂ ਪੁਲਿਸ ਕਮਿਸ਼ਨਰ ਨੂੰ ਬਿਠਾਓ ਨਾ, ਉਹਦੇ ਕੋਲ ਸਵਾਲ ਕਰੋ, ਉਹਨੂੰ ਲਾਈਵ ਕਰੋ, ਉਹਨੂੰ ਕਹੋ ਭਾਈ ਸਾਨੂੰ ਦੱਸ ਕਿ ਤੇਰੇ ਇੰਨੇ ਜਗ੍ਹਾ ਜਾਂ SSP ਨੂੰ ਪੁੱਛੋ ਵੀ ਇੱਥੇ ਤੇਰੇ ਸ਼ਰਾਬ ਵਿਕਣ ਦੀ ਆਹ ਚੀਜ਼ਾਂ ਹੋ ਰਹੀਆਂ, ਜਾਂ ਇਹ ਕਾਨੂੰਨੀ ਤੌਰ ਤੇ ਆਪਣੀ ਮੈਂ ਮਦਦ ਲੈਣ ਗਿਆ, ਮੈਨੂੰ NRI ਨੂੰ ਕਿਉਂ ਉਲਝਾਇਆ ਗਿਆ ਤੁਸੀਂ ਸਾਨੂੰ? ਕੋਈ ਸਵਾਲ ਦਾ ਜਵਾਬ ਨਹੀਂ ਹੈਗਾ। ਸੋ ਸਵਾਲ ਹੋਣੇ ਚਾਹੀਦੇ ਆ, ਇਹ ਨਹੀਂ ਗੱਲ ਕਿ ਸਵਾਲ ਨਹੀਂ ਹੋਣੇ ਚਾਹੀਦੇ ਹਰ ਤਰ੍ਹਾਂ। ਅਸੀਂ ਹੁਣ ਦੇਖੋ ਮੇਰਾ ਫੋਨ ਤੁਸੀਂ ਚੈੱਕ ਕਰ ਲਿਓ, ਮੈਨੂੰ ਹੁਣੇ ਫੋਨ ਵੀ ਆਉਣਾ ਕਿਸੇ ਦਾ ਟਰਾਂਸਫਾਰਮਰ ਵੀ ਲੱਗਣ ਵਾਲਾ ਹੋਊਗਾ, ਤੇ ਕੱਲ ਉਹ ਫੋਨ ਕਰ ਰਿਹਾ ਭਾਜੀ ਮੇਰਾ ਟਰਾਂਸਫਾਰਮਰ ਨਹੀਂ ਲੱਗਣ ਰਿਹਾ, ਮੈਂ ਫੋਨ ਕਰਕੇ ਇੱਥੋਂ ਦਾ ਤੁਹਾਡੇ ਬਾਰੇ ਤਾਂ ਇਹੀ ਅਸੀਂ ਸੁਣਿਆ, ਮੇਰੀ ਡਿਊਟੀ ਨਹੀਂ ਗਈ, ਬਟ ਮੈਂ ਇੱਕ ਚੁਣਿਆ ਉਹਦੇ ਨਾਲ, ਉਹਨੇ ਮੇਰੇ ਉਮੀਦ ਰੱਖ ਕੇ ਕੀਤੀ, ਮੈਂ ਫੋਨ ਕਰਤਾ ਜੀ। ਉਹਦਾ ਇੱਕ ਸਿਸਟਮ ਆ, ਸਿਸਟਮ ਡੈਡ ਆ। ਸਾਡਾ ਤੇ ਕੰਮ ਹੈ, ਵੇਖੋ ਮੈਂ ਨਾ ਨਹੀਂ ਕਰਦਾ ਕਿ ਮੈਂ ਤੇ ਆ ਹੁਣ ਜਿਵੇਂ ਤਸਦੀਕ ਕਰਨੇ ਆ, ਮੇਰਾ ਕੰਮ ਨਹੀਂ ਗਾ। ਮੈਂਬਰ ਪਾਰਲੀਮੈਂਟ ਕਿਵੇਂ 20 ਲੱਖ ਬੰਦੇ ਨੂੰ ਜਾਣ ਸਕਦਾ? ਕੌਂਸਲਰ ਦਾ ਕੰਮ ਹੈ, ਪਰ ਉਹ ਉਹਨਾਂ ਨਾਲ MP ਵੀ ਲਿਖਤਾ ਉੱਥੇ। ਉਹ ਮੈਂ ਹੁਣ ਐਤਕੀ CM ਨੂੰ ਕਿਹਾ, ਮੈਂ ਕਿਹਾ ਤੁਸੀਂ MP ਕਿਵੇਂ ਤਸਦੀਕ ਕਰ ਸਕਦਾ ਬੰਦੇ ਨੂੰ? ਮੈਂ MP ਹਾਂ, ਮੈਂ 25 ਲੱਖ ਬੰਦਾ ਕਿਵੇਂ ਗਲੀ ਗਲੀ ਜਾਣ ਸਕਦਾ ਕਿ ਆਹੋ ਜੀ ਫਲਾਣਾ ਬੰਦਾ ਹੈ? ਕੌਂਸਲਰ ਤੇ ਜਾਣ ਸਕਦਾ, ਕੌਂਸਲਰ ਦੀ ਛੋਟੀ ਜਾਂ ਪਿੰਡ ਵਾਲਾ ਸਰਪੰਚ ਤੇ ਜਾਣ ਸਕਦਾ, ਪਰ ਉਹਨਾਂ ਨਾਲ MP ਵੀ ਲਿਖਤਾ, MLA ਵੀ ਲਿਖਤਾ। ਹੁਣ ਮੈਨੂੰ ਵੀ ਉਹ ਕਈ ਕਿਉਂਕਿ ਲਿਖਿਆ ਵਾ, ਹੁਣ ਮੈਂ ਮੋੜ ਨਹੀਂ ਸਕਦਾ, ਪਰ ਮੈਂ ਚਲੋ ਉਹਦੀ ਤਸਦੀਕ ਕਰਕੇ ਪਿੱਛੋਂ ਕਿਸੇ ਕੋਲ ਮੰਗਾ ਕੇ ਤਸਦੀਕ ਕਰਦਾ, ਮੈਂ ਇੱਦਾਂ ਨਹੀਂ ਕਰਦਾ। ਕਈ ਚੀਜ਼ਾਂ ਨੇ ਜਿਹੜੀਆਂ ਮਤਲਬ ਜਿਹੜੀਆਂ ਸਾਡੀਆਂ ਨਹੀਂ ਵੀ ਬਣਦੀਆਂ, ਉਹ ਵੀ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ।
ਜੀ ਚਲੋ ਐਸੇ ਪਾਰਟੀ ਵੀ ਆਪਾਂ ਗੱਲ ਜਿਹੜੀ ਕਰਦੇ ਆ ਕਿ ਪ੍ਰਤਾਪ ਸਿੰਘ ਕੈਰੋਂ ਜਦੋਂ ਆਪਾਂ ਗੱਲ ਕਰਦੇ ਆ ਕਿ ਇੰਡੀਆ ਦੇ ਜਿਹੜੇ ਸਭ ਤੋਂ ਵਧੀਆ ਮੁੱਖ ਮੰਤਰੀ ਹੁਣ ਤੱਕ ਦੇ ਹੋਏ ਆ ਉਹਨਾਂ ਵਿੱਚ ਪਹਿਲਾ ਨਾਂ ਆਉਂਦਾ ਪ੍ਰਤਾਪ ਸਿੰਘ ਕੈਰੋਂ ਦਾ। ਤੁਹਾਡੀ ਪਾਰਟੀ ਦੇ ਨਾਲ ਸੰਬੰਧਿਤ ਰਹੇ ਆ ਕਾਫੀ ਉਹਨਾਂ ਨੇ, ਕਿਉਂਕਿ ਜਿਸ ਵੇਲੇ ਪਾਰਟੀਸ਼ਨ ਵੀ ਹੋਈ ਆ ਤੁਸੀਂ ਵੱਧ ਜਾਣਦੇ ਹੋ ਕਿ ਸਾਡੇ ਕੋਲ ਹੈ ਕੁਛ ਨਹੀਂ ਸੀ ਪੰਜਾਬ ਦੇ ਕੋਲ, ਇੱਕ ਛੋਟਾ ਜਿਹਾ ਸੂਬਾ। ਜੇ ਆਪਾਂ GDP ਦੀ ਗੱਲ ਕਰੀਏ 2001-2 ਤੱਕ ਆਪਾਂ ਪਹਿਲੇ ਨੰਬਰ ਤੇ ਰਹੇ ਆ ਜਾਂ ਪਹਿਲੇ ਪੰਜਾਂ ਦੇ ਵਿੱਚ ਰਹੇ ਆ। ਹੁਣ GDP ਦੇ ਤੌਰ ਦੇ ਉੱਤੇ ਆਪਾਂ ਬਹੁਤ ਪਿੱਛੇ ਚਲੇ ਗਏ। ਜੇ ਆਪਾਂ ਨੈਸ਼ਨਲ ਲੈਵਲ ਦੇ ਉੱਤੇ ਦੇਖੀਏ ਇਸ ਵੇਲੇ ਮੈਨੂੰ ਲੱਗਦਾ ਵੀ ਆਪਾਂ ਬਲੋ ਨੈਸ਼ਨਲ ਲੈਵਲ ਜਿਹੜੀ GDP ਆ ਬਲੋ ਤੋਂ ਵੀ ਆਪਾਂ ਥੱਲੇ ਜਾ ਰਹੇ ਹਾਂ। ਤੇ ਤੁਸੀਂ ਕਿਉਂਕਿ ਇਹ ਹੁਣ ਸਟੇਟ ਜਿਹੜਾ ਹੈ ਜਦੋਂ ਆਪਾਂ ਦੂਜੀਆਂ ਸਟੇਟਸ ਦੇ ਨਾਲ ਕੰਪੈਰੀਜ਼ਨ ਕਰਦੇ ਹਾਂ, ਕਿਉਂਕਿ ਤੁਸੀਂ ਉੱਥੇ ਮਿਲਦੇ ਹੋ, ਤੁਹਾਡੀ ਪਾਰਟੀ ਦੇ ਕੋਈ ਤਾਮਿਲਨਾਡੂ ਤੋਂ ਆਏ ਹੋਏ ਆ ਜਾਂ ਕਰਨਾਟਕ ਤੋਂ ਆਏ ਆ, ਮਹਾਰਾਸ਼ਟਰ ਤੋਂ ਆਏ ਹੋਏ ਆ, ਆਪਸ ਵਿੱਚ ਆ ਵਿਚਾਰਾਂ ਵੀ ਹੁੰਦੀਆਂ ਹੋਣਗੀਆਂ ਜਦੋਂ ਤੁਸੀਂ ਦੇਖਦੇ ਹੋ। ਤੇ ਕੀ ਕਾਰਨ ਆ ਕਿ ਉਹ ਜਿਹੜੇ ਸੂਬੇ ਆ ਜਿਹੜੇ ਸਾਡੇ ਤੋਂ ਪਿੱਛੇ ਸੀ, ਜਿਹੜੇ ਸਾਨੂੰ ਆਈਡੀਅਲ ਮੰਨਦੇ ਸੀ ਪਹਿਲੀਆਂ ਦੇ ਵਿੱਚ ਕਿ ਪੰਜਾਬ ਜਿਹੜਾ ਆ ਬੜਾ ਖੁਸ਼ਹਾਲ ਆ, ਤੇ ਇਹਦੇ ਵਿੱਚ ਮੰਨਫੀ ਆਪਾਂ ਇੱਕ ਸਰਕਾਰ ਦੇ ਉੱਤੇ ਵੀ ਸੈੱਟ ਨਹੀਂ ਸਕਦੇ, ਇੱਕ ਅਕਾਲੀਆਂ ਨੇ ਆਹ ਕਰ ਦਿੱਤਾ ਜਾਂ ਆਮ ਆਦਮੀ ਪਾਰਟੀ ਕਰ ਦਿੱਤਾ, ਉਹਦੇ ਵਿੱਚ ਕਾਂਗਰਸ ਵੀ ਰਹੀ ਆ। ਤੇ ਉਹ ਫਿਰ ਵਿਚਾਰਾਂ ਤੋਂ ਤੁਸੀਂ ਕੀ ਲੱਗਦਾ ਆ ਕਿ ਉਹਨਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ ਅੱਗੇ ਵਧਣ ਦੇ ਲਈ? ਦੇਖੋ ਬਹੁਤ ਸੂਬੇ ਨੇ ਔਰ ਬੜੇ ਪਿਛੜੇ ਸੂਬੇ ਸੀ ਜਿਨ੍ਹਾਂ ਨੇ ਤਰੱਕੀ ਕੀਤੀ ਹੈ। ਥੋੜੀ ਇੱਕ ਤੇ ਪੋਜ਼ਿਟਿਵਿਟੀ ਨਾਲ ਚੱਲੇ ਆ। ਕੋਈ ਵੀ ਸਰਕਾਰ ਬਣੇ ਸਾਨੂੰ ਸੈਂਟਰ ਨੂੰ ਤੇ ਸਟੇਟ ਨੂੰ ਰਲ ਕੇ ਕੰਮ ਕਰਨਾ ਪੈਂਦਾ ਸਟੇਟ ਦੀ ਤਰੱਕੀ ਵਾਸਤੇ। ਕੋਈ ਬਹੁਤ ਟੈਕਸ ਜਿਹੜਾ ਹੈ ਉਹ ਸੈਂਟਰ ਕਲੈਕਟ ਕਰਦਾ, ਉਹਦਾ ਹਿੱਸਾ ਫਿਰ ਵਾਪਸ ਆਉਂਦਾ ਹੈ। ਮੈਂ ਪਿਛਲੇ ਜਦੋਂ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣਿਆ ਉਦੋਂ ਕਾਂਗਰਸ ਗਵਰਨਮੈਂਟ ਸੀ, ਉੱਥੇ ਕੈਪਟਨ ਸਾਹਿਬ ਸੀ। ਅਸੀਂ ਬਹੁਤ ਜ਼ੋਰ ਲਾਇਆ ਕਿ ਕੈਪਟਨ ਸਾਹਿਬ, ਕਿਉਂਕਿ ਫਿਰ ਗੱਲ ਉੱਥੇ ਆਈ ਨਹੀਂ ਵੀ ਡਿਮਾਂਡ ਜਿਹੜੀਆਂ ਨੇ ਉਹ ਸਟੇਟ ਨੇ ਭੇਜਣੀਆਂ ਨੇ ਜੀ। ਸਟੇਟ ਦੇ ਉੱਤੇ ਸੈਕਟਰੀ ਬਣੇ ਨੇ, ਹਰ ਡਿਪਾਰਟਮੈਂਟ ਦੇ ਉੱਤੇ ਸੈਕਟਰੀ ਹੈ ਜਿਹਨੇ ਸਰਕਾਰ ਨੂੰ ਪਰਫਾਰਮ ਕਰਨਾ ਹੈ, ਦੱਸਣਾ। ਹੁਣ ਕੋਈ ਮੁੱਖ ਮੰਤਰੀ ਕੋਈ ਘੱਟ ਪੜ੍ਹਿਆ ਵੀ ਹੋ ਸਕਦਾ, ਮੰਤਰੀ ਉਸ ਡਿਪਾਰਟਮੈਂਟ ਦਾ ਮਾਸਟਰ ਨਹੀਂ ਹੋ ਸਕਦਾ। ਇਸੇ ਕਰਕੇ IAS ਲੌਬੀ ਬਣੀ ਹੈ ਕਿ ਤੁਸੀਂ ਸਭ ਤੋਂ ਪੜ੍ਹੇ ਲਿਖੇ ਲੋਕ ਜੇ ਤੁਸੀਂ ਇਸ ਚੀਜ਼ ਨੂੰ ਸਮਝ ਕੇ ਅੱਗੇ ਦੇਣਾ ਹੈ। ਹੁਣ ਜਿਹੜੀ ਡਿਮਾਂਡ ਹੈ ਸੈਂਟਰ ਤੋਂ, ਸੈਂਟਰ ਦੀਆਂ ਸਕੀਮ ਜਿਹਨੇ ਉਹ ਤਾਂ ਸਟੇਟ ਨੇ ਬਣਾ ਕੇ ਦੇਣੀ ਹੈ ਵੀ ਇਸ ਸਕੀਮ ਦੇ ਵਿੱਚ ਆਹ ਜਿਹੜੀ ਡਿਮਾਂਡ ਹੈ ਇਹ ਵੀ ਅੱਗੇ ਭੇਜੋ। ਇਹਦੇ ਨਾਲ ਅਸੀਂ ਜਿਹੜਾ ਵਾ ਅਸੀਂ ਉੱਥੋਂ ਜਾ ਕੇ ਅਸੀਂ ਸੈਂਟਰ ਨਾਲ ਗੱਲ ਕਰਕੇ ਅਸੀਂ ਉੱਥੇ ਬੈਠੇ ਹਾਂ, ਅਸੀਂ ਦਫ਼ਤਰਾਂ 'ਚ ਜਾ ਕੇ ਮਿਲ ਕੇ ਉਹਨਾਂ ਚੀਜ਼ਾਂ ਨੂੰ ਲੈ ਕੇ ਆਉਂਦੇ। ਪਰ ਸਾਡੀ ਬਦਕਿਸਮਤੀ ਹੈ ਕਿ ਪੰਜਾਬ ਦੀ ਬਿਊਰੋਕ੍ਰੇਸੀ ਵੱਲੋਂ ਕੋਈ ਡਿਮਾਂਡ ਜਾਂਦੀ ਹੋਈ ਨਹੀਂ, ਨਾ ਸਟੇਟ ਡਿਮਾਂਡ ਭੇਜਦਾ। ਹੁਣ ਜਿਵੇਂ ਮੁੱਖ ਮੰਤਰੀ ਹੈ, ਉਹਨੇ ਸੈਂਟਰ ਨਾਲ ਲੜੀ ਜਾਣਾ ਭਈ ਤੂੰ ਵਿਚਾਰਧਾਰਾ ਦੀ ਲੜਾਈ ਲੜ, ਦਿਸ ਇਜ਼ ਇਹ ਤੇਰਾ ਪਾਰਟੀ ਦਾ ਵੀ ਹੈਗਾ। ਪਰ ਬਤੌਰ ਮੁੱਖ ਮੰਤਰੀ ਪੰਜਾਬ ਬਾਰੇ ਵੀ ਸੋਚੋ ਨਾ ਜੀ ਕਿ ਤੁਹਾਡੀ ਲੜਾਈ ਪੰਜਾਬ ਨੂੰ ਪਿੱਛੇ ਪਾ ਰਹੀ ਹੈ, ਅੱਗੇ ਕਰ ਰਹੀ ਹੈ। ਹੁਣ ਗੈਂਗਸਟਰ ਦਾ ਤੁਸੀਂ ਮੁੱਦਾ ਕਹਿੰਦੇ ਜੇ, ਹੁਣ ਗੈਂਗਸਟਰ ਬਈ ਜਿਹੜੇ ਬੈਠੇ ਨੇ ਬਾਹਰ ਬੈਠੇ ਨੇ, ਜਿਹੜੇ ਬਾਹਰੋਂ ਗੱਲਾਂ ਕਰਾਉਂਦੇ ਜੀ। ਅੱਛਾ, ਉਹਨੂੰ ਤੁਸੀਂ ਪੰਜਾਬ ਪੁਲਿਸ ਤੇ ਫੜ ਨਹੀਂ ਸਕਦੀ ਸਿੱਧਾ, ਪੰਜਾਬ ਨੇ ਤਾਂ ਵਾਇਆ ਦਿੱਲੀੋਂ ਹੀ ਨਿਕਲਣਾ ਪੈਣਾ। ਕਿਉਂਕਿ ਜੇ ਤੁਸੀਂ ਅੱਜ ਆਸਟ੍ਰੇਲੀਆ ਨਾਲ ਗੱਲ ਕਰਨੀ ਤੇ ਆਸਟ੍ਰੇਲੀਆ ਨਾਲ ਪੰਜਾਬ ਨਹੀਂ ਗੱਲ ਕਰ ਸਕਦਾ, ਆਸਟ੍ਰੇਲੀਆ ਨਾਲ ਇੰਡੀਆ ਨੇ ਗੱਲ ਕਰਨੀ। ਬਿਲਕੁਲ ਇੰਡੀਆ ਲੈਵਲ ਤੇ ਇੰਡੀਆ ਦਾ ਡਿਪਾਰਟਮੈਂਟ ਗੱਲ ਕਰੂਗਾ ਨਾ, ਇੰਡੀਆ ਦਾ ਹੋਮ ਡਿਪਾਰਟਮੈਂਟ ਗੱਲ ਕਰੂਗਾ ਨਾ। ਤੇ ਜੇ ਆਪਾਂ ਲੜੀ ਜਾਵਾਂਗੇ ਫਿਰ ਉਹ ਕਿੱਦਾਂ ਹੋਊਗਾ? ਸੋ ਜਿਹੜਾ ਸਟੇਟ ਹੈ, ਸਟੇਟ ਤਰੱਕੀ ਕਰ ਸਕਦਾ ਆ ਕਿਤੇ ਨਾ ਕਿਤੇ। ਚਲੋ ਪਾਰਟੀਆਂ ਵੀ ਵਿਤਕਰਾ ਕਰਦੀਆਂ ਨੇ, ਪਰ ਜੇ 100% ਵਿਤਕਰਾ ਹੁੰਦਾ ਉਹ ਨਹੀਂ ਹੁੰਦਾ, ਉਹ ਨਹੀਂ ਹੁੰਦਾ। ਉਹ ਮੁੱਖ ਮੰਤਰੀ ਤੇ ਡਿਪੈਂਡ ਹੈ ਕਿ ਮੁੱਖ ਮੰਤਰੀ ਨੇ ਕਿੱਦਾਂ ਕੰਮ ਲੈ ਕੇ ਜਾਣਾ ਹੈ। ਹੁਣ ਮੈਂ ਮੈਂਬਰ ਪਾਰਲੀਮੈਂਟ ਹੈ, ਮੈਂ 3 ਵਾਰ ਦਾ ਮੈਂਬਰ ਪਾਰਲੀਮੈਂਟ, 3 ਵਾਰ ਮੈਂ ਆਪੋਜੀਸ਼ਨ 'ਚ ਹਾਂ ਸੈਂਟਰ ਦੇ, ਤੇ ਮੈਂ ਕਹਿੰਦਾ ਮੈਂ ਕੰਮ ਕਰਾਏ ਨੇ ਤੁਹਾਡੇ ਸਾਹਮਣੇ ਅੰਮ੍ਰਿਤਸਰ ਦੇ। ਮਤਲਬ ਇਹ ਨਹੀਂ ਕਿ ਕੋਈ ਚੋਰੀ ਹੈਗਾ ਜਾਂ ਦਿਖਦਾ ਨਹੀਂ ਜਾਂ ਮੈਂ ਬਾਅਦ 'ਚ ਕਹਿਣ ਨੇ ਜੀ, ਕਰਾਏ ਨੇ। ਇਹ ਤਾਂ ਮੇਰਾ ਕੰਮ ਹੈ ਨਾ। ਮੈਂ ਇਹ ਥੋੜਾ ਕੱਲ ਨੂੰ ਕਹੂੰਗਾ ਕਿ ਤੁਸੀਂ ਕਾਂਗਰਸ ਦਾ ਬਣਾਤਾ ਹੈ, ਮੇਰੀ ਸਰਕਾਰ ਨੇ ਉੱਤੇ ਮੇਰੇ ਕੰਮ ਨਹੀਂ ਹੋਏ। ਇਹ ਤਾਂ ਫਿਰ ਉਹ ਗਲਤ ਹੋ ਜਾਊਗਾ। ਫਿਰ ਲੋਕਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੇ ਮੈਨੂੰ ਚੁਣਿਆ? ਇਸੇ ਤਰ੍ਹਾਂ ਹੀ ਮੁੱਖ ਮੰਤਰੀਆਂ ਦਾ ਆ। ਸਾਡੀ ਪੰਜਾਬ ਦੇ ਵਿੱਚ ਇਹ ਬੜੀ ਮੁਸ਼ਕਲ ਰਹੀ ਹੈ। ਮੈਂ ਜਦੋਂ ਸਟੱਡੀ ਕੀਤਾ ਕਿ ਪੰਜਾਬ ਦੇ ਵੱਲੋਂ ਜਿਵੇਂ ਐਗਰੀਕਲਚਰ ਡਿਪਾਰਟਮੈਂਟ, ਇੰਡਸਟਰੀ ਡਿਪਾਰਟਮੈਂਟ ਹੈ, ਕਈ ਡਿਪਾਰਟਮੈਂਟ ਨੇ ਜਿਨ੍ਹਾਂ ਨੇ ਸੈਂਟਰ ਕੋਲੋਂ ਅਪਰੋਚ ਕਰਨੀ ਸੀ ਕਿ ਆਹ ਚੀਜ਼ਾਂ ਲਓ। ਹੁਣ ਇੱਕ ਸਾਡੇ ਹੈਗਾ ਹਾਰਟੀਕਲਚਰ ਯੂਨੀਵਰਸਿਟੀ ਬਣਨੀ ਹੈ ਅੰਮ੍ਰਿਤਸਰ, ਮੇਰੇ ਤੋਂ ਪਹਿਲਾਂ ਦੀ ਬਾਦਲ ਸਰਕਾਰ ਵੇਲੇ ਦੀ ਉਹ ਮਨਜ਼ੂਰ ਹੋਈ ਹੈ। ਬਾਦਲ ਸਾਹਿਬ ਨੇ ਉਦੋਂ ਇਹ ਜਾਂਦੇ ਕਰਕੇ ਗਏ ਸੀ। ਆਪਣੀ ਸਰਕਾਰ ਵੀ ਲੰਘੀ ਤੇ ਵੀ ਲੰਘੀ। 10 ਸਾਲਾਂ 'ਚ ਉਹਦੀ ਜ਼ਮੀਨ ਅਕਵਾਇਰ ਕਰਕੇ ਦੇਣੀ। ਮੈਂ ਬਾਰ-ਬਾਰ ਰੌਲਾ ਪਾਉਣਾ ਵੀ ਜ਼ਮੀਨ ਅਕਵਾਇਰ ਕਰ ਦਿਓ, 1000 ਕਰੋੜ ਦਾ ਪ੍ਰੋਜੈਕਟ ਉੱਥੇ ਲੱਗਣਾ। ਨਾ ਇਸ ਮੁੱਖ ਮੰਤਰੀ ਨੇ ਕੀਤੀ ਤੇ ਨਾ ਪਿਛਲਿਆਂ ਕੀਤੀ। 1000 ਕਰੋੜ ਦਾ ਪ੍ਰੋਜੈਕਟ ਲੱਗਣਾ ਅੰਮ੍ਰਿਤਸਰ, ਸੈਂਟਰ ਨੇ ਪੈਸੇ ਲਾਉਣੇ। ਹੁਣ ਜੇ ਸਿਆਣੇ ਹੋਣ ਤੇ ਕਰਨ। ਹੁਣ ਜਿਵੇਂ ਸੈਂਟਰ ਦੇ ਅਸੀਂ ਰੇਲਵੇ ਦੇ ਪ੍ਰੋਜੈਕਟ ਆ, ਪੱਟੀ ਮਖੂ ਲਿੰਕ ਹੈ, ਜਿਨ੍ਹਾਂ ਨੂੰ ਜਿਹੜੇ ਇਸ ਖਿੱਤੇ ਨੂੰ ਜਾਂਦੇ ਉਹਨਾਂ ਨੂੰ ਪਤਾ ਬੜੀ ਵੱਡੀ ਅਹਿਮੀਅਤ ਹੈ ਕਿ ਤੁਹਾਡਾ 200-250 ਕਿਲੋਮੀਟਰ ਬੰਬੇ ਦਾ ਸਫ਼ਰ ਹੀ ਘੱਟ ਜਾਂਦਾ ਇੱਧਰੋਂ। ਨਾਲੇ ਜਿੰਨਾ ਵੀ ਬਾਰਡਰ ਬੈਲਟ ਹੈ ਅਸੀਂ ਸਾਰੇ ਜੁੜ ਜਾਂਦੇ ਆਪਸ ਦੇ ਵਿੱਚ, ਸਾਡਾ ਰਾਸਤਾ ਵਾਪਰ ਜਾਂਦਾ, ਇੱਧਰ ਸਿੱਧਾ ਹੋ ਜਾਂਦਾ। ਹੁਣ ਉਹ ਬਾਦਲ ਸਾਹਿਬ ਉਦੋਂ ਕਹਿ ਗਏ ਕਿ ਅਸੀਂ ਜ਼ਮੀਨ ਅਸੀਂ ਦੇਵਾਂਗੇ 16 'ਚ, ਤੇ ਤੁਸੀਂ ਪ੍ਰੋਜੈਕਟ ਉਦੋਂ ਪਾਸ ਕਰ ਲਿਆ ਡਾਕਟਰ ਮਨਮੋਹਨ ਸਿੰਘ ਸਾਹਿਬ। ਬਟ ਪ੍ਰੋਜੈਕਟ ਪਾਸ ਤੇ ਕਰਾ ਲਿਆ,
ਹੁਣ ਜ਼ਮੀਨ ਨਹੀਂ ਦਿੰਦੀ ਸਰਕਾਰ। ਮੈਂ ਪਿਛਲੇ 8 ਸਾਲਾਂ ਦੀ ਲੜਾਈ ਲੜੀ ਵੀ ਇਹ ਜ਼ਮੀਨ ਦਿਓ, ਵੀ ਪੈਸੇ ਦੇ ਦਿਓ ਸੈਂਟਰ ਗਵਰਨਮੈਂਟ ਨੂੰ। ਇਹਨਾਂ ਕੋਲ ਹੈ ਨਹੀਂ ਪੈਸੇ ਸੈਂਟਰ ਕੋਲ, ਸਟੇਟ ਕੋਲ। ਸਟੇਟ ਲੈ ਕੇ ਵੀ ਨਹੀਂ ਕਹਿੰਦਾ ਪੈਸੇ ਨਹੀਂ ਹੈਗੇ। ਹੁਣ ਮੈਂ ਜਾ ਕੇ ਉਹ ਅਪਰੂਵਲ ਹੋਈ ਹੈ ਤੇ ਹੁਣ ਉਹਦਾ 800 ਕਰੋੜ ਰੁਪਈਆ ਉਹਨਾਂ ਕਿਹਾ ਜੀ ਅਸੀਂ ਆਪੇ ਜ਼ਮੀਨ ਲੈ ਲੈਂਦੇ। ਸੈਂਟਰ ਨੇ ਮਨਾ ਲਿਆ, ਉਹ ਵੀ ਤਾਂ ਕਿ ਰਮਨੀਤ ਬਿੱਟੂ ਬਣ ਗਿਆ ਰੇਲਵੇ ਮਿਨਿਸਟਰ। ਹੁਣ ਉਹ ਸਿੱਧੀ ਪੱਟੀ ਮਖੂ ਲਿੰਕ ਵੀ ਉਹਦਾ ਪ੍ਰੋਜੈਕਟ ਵੀ ਮਨਜ਼ੂਰ ਹੋ ਗਿਆ। ਸਟੇਟ ਨੂੰ ਹੀ ਗੱਲ ਕੀਤੀ ਨਾ, ਪਰ 10 ਸਾਲ ਲੱਗੇ ਇਹ ਗੱਲ ਸਮਝਾਉਂਦੇ ਆ। ਇਹ ਗੱਲ ਸਟੇਟ ਦੇ ਜੇ ਕੋਈ ਮੁੱਖ ਮੰਤਰੀ ਚੰਗਾ ਹੁੰਦਾ ਪਹਿਲੇ ਦਿਨ ਹੀ ਜਾ ਕੇ ਉਹਦੇ ਨਾਲ ਗੱਲ ਕਰਦਾ ਕਿ ਭਾਈ ਆਹ ਉਦੋਂ ਨਹੀਂ ਹੋ ਜਾਂਦਾ। ਆਹ ਚੀਜ਼ਾਂ ਹੁਣ ਜਦੋਂ ਬਤੌਰ MP ਸਾਨੂੰ ਮੈਂ ਤੇ ਜੂਝ ਲਿਆ, ਮੈਨੂੰ 10 ਸਾਲ ਲੱਗੇ। ਮੁੱਖ ਮੰਤਰੀ ਚਾਹੁੰਦਾ ਸਾਲ 1.5 ਸਾਲ 'ਚ ਹੋ ਸਕਦਾ ਸੀ। ਇਦਾਂ ਦੇ ਹਾਰਟੀਕਲਚਰ ਹੈ। ਜੇ ਹੁਣ ਮੁੱਖ ਮੰਤਰੀ ਨੂੰ ਜਦੋਂ ਮੈਂ ਦਵਾਈ ਪਾ ਰਿਹਾ, ਚਿੱਠੀਆਂ ਲਿਖ ਰਿਹਾ ਕਿ ਭਾਈ 40 ਏਕੜ ਜ਼ਮੀਨ ਤੁਸੀਂ ਮਾਰਕ ਕਰ ਲਈ, ਕੁਐਰ ਕਰ ਦਿਓ। 10 ਸਾਲ ਹੋ ਗਏ ਕੁਐਰ ਨਹੀਂ ਕਰਕੇ ਦੇ ਰਹੇ। ਸਾਡੀ ਸਰਕਾਰ ਨੇ ਵੀ ਨਹੀਂ ਕੀਤੀ ਤੇ ਇਹਨਾਂ ਵੀ ਨਹੀਂ ਕੀਤੀ, ਔਰ ਅਪਰੂਵ ਹੋਈ ਪਈ ਜ਼ਮੀਨ ਹੈ। ਹੁਣ 1000 ਕਰੋੜ ਸੈਂਟਰ ਨੇ ਲਾਉਣਾ, ਅਪਰੂਵਲ ਤੁਸੀਂ ਦੇਣੀ ਆ। ਹੁਣ ਜਦੋਂ ਲੰਬੇ ਪ੍ਰੋਜੈਕਟ ਹੋ ਜਾਂਦੇ ਉਹ ਵੀ ਫਾਈਲ ਪਿੱਛੇ ਛੋੜ ਦਿੰਦੇ ਵੀ ਇਹਨਾਂ ਦੇ ਕੰਮ ਤੇ ਨਾ ਕਰਨਾ। 8-8 10-10 ਸਾਲ ਥੋੜਾ ਲੱਗਦੇ ਇਹਨਾਂ ਚੀਜ਼ਾਂ ਨੂੰ, ਸਿਰਫ ਤਾਂ ਕਿਉਂਕਿ ਜਿਹੜਾ ਮੁੱਖ ਮੰਤਰੀ ਹੈ ਉਹ ਸਿਰਤਾ ਦੇ ਨਾਲ ਸਟੇਟ ਲਈ ਕੰਮ ਨਹੀਂ ਕਰਦਾ। ਜਾਂ ਇੱਕ ਕ੍ਰੈਡਿਟ ਦਾ ਵੀ ਹੁੰਦਾ ਵੀ ਕ੍ਰੈਡਿਟ ਜਿਹੜਾ ਕੋਈ ਹੋਰ ਨਾ ਲੈ ਜਾਵੇ। ਬਾਈ ਜੀ ਨਾ ਲੈ ਜਾਵੇ ਫਿਰ ਲੋਕਾਂ ਨੂੰ ਮਾਰ ਦਿਓ। ਫਿਰ ਲੋਕ ਬਣੇਗਾ ਦੇ ਲਈ ਅਸੀਂ ਨਹੀਂ ਬਣੇ। ਹੁਣ ਤੁਸੀਂ ਦੇਖੋ ਵੀ ਅਸੈਂਬਲੀ ਦੇ ਵਿੱਚ ਵੀ ਮੈਂ ਹੁਣ ਤੁਹਾਨੂੰ ਕਹਿ ਰਿਹਾ ਕਿ ਸਾਡੇ ਉਲਟ ਨੇ, BJP ਹੈ। ਮੈਂ ਤੁਹਾਨੂੰ ਕਿਹਾ ਮੈਂ ਕੰਮ ਕਰਾਏ ਨੇ। ਮੈਂ ਤਾਂ ਆਪਣੀ ਇਲੈਕਸ਼ਨ 'ਚ ਵੀ ਕਿਹਾ, ਲੋਕਾਂ ਦੇ ਇਲੈਕਸ਼ਨ ਵੀ BJP ਨਾਲ ਲੜ ਰਿਹਾ। ਮੈਂ ਕਿਹਾ ਜਿਹੜੀ ਇਲੈਕਸ਼ਨ ਲੜਨਾ ਮੇਰੀ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਹੈ ਤੇ ਔਰ ਮੈਂ ਕਾਂਗਰਸ ਪਾਰਟੀ ਦਾ ਮਤਲਬ ਬਤੌਰ ਮੈਂਬਰ ਪਾਰਲੀਮੈਂਟ ਦੀ ਟਿਕਟ ਤੇ ਉਮੀਦਵਾਰ ਇਲੈਕਸ਼ਨ ਲੜ ਰਿਹਾ। ਬਟ ਜਿਹੜੇ ਕੰਮ ਜਿੰਨੇ ਕਰਾਏ ਮੈਂ ਕਿੱਦਾਂ ਕਹਾਂ ਨਹੀਂ ਕਰਾਏ। ਹੁਣ ਲਾਗੋ ਮੈਂ ਕਹਿੰਦੇ ਇਮਰਾਨ ਖਾਨ ਤੋਂ ਕਰਾ ਕੇ ਲਿਆਇਆ ਸਾਂ ਜਾਂ ਨਵਾਜ਼ ਸ਼ਰੀਫ ਤੋਂ। ਮਤਲਬ ਜਿਹੜੀ ਇਲੈਕਸ਼ਨ ਵਿੱਚ ਪਾਰਟੀ ਹੈਗੀ ਆ, ਜਿਹੜਾ ਸਟਰਕਚਰ ਮੈਨੂੰ ਕਨਸਟੀਟਿਊਸ਼ਨ ਨੇ ਦਿੱਤਾ, ਜਿਹੜੇ ਅਹੁਦਾ ਮੈਂ ਮੈਂਬਰ ਹੈ, ਮੈਂ ਤਾਂ ਉਹਦੇ ਥਰੂ ਗੱਲ ਕਰੂੰਗਾ ਜੀ। ਬਿਲਕੁਲ, ਮੈਂ ਉਹ ਤੋਂ ਬਾਹਰ ਜਾ ਕੇ ਨਹੀਂ ਗੱਲ ਕਰ ਸਕਦਾ। ਤੇ ਮੈਂ ਸਭ ਤੋਂ ਪਹਿਲਾਂ ਆਪਣੇ ਖਿੱਤੇ ਨੂੰ ਪਿਆਰ ਕਰਨ ਵਾਲਾ ਬੰਦਾ ਹੈ ਜੀ। ਮੈਨੂੰ ਸਭ ਤੋਂ ਪਹਿਲਾਂ ਮੇਰਾ ਖਿੱਤਾ ਆ, ਬਾਕੀ ਕੰਮ ਬਾਅਦ 'ਚ। ਸੋ ਅੱਜ ਅਸੀਂ ਜੋ ਵੀ ਉੱਥੇ ਕਰਾਇਆ, ਜੋ ਵੀ ਤੁਸੀਂ ਡਿਵੈਲਪਮੈਂਟ ਦੇਖ ਰਹੇ ਜੀ, 17 ਤੋਂ ਪਹਿਲਾਂ ਦੇ ਅੰਦਾਜ਼ੇ ਲਾ ਲਓ, ਤੋਂ ਪਹਿਲਾਂ ਹੁੰਦੀ ਲਾ ਲਓ, ਮੇਰੇ ਕੋਲ ਹਰ ਚੀਜ਼ ਦੀ ਟਾਈਮ ਲਾਈਨ ਹੈ। ਮੈਂ ਕਿੱਦਾਂ ਕਰਾਇਆ, ਕਿਵੇਂ ਗਿਆ। ਇੱਕ ਤਾਂ ਹੁੰਦਾ ਚਿੱਠੀ ਲਿਖ ਦੇਣੀ, ਇੱਕ ਹੁੰਦਾ ਬੋਲ ਦੇਣਾ। ਉਸ ਤੋਂ ਬਾਅਦ ਭਾਈ ਸਾਹਿਬ ਸਾਨੂੰ 2-2 3-3 ਸਾਲ ਦਫ਼ਤਰਾਂ ਦੇ ਚੱਕਰ ਮਾਰਨੇ ਪੈਂਦੇ ਆ। ਪ੍ਰੋਜੈਕਟ ਇਦਾਂ ਨਹੀਂ ਹੁੰਦਾ ਹਵਾ 'ਚ ਵੀ ਮੈਂ ਲਿਖਤਾ ਤੇ ਚਿੱਠੀ ਲਿਖਤੀ ਤੇ ਪ੍ਰੋਜੈਕਟ ਬਣ ਗਿਆ। ਨੋ। ਔਰ ਸਾਡੀ ਖੁਸ਼ਕਿਸਮਤੀ ਹੈ ਕਿ ਮੈਂ ਉਸ ਧਰਤੀ ਤੋਂ ਜਿੱਥੇ ਕਿਸੇ ਅਫਸਰ ਕੋਲ ਕੰਮ ਲੈ ਕੇ ਜਾਵਾਂ ਤੇ ਨਾ ਹੀ ਘੱਟ ਹੁੰਦੀ। ਉਹਨੂੰ ਕਹਿ ਦਈਦਾ ਵੀ ਸੱਚੇ ਪਾਤਸ਼ਾਹ ਉਹਦਾ ਕੰਮ ਆ, ਸੱਚੇ ਪਾਤਸ਼ਾਹ ਦਾ ਕੰਮ। ਸ਼ਾਇਦ ਇੱਕ ਕਾਰਨ ਇਹ ਵੀ ਜ਼ਮੀਨ ਤੋਂ ਤੁਸੀਂ ਉੱਠੇ ਹੋ, ਇੱਕ ਪਹਿਲਾਂ ਤੋਂ ਜਿਹੜਾ ਕੰਮ ਆ ਇਹਦਾ ਦੇਖਿਆ ਆ। ਸ਼ਾਇਦ ਇਹ ਹੁੰਦਾ ਤੇ ਆਮ ਜਿਹੜੇ ਲੀਡਰ ਸਾਡੇ ਬਣਦੇ ਆ ਉਹ ਸ਼ਾਇਦ ਪੈਰਾਸ਼ੂਟਰ ਹੋ ਜਾਂਦੇ ਆ ਕਿ ਨਹੀਂ ਉਹ ਇੱਕ ਤਰੀਕਾ ਬਣ ਪਾਉਂਦਾ। ਪਰ ਇਹਦੇ ਵਿੱਚ ਵੀ ਇਹ ਜਿੱਦਾਂ ਅਸੈਂਬਲੀ ਇੱਥੇ ਖਾਸ ਤੌਰ 'ਤੇ ਪੰਜਾਬ ਦੀ ਅਸੈਂਬਲੀ ਦੀ ਆਪਾਂ ਗੱਲ ਕਰ ਲਈਏ, ਤੁਸੀਂ ਵੀ ਗੱਲ ਕੀਤੀ ਆ ਕਿ ਪਾਰਟੀ ਜਿਹੜੀ ਹੈ ਜਿੱਦਾਂ ਚਿਰ ਇਲੈਕਸ਼ਨ ਆ ਉਹ ਪਾਰਟੀ ਦੀਆਂ ਆਪਾਂ ਨੀਤੀਆਂ ਦੇ ਉੱਤੇ ਚੱਲਣਾ, ਵਿਚਾਰਧਾਰਕ ਵਿਰੋਧ ਹੈ ਆਪਣਾ। ਪਰ ਜਦੋਂ ਤੁਹਾਡੇ ਕੋਲ ਅਹੁਦਾ ਹੋ ਗਿਆ ਫਿਰ ਤਾਂ ਪਾਰਟੀ ਤੋਂ ਉੱਪਰ ਉੱਠ ਕੇ ਤੁਹਾਨੂੰ ਕੰਮ ਕਰਨਾ ਪੈਣਾ। ਇਹ ਡਜ਼ਨਟ ਮੈਟਰ ਕਿ ਸਾਡਾ ਪ੍ਰਾਈਮ ਮਿਨਿਸਟਰ, ਉਹ ਚਾਹੇ ਮੈਂ ਵੋਟ ਪਾਈ ਨਹੀਂ ਪਾਈ, ਮੇਰਾ ਵੀ ਪ੍ਰਾਈਮ ਮਿਨਿਸਟਰ ਹੈ, ਜਿਹਨੇ ਨਹੀਂ ਪਾਈ ਉਹਦਾ ਹੀ ਪ੍ਰਾਈਮ ਮਿਨਿਸਟਰ, ਉਹ ਸਾਰਿਆਂ ਦਾ ਸਾਂਝਾ ਆ। ਪਰ ਸਾਡੇ ਇਹ ਵੀ ਸ਼ਾਇਦ ਸਾਨੂੰ ਸਮਝਣੀ ਪੜੀ ਆਮ ਲੋਕਾਂ ਨੂੰ ਕਿ ਜਿਹੜੇ ਸਾਡੇ ਲੀਡਰ ਨੇ ਉਹ ਪਾਰਟੀਬਾਜ਼ੀ ਤੋਂ ਉੱਤੇ ਨੇ, ਉਹਨਾਂ ਨੂੰ ਸਾਰਿਆਂ ਦੇ ਸਾਂਝੇ ਨੇ ਤੇ ਕੰਮ ਜਿਹੜਾ ਆ ਉਹ ਇੱਕ ਬਰਾਬਰਤਾ ਦੇ ਨਾਲ ਹੋਣਾ ਚਾਹੀਦਾ। ਇਹ ਵੀ ਤਾਂ ਸ਼ਾਇਦ ਲੋਕਾਂ ਨੂੰ ਵੀ ਤਾਂ ਸਮਝਾਉਣ ਦੀ ਲੋੜ ਆ। ਇਹ ਗੱਲ ਲੋਕ ਸਮਝਦੇ ਆ। ਦੇਖੋ ਲੀਡਰ ਨੇ ਕੰਮ ਕਰਨਾ ਨਾ, ਲੀਡਰ ਸਮਝੇ। ਲੀਡਰ ਜਦੋਂ ਸਮਝੂਗਾ ਉਹ ਵੀ ਸਮਝ ਲੈਂਦੇ। ਹੁਣ ਦੇਖੋ ਅਸੀਂ ਚੁਣੇ ਜਾਂਦੇ ਹਾਊਸ ਦੇ ਮੈਂਬਰ। ਹਾਂਜੀ, ਮੈਂਬਰ ਹੁਣ ਮੋਦੀ ਸਾਹਿਬ ਵੀ ਮੈਂਬਰ ਪਾਰਲੀਮੈਂਟ ਨੇ, ਰਾਹੁਲ ਗਾਂਧੀ ਵੀ ਮੈਂਬਰ ਪਾਰਲੀਮੈਂਟ ਨੇ, ਔਰ ਬਾਕੀ ਲੀਡਰ ਵੀ ਮੈਂਬਰ ਪਾਰਲੀਮੈਂਟ ਨੇ ਹਾਊਸ 'ਚ। ਪ੍ਰਿੰਕਾ ਗਾਂਧੀ ਵੀ ਮੈਂਬਰ ਪਾਰਲੀਮੈਂਟ ਨੇ, ਅਖਿਲੇਸ਼ ਯਾਦਵ ਜੀ ਮੈਂਬਰ ਪਾਰਲੀਮੈਂਟ ਨੇ, ਅਸੀਂ ਵੀ ਮੈਂਬਰ, ਭਾਵੇਂ ਕੋਈ ਇੱਕ ਵਾਰੀ ਜਿੱਤ ਗਿਆ ਉਹ ਵੀ ਮੈਂਬਰ ਪਾਰਲੀਮੈਂਟ ਹੈ ਜੀ, ਮੈਂਬਰ ਹੈ ਉਸ ਪਾਰਲੀਮੈਂਟ, ਬਰਾਬਰ ਦਾ ਅਹੁਦਾ ਸਾਰਾ। ਹਾਂ। ਉਸ ਤੋਂ ਬਾਅਦ ਆਉਂਦੇ ਰਾਜਨੀਤਿਕ ਪਾਰਟੀ, ਉਹ BJP ਤੋਂ ਨੇ, ਅਸੀਂ ਕਾਂਗਰਸ ਤੋਂ। ਉਹਨਾਂ ਮੈਜੋਰਟੀ ਉਹਨਾਂ ਦੀ ਬਣ ਗਈ, ਪ੍ਰਾਈਮ ਮਿਨਿਸਟਰ ਉਹ ਬਣ ਗਏ, ਹਾਊਸ ਦੇ ਲੀਡਰ ਉਹ ਬਣ ਗਏ। ਸਾਡੇ ਕੋਲ ਆਪੋਜੀਸ਼ਨ ਲੀਡਰ ਹੈ। ਹੁਣ ਗੱਲ ਕੀ ਹੈ, ਜਦੋਂ ਆਪੋਜੀਸ਼ਨ ਲੀਡਰ ਨੇ ਗੱਲ ਕਰਨੀ ਉਹਦਾ ਫਰਜ਼ ਬਣਦਾ ਗੱਲ ਸੁਣੇ। ਗੱਲ ਸੁਣ ਕੇ ਜਿਹੜੀ ਚੰਗੀ ਉਹ ਤੇ ਗੌਰ ਕਰੋ, ਜਿਹੜੀ ਨਹੀਂ ਚੰਗੀ ਚਲੋ ਉੱਤੇ ਤੇ ਨਹੀਂ ਕਰਨਾ ਵੀ ਅਸੀਂ ਗਲਤ ਹੈ ਤੁਸੀਂ ਸਾਨੂੰ ਦੱਸ ਦਿਓ। ਪਰ ਬਹੁਤ ਨੀਤੀਆਂ ਨੇ ਜਿੱਤੇ ਉਹ ਮੰਨਣ ਨੂੰ ਤਿਆਰ ਨਹੀਂ ਕਿ ਤੁਸੀਂ ਸਹੀ ਕਹਿ ਰਹੇ, ਜਦ ਕਿ ਸਹੀ ਜਿਹੜੀ ਤੁਸੀਂ ਕਿਹਾ ਕ੍ਰੈਡਿਟ ਵਾਰ ਦੀ ਗੱਲ, ਜੇ ਆਪੋਜੀਸ਼ਨ ਨੂੰ ਸੁਣੋਗੇ, ਜਦ ਕਿ ਹਾਊਸ ਇਹੋ ਹੀ ਆਂਦਾ ਕਿ ਭਾਈ ਇਹਦੀ ਗੱਲ ਸੁਣ। ਹਾਊਸ ਇਹ ਆਂਦਾ ਕਿ ਜੇ ਆਪੋਜੀਸ਼ਨ ਲੀਡਰ ਖੜਾ ਹੋ ਜਾਏ ਉਹਦਾ ਮਾਈਕ ਆਪਣੇ ਆਪ ਆਨ ਹੋ ਜਾਣਾ ਚਾਹੀਦਾ, ਭਾਵੇਂ ਕੁਝ ਵੀ ਹੋਵੇ। ਹੁਣ ਇੱਥੇ ਮਾਈਕ ਬੰਦ ਕਰ ਦਿੰਦੇ। ਇਹੋ ਹੀ ਹਾਲ ਥੱਲੇ ਅਸੈਂਬਲੀ 'ਚ ਹੈ, ਜਿਹੜੀ ਜਿੱਥੇ ਮੁੱਖ ਮੰਤਰੀ ਸਾਹਿਬ ਬੈਂਦੇ ਆ, ਉਹ ਵੀ ਕਹਿੰਦੇ ਵੀ ਜੇ ਜੋ ਗੱਲ ਕਰਨੀ ਮੇਰੀ ਖੁਸ਼ਾਮਦੀਦ 'ਚ ਕਰੋ, ਜਦ ਕਿ ਆਪੋਜੀਸ਼ਨ ਨਹੀਂ ਕਰ ਸਕਦੀ। ਆਪੋਜੀਸ਼ਨ ਨੇ ਮੁੱਦੇ ਰੱਖਣੇ ਆ, ਤੁਸੀਂ ਮੁੱਦਿਆਂ ਦੀ ਡਿਸਕਸ਼ਨ ਕਰੋ। ਉਸ ਤੋਂ ਬਾਅਦ ਤੁਸੀਂ ਸੰਬੰਧਿਤ ਡਿਪਾਰਟਮੈਂਟ ਨੂੰ ਕਾਲ ਕਰੋ, ਸੰਬੰਧਿਤ ਡਿਪਾਰਟਮੈਂਟ ਦੱਸੇ ਕਿ ਕਿਉਂ ਰੌਲਾ ਪਿਆ ਵੀ ਇਸ ਗੱਲ ਦਾ,
ਕਿਉਂਕਿ ਚੁਣੇ ਤਾਂ ਅਸੀਂ ਲੋਕਾਂ ਲਈ ਆ ਨਾ, ਲੋਕਾਂ ਦੇ ਲੋਕ ਹੈ ਨਾ, ਅਸੀਂ ਕੋਈ ਆਪਣੇ ਨਿੱਜੀ ਮਫਾਦ ਲਈ ਥੋੜਾ ਚੁਣੇ। ਹੁਣ ਮੁੱਖ ਮੰਤਰੀ ਜਦੋਂ ਗੱਲ ਹੀ ਨਹੀਂ ਕਰਨ ਦਿੰਦਾ, ਹੁਣ ਤੁਸੀਂ ਵੇਖੋ, ਤੁਸੀਂ ਤਾਜ਼ਾ ਮੈਂ ਤੁਹਾਨੂੰ ਦੱਸਦਾ, ਜਦੋਂ ਮੁੱਖ ਮੰਤਰੀ ਸਾਹਿਬ ਜਾਂ ਮੌਜੂਦਾ ਸਰਕਾਰ ਬੋਲੂਗੀ ਤੇ ਉਹਦੇ ਚਿਹਰੇ ਦੇ ਉੱਤੇ ਬੰਦਾ ਕਲੀਅਰ ਵਿਖਾਉਂਦੇ ਆ ਵੀ ਆਹ ਫਲਾਣਾ ਫਲਾਣਾ ਬੰਦਾ ਬੋਲ ਰਿਹਾ। ਜਦੋਂ ਸਾਡੇ ਲੀਡਰ ਬੋਲਦੇ ਨੇ, ਲੈ ਲਓ ਵੀ ਬੋਲਣ, ਜਾਂ ਸਾਡੇ ਐਮਐਲਏ ਸਾਹਿਬਾਨ ਗੱਲ ਰੱਖਦੇ, ਤੁਸੀਂ ਕਦੇ ਉਹਦਾ ਚਿਹਰਾ ਵਿਖਾਇਆ ਕਦੀ ਇਹਨਾਂ ਨੇ? ਦੂਰੋਂ ਕੈਮਰਾ ਪਾਉਂਦੇ ਆ ਜੀ। ਇਹ ਲੋਕਤੰਤਰ ਹੈ? ਆਵਾਜ਼ ਸੁਣਾ ਦਿੰਦੇ ਆ, ਚਿਹਰਾ ਨਹੀਂ ਵਿਖਾਉਂਦੇ। ਮਤਲਬ ਏਡਾ ਘਟੀਆ ਕਦੀ ਸੋਚ ਸਕਦੇ ਜੀ? ਦੂਜੀ ਗੱਲ, ਤਕਲੀਫ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਲੰਬਾ ਨਹੀਂ ਚੱਲਦੀ। ਘੱਟੋ ਘੱਟ 100 ਦਿਨ ਵਿਧਾਨ ਸਭਾ ਪੰਜਾਬ 'ਚ ਚੱਲਣੀ ਚਾਹੀਦੀ। 2 ਦਿਨ 3 ਦਿਨ ਦਾ ਸੈਸ਼ਨ ਹੁੰਦਾ, ਇਹ ਕੋਈ ਸੈਸ਼ਨ ਨਹੀਂ। ਹੁਣ ਤੇ ਲਾਈਵ ਵਿਖਾਉਣ ਲੱਗੇ ਕਿ ਪਹਿਲਾਂ ਲਾਈਵ ਵੀ ਨਹੀਂ ਸੀ ਹੈਗਾ, ਕਿਸੇ ਦਿਨ ਚਲਾਉਂਦੇ ਹੁੰਦੇ ਸੀ। ਔਰ ਜੇ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਜਾਣਾ 100 ਦਿਨ ਪੰਜਾਬ ਵਿਧਾਨ ਸਭਾ ਚੱਲਣਾ ਸ਼ੁਰੂ ਹੋ ਜੇ ਤੇ ਪੰਜਾਬ ਦੇ ਅੱਧੇ ਮਸਲੇ ਹੱਲ ਹੋ ਜਾਣਗੇ। ਜੀ ਬਿਲਕੁਲ। ਪਰ ਇਹ ਕਹਿੰਦੇ ਰਹੇ ਆ ਵੀ ਜਿਹੜੇ ਵਿਰੋਧੀ ਧਿਰਾਂ ਆ ਉਹ ਇਦਾਂ ਹੀ ਕਹਿੰਦੀਆਂ ਆ ਜਦੋਂ ਸੱਤਾ 'ਚ ਆ ਜਾਂਦੀਆਂ। ਬਿਲਕੁਲ ਸੱਚਾਈ ਆ। ਜਿਹੜੀ ਮੈਂ ਨਾ ਮੁੱਖ ਮੰਤਰੀ ਸਾਹਿਬ, ਅਸੀਂ ਚਲੋ ਇਕੱਠੇ ਰਹੇ ਆ ਉੱਥੇ, ਇਹ ਵੀ ਮੈਂਬਰ ਪਾਰਲੀਮੈਂਟ, ਮੈਂ ਵੀ ਪਾਰਲੀਮੈਂਟ ਸਾਹਿਬ, ਉੱਥੇ ਗੱਲ ਹੋਈ ਜੀ। ਉਹਨੇ ਕਹਿਣਾ ਵੀ ਜੇ ਕਿਤੇ ਮੇਰਾ ਮੌਕਾ ਮਿਲਿਆ, ਚਲੋ ਅਸੀਂ ਤਾਂ ਮੰਨਦੇ ਨਹੀਂ ਕਿ ਮੁੱਖ ਮੰਤਰੀ ਬਣਨਗੇ, ਪਰ ਚਲੋ ਲੋਕਾਂ ਨੇ ਚੁਣਤਾ। ਉਹਨੇ ਕਹਿਣਾ ਜੇ ਮੇਰਾ ਮੌਕਾ ਮਿਲਿਆ ਮੈਂ 100 ਦਿਨ ਚਲਾਊਂਗਾ। ਤੇ ਮੈਂ ਹੁਣ ਪੁੱਛਿਆ ਸੀ ਉਹਨਾਂ ਨੂੰ, ਮੈਂ ਹੁਣ ਚਲਾਉਂਦੇ ਨਹੀਂ ਜੀ। ਨਹੀਂ ਤੁਸੀਂ ਸਾਨੂੰ ਮਾੜਾ ਚੰਗਾ। ਐਕਚੁਅਲੀ ਕੀ ਜਿਹੜਾ ਬਿਊਰੋਕਰੇਟ ਹੈ ਨਾ, ਜਦੋਂ ਵਿਧਾਨ ਸਭਾ ਚੱਲਣ ਲੱਗ ਗਈ, ਜਵਾਬਦੇਹੀ ਬਿਊਰੋਕਰੇਟ ਦੀ ਹੋਣੀ। ਇਹ ਗੱਲ ਨੂੰ ਸਮਝ ਲਿਓ। ਹਾਂਜੀ। ਬਿਊਰੋਕਰੇਟ ਇਹੋ ਜਿਹੀ ਪਿਕਚਰ ਬਣਾ ਕੇ ਦੱਸ ਦਿੰਦਾ ਵੀ ਨਹੀਂ, ਬਦਨਾਮੀ ਸਰਕਾਰ ਦੀ ਹੋਣੀ, ਸਰਕਾਰ ਦੀ ਬਦਨਾਮੀ ਨਹੀਂ ਹੋਣੀ। ਜਿਹੜਾ ਵੀ ਮੁੱਖ ਮੰਤਰੀ ਵਿਧਾਨ ਸਭਾ 100 ਦਿਨ ਚਲਾ ਲੂਗਾ, ਉਦੋਂ ਪੰਜਾਬ ਅੱਧਾ ਲੀ ਤੇ ਆ ਜਾਊਗਾ। ਮੈਂ ਤੁਹਾਨੂੰ ਸੱਚਾਈ ਕਹਾਂ, ਕਿਉਂਕਿ ਪੇਸ਼ੀ ਹੋਣੀ ਹੈ ਨਾ ਉੱਥੇ। ਹੁਣ ਇਦਾਂ ਤਾਂ ਪੇਸ਼ੀ ਹੋ ਹੀ ਨਹੀਂ ਰਹੀ। ਹੁਣ ਐਮਐਲਏ, ਚਲੋ ਫਰਜ਼ ਕਰੋ ਕਿਸੇ ਦੀ ਨਹੀਂ ਵੀ ਸੁਣੀ ਜਾਂਦੀ, ਘੱਟ ਆ, ਮਾੜਾ ਹੈ, ਚੰਗਾ, ਵਿਰੋਧੀ ਧਿਰ ਦਾ, ਉਹ ਆਪਣੀ ਗੱਲ ਤੇ ਰੱਖੂਗਾ ਨਾ ਉੱਥੇ ਜਾ ਕੇ ਸਪੀਕਰ ਅੱਗੇ ਵੀ ਸਪੀਕਰ ਸਾਹਿਬ ਮੇਰੀ ਆਹ ਮਸਲਾ, ਮੇਰੇ ਲੋਕ ਨੇ, ਮੇਰੇ ਆ ਰਾਹ ਨਹੀਂ ਬਣ ਡਿਆ, ਮੇਰੇ ਗੰਦੇ ਪਾਣੀ ਨੇ, ਮੇਰੇ ਮਿਲਾਵਟੀ ਚੀਜ਼ਾਂ ਨੂੰ ਗੱਲ ਤੇ ਰੱਖੂਗਾ ਨਾ। ਤੇ ਜੇ ਉਹਨੂੰ ਆਪਾਂ ਗੱਲ ਵੀ ਨਹੀਂ ਰੱਖਣ ਦੇਣੀ, ਅੱਛਾ ਜੇ ਗੱਲ ਰੱਖੂਗਾ, ਸੰਬੰਧਿਤ ਡਿਪਾਰਟਮੈਂਟ ਨੂੰ ਜਵਾਬ ਦੇਣਾ ਪਊਗਾ। ਉਹਦੇ ਅਫਸਰ ਆਉਣਗੇ, ਦੱਸੋ ਬਈ, ਅੱਛਾ ਉਹ ਥੱਲੇ ਉਹਨਾਂ ਨੂੰ ਹੋਊਗਾ ਵੀ ਉੱਤੇ ਰੌਲਾ ਪੈ ਗਿਆ, ਕਰੋ ਠੀਕ। ਹੁਣ ਉੱਤੇ ਪੁੱਛਣ ਵਾਲਾ ਹੀ ਕੋਈ ਨਹੀਂ ਹੈਗਾ। ਹੁਣ ਜਿਹੜੀ ਕੋਈ ਸ਼ਿਕਾਇਤ ਚਲੇਗੀ, ਜੇ ਉਹਨਾਂ ਨੇ ਦੱਸਤਾ ਵੀ ਇਹ ਸ਼ਿਕਾਇਤ ਚਲੋ ਜੀ ਕਰ ਦਿਓ ਠੀਕ, ਤੇ ਠੀਕ ਹੈ, ਨਹੀਂ ਹੋਈ ਤੇ ਮਤਲਬ ਠੀਕ ਹੈ, ਜਿੱਦਾਂ ਚੱਲਣਾ ਚੱਲੀ ਜਾਂਦਾ। ਖੈਰ ਔਜਲਾ ਸਾਹਿਬ, ਬਹੁਤ ਵਧੀਆ ਲੱਗਾ ਕਿ ਇਦਾਂ ਦੀਆਂ ਜਿਹੜੀਆਂ ਵਿਚਾਰਾਂ ਆ, ਇਹ ਤੰਦਰੁਸਤ ਵਿਚਾਰਾਂ ਨੇ, ਕਿਉਂਕਿ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਰੋਗ ਹੀ ਆ, ਉਹਦਾ ਇਲਾਜ ਜਿਹੜਾ ਆ ਉਹ ਵੀ ਲੱਭਣਾ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ। ਪਰ ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਸਾਨੂੰ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਆਪਣੀਆਂ ਜਿਹੜੀਆਂ ਰਵਾਇਤੀ ਚੀਜ਼ਾਂ ਨੂੰ ਛੱਡ ਕੇ ਸਾਨੂੰ ਦੇਸ਼ ਦੇ ਲਈ ਹੰਭਲਾ ਮਾਰਨਾ ਪੈਣਾ, ਅਦਰਵਾਈਜ਼ ਆਪਾਂ ਪਛੜ ਜਾਣਾ। ਤੇ ਬਹੁਤ ਵਧੀਆ ਲੱਗਾ ਕਿ ਇਹ ਜਿਹੜੀਆਂ ਵਿਚਾਰਾਂ ਆ, ਇਹ ਸਾਨੂੰ ਇੱਕ ਤੰਦਰੁਸਤ ਇੱਕ ਮੰਜ਼ਿਲ ਵੱਲ ਪਹੁੰਚਾਉਣ ਦੇ ਲਈ ਵੀ ਹੈਗੀਆਂ ਆ। ਤੇ ਆਪਣੇ ਇਹਦੇ ਲਈ ਆਪਣੇ ਆਪ ਨੂੰ ਵੀ, ਆਪਣੀ ਪਾਰਟੀ ਨੂੰ ਵੀ ਦੋਸ਼ੀ ਇਹਨਾਂ ਨੇ ਦੱਸਿਆ ਕਿ ਇਹ ਸਾਰਿਆਂ ਦਾ ਇੱਕ ਐਫਰਟ ਜਿਹੜਾ ਆ ਸਾਰਾ ਸਾਂਝਾ ਕਰਨਾ ਪੈਣਾ। ਤੇ ਔਜਲਾ ਸਾਹਿਬ, ਬਹੁਤ ਬਹੁਤ ਧੰਨਵਾਦ। ਕਾਫੀ ਵੈਸੇ ਲੰਬਾ ਹੋ ਗਿਆ ਟਾਈਮ, ਮੇਰੇ ਬਹੁਤ ਸਾਰੀਆਂ ਜਿਹਨ ਦੇ ਵਿੱਚ ਸੀਗੀਆਂ ਚੀਜ਼ਾਂ ਕਿ, ਪਰ ਮੈਨੂੰ ਲੱਗਦਾ ਆ ਵੀ ਆਟੋਮੈਟਿਕਲੀ ਉਹ ਜਿਹੜਾ ਇੰਡਾਇਰੈਕਟਲੀ ਡਾਇਰੈਕਟਲੀ ਤੁਸੀਂ ਉਹਨਾਂ ਦਾ ਜਵਾਬ ਜ਼ਰੂਰ ਦੇ ਦਿੱਤਾ। ਚਾਹੇ ਉਹ ਨੀਤੀ ਪਲਾਨ ਦੀ ਮੈਂ ਗੱਲ ਕਰਨੀ ਸੀ, ਨੀਤੀ ਆਯੋਗ ਦੀ ਬੜੀ ਨੈਗੇਟਿਵ ਉਹਨਾਂ ਦਾ ਵੀ ਚੀਜ਼ਾਂ ਆਈਆਂ ਆ ਕਿ ਜਿਹੜੀਆਂ ਐਜੂਕੇਸ਼ਨ ਪਾਲਿਸੀਜ਼ ਦੇ ਵਿੱਚ ਕਾਫੀ ਖਾਮੀਆਂ ਆ ਜੇ ਵੀ। ਤੇ ਤੁਸੀਂ ਆਸ ਕਰਾਂਗੇ ਕਿ ਤੁਸੀਂ ਇੱਦਾਂ ਹੀ ਪਾਰਲੀਮੈਂਟ ਦੇ ਵਿੱਚ ਇਹ ਜਿਹੜੇ ਮੁੱਦੇ ਆ, ਲੋਕ ਪੱਖੀ ਮੁੱਦੇ, ਉਹ ਜ਼ਰੂਰ ਤੁਸੀਂ ਪਹੁੰਚਾਉਂਦੇ ਰਹੋ। ਤੇ ਜਿਹੜਾ ਇਹ ਸਾਡਾ ਮੁਫ਼ਤਖੋਰਾ ਜਿਹੜਾ ਇੱਕ ਬਣਦਾ ਜਾ ਰਿਹਾ ਸਾਡਾ ਸਮਾਜ, ਇਹਨੂੰ ਵੀ ਆਪਾਂ ਦੂਰ ਕਰਨ ਦੇ ਲਈ ਕੁਛ ਨਾ ਕੁਛ ਉਪਰਾਲਾ ਕਰਾਂਗੇ। ਤਾਂ ਇਹ ਸਾਡੇ ਦੋਸਤੋ ਇੱਕ ਗੁਜ਼ਾਰਿਸ਼ਾਂ ਹੁੰਦੀਆਂ, ਇਹਨਾਂ ਨੇ ਉੱਥੇ ਕੰਮ ਕਰਨਾ ਤੇ ਬਹੁਤ ਵਧੀਆ ਕੰਮ ਕਰ ਰਹੇ ਆ। ਤੇ ਧੰਨਵਾਦ ਵੀ, ਇਹਨਾਂ ਨੇ ਬਹੁਤ ਵਧੀਆ ਲੰਮਾ ਸਮਾਂ ਦਿੱਤਾ ਸਾਨੂੰ। ਤੇ ਇੰਡੋ ਟੀਵੀ ਵੱਲੋਂ ਬਹੁਤ ਬਹੁਤ ਧੰਨਵਾਦ। ਤੇ ਆਸ ਕਰਦੇ ਆ ਨੈਕਸਟ ਟਾਈਮ ਜਦੋਂ ਆਏ ਤਾਂ ਹੋਰ ਵੀ ਤੁਹਾਡੇ ਜਿਹੜੇ ਤਜਰਬੇ ਆ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰਾਵਾਂਗੇ। ਤੇ ਜਾਂਦੇ ਜਾਂਦੇ ਕੁਛ ਕਹਿਣਾ ਹੋਵੇ? ਬਸ ਜੀ, ਮੇਰਾ ਤਾਂ ਇੱਕ ਹੀ ਹੈ ਕਿ ਜਿਹੜਾ ਤੁਹਾਡਾ ਮੁਹੱਬਤ ਹੈ ਸਾਰਿਆਂ ਦੀ, ਇਹ ਬਰਕਰਾਰ ਰੱਖੋ। ਇੰਡੀਆ ਆਲਵੇਜ਼ ਤੁਹਾਨੂੰ ਪਿਆਰ ਕਰਨ ਵਾਲਾ ਹੈ। ਇੰਡੀਆ ਹਮੇਸ਼ਾ ਤੁਹਾਡੀ ਖਿਆਲ ਰੱਖਦਾ ਹੈ। ਤੁਸੀਂ ਵੇਖ ਲਓ, ਜਿੱਥੇ ਕਿਤੇ ਵੀ ਕੋਈ ਮੁਸ਼ਕਲ ਆਈ ਹੈ ਤੇ ਇੰਡੀਆ ਖੜਦਾ ਨਾਲ। ਹੁਣ ਜਿਸ ਤਰੀਕੇ ਨਾਲ ਰੇਸਿਜ਼ਮ ਹਰ ਜਗ੍ਹਾ ਵੱਧ ਰਿਹਾ ਆ, ਹਰ ਕੰਟਰੀ 'ਚ ਵੱਧ ਰਿਹਾ, ਤੇ ਹਰ ਪੱਖ ਤੇ ਤੁਹਾਨੂੰ ਇੰਡੀਆ ਨੇ ਹੀ ਸਪੋਰਟ ਕਰਨੀ ਹੈ। ਚਾਹੇ ਅਫਗਾਨਿਸਤਾਨ ਤੁਸੀਂ ਦੇਖ ਲਓ, ਉੱਥੇ ਕਿੰਨੇ ਵੱਡਾ ਹਮਲਾ ਹੋਇਆ, ਗੁਰੂ ਘਰ ਦੇ ਉੱਤੇ ਸਿੱਖ ਮਾਰ ਦਿੱਤੇ ਗਏ। ਚਾਹੇ ਕੋਈ ਅਫਗਾਨੀ ਸਿੱਖ ਸੀ, ਉਹ ਸਾਡੇ ਨਹੀਂ ਸੀ ਪਰ ਮੂਲ ਵਸਨੀਕ ਪੁਰਾਣੇ, ਜਿਵੇਂ ਜਨਮ ਧਰਤੀ ਉਹ ਸੀ ਸਾਡੀ, ਤੇ ਲੈ ਕੇ ਇੰਡੀਆ ਹੀ ਉਹਨਾਂ ਨੂੰ ਆਇਆ। ਇਸੇ ਤਰ੍ਹਾਂ ਇਰਾਨ, ਇਰਾਕ, ਜਿੱਥੇ ਵੀ ਕੋਈ ਫਸਦਾ, ਯੂਕਰੇਨ ਫਸੇ, ਪੋਲੈਂਡ ਗਏ ਸਾਂ, ਤੇ ਉੱਥੋਂ ਵੇਖੋ, ਉੱਥੋਂ ਬੱਚੇ ਅਸੀਂ ਬਚਾ ਕੇ ਅਸੀਂ ਉਹ ਲਿਆਏ, ਇੰਡੀਆ ਨੇ ਲਿਆਉਣਾ ਹੈ। ਕਿਸੇ ਦੂਸਰਾ ਬੰਦਾ ਤਮਾਸ਼ਾ ਵੇਖ ਸਕਦਾ, ਉਹ ਮਦਦ ਨਹੀਂ ਕਰ ਸਕਦਾ। ਸੋ ਦੂਸਰਾ ਬੰਦਾ ਦੇ ਮਤਲਬ ਦੂਜਾ ਦੇਸ਼ ਜਿਹੜਾ ਉਹ ਤਮਾਸ਼ਾ ਤੁਹਾਡਾ ਵੇਖ ਸਕਦਾ, ਤੇ ਮਦਦ ਜਿਹੜੀ ਆ ਉਹ ਇੰਡੀਆ ਨੇ ਕਰਨੀ। ਸੋ
ਤੁਸੀਂ ਇੰਡੀਆ ਨੂੰ ਪਿਆਰ ਕਰਨ ਵਾਲੇ ਲੋਕ ਜੇ, ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਜੇ। ਸਾਡੀਆਂ ਮੁਸ਼ਕਲਾਂ ਨਹੀਂ ਉੱਥੇ, ਅਸੀਂ ਲੜਾਂਗੇ। ਇਹ ਮਤ ਸੋਚੋ ਕਿ ਨਿਰਾਸ਼ਾਜਨਕ ਹੈ। ਇਹ ਤਾਂ ਸਿਰਫ ਤੁਹਾਨੂੰ ਮੈਂ ਗੱਲ ਦੱਸਿਆ, ਇਹ ਗੱਲਾਂ ਸਾਨੂੰ ਪਤਾ ਹੈ, ਅਸੀਂ ਇਹਦੀ ਲੜਾਈ ਲੜ ਰਹੇ ਹਾਂ ਔਰ ਹੋਰ ਵਧੀਆ ਤਰੀਕੇ ਨਾਲ ਲੜਾਂਗੇ ਔਰ ਇਹ ਤੋਂ ਨਿਜਾਤ ਵੀ ਪਾਵਾਂਗੇ ਔਰ ਠੀਕ ਵੀ ਹੋਊਗਾ ਪੰਜਾਬ। ਇਹ ਨਹੀਂ ਗੱਲ ਕਿ ਨਹੀਂ ਠੀਕ ਹੋਣਾ, ਤੰਦਰੁਸਤ ਪੰਜਾਬ ਹੋਊਗਾ। ਕੋਈ ਫਿਕਰ ਕਰਨ ਦੀ ਲੋੜ ਨਹੀਂ, ਬਸ ਜੁੜੇ ਰਿਹਾ ਕਰੋ। ਤੁਹਾਡਾ ਆਪਣਾ ਆ ਔਰ ਆਪਣੇ ਹੀ ਆਪਣੇ ਹੁੰਦੇ ਆ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਔਜਲਾ ਸਾਹਿਬ। ਤੇ ਦੋਸਤੋ, ਕਿਵੇਂ ਲੱਗਾ ਤੁਹਾਨੂੰ ਇਹ ਪ੍ਰੋਗਰਾਮ? ਤੁਸੀਂ ਸਾਡੇ ਨਾਲ ਸਾਂਝਾ ਜਿਹੜੀਆਂ ਆ ਪਾ ਸਕਦੇ ਹੋ ਤੇ ਇੱਦਾਂ ਜੁੜੇ ਰਹੋ ਸਨਮੁਖ ਪ੍ਰੋਗਰਾਮ ਦੇ ਨਾਲ। ਮਿਲਾਂਗੇ ਅਗਲੀ ਕੜੀ ਦੇ ਵਿੱਚ ਅਗਲੀ ਸ਼ਖਸੀਅਤ ਦੇ ਨਾਲ। ਉਦੋਂ ਤੱਕ ਆਪਣਾ ਖਿਆਲ ਰੱਖਿਓ। ਰੱਬ ਰਾਖਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।